ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी राज साहब जी आनू प्रोग्राम सचो सच विच बहुत शुक्रिया जी राज साहब अज 7 जनवरी 2022 25 पो नानकशाही संमत 553 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਗਲਫ ਆਫ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਆਈ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਤੋਂ ਕਿ ਜਿਹੜਾ ਪ੍ਰੋਗਰਾਮ ਸੱਚੋ ਸੱਚ ਹੈ ਉਸ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸਰਬਜੋਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਧੰਨਵਾਦ ਕੀਤਾ ਹੈ ਕਿ ਟੀਵੀ 84 ਦੀ ਜਿਹੜੀ ਸਮੁੱਚੀ ਟੀਮ ਦਾ ਕਿ ਤੁਸੀਂ ਐਂਟੀ ਸਿੱਖ ਪ੍ਰੋਪੇਗੈਂਡਾ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹੋ ਔਰ ਅੱਜ ਮੋਦੀ ਦੀ ਸ਼ੈਤਾਨੀ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ ਮੋਦੀ ਦਾ ਸਾਰਾ ਲਾਣਾ ਅਤੇ ਮੀਡੀਆ ਕਿਵੇਂ ਸਿੱਖਾਂ ਖਿਲਾਫ ਜ਼ਹਿਰ ਜਿਹੜਾ ਉਗਲ ਰਿਹਾ ਹੈ। ਸੋ ਇਹ ਹੁਣ ਨਜ਼ਰ ਆ ਰਿਹਾ ਹੈ ਕਿ ਇਹਨਾਂ ਨੇ ਸਾਨੂੰ ਨਿਸ਼ਾਨਾ ਬਣਾਉਣਾ ਹੈ ਅਤੇ ਪ੍ਰੋਪੇਗੈਂਡੇ ਨਾਲ ਦੋਸ਼ੀ ਵੀ ਸਾਨੂੰ ਹੀ ਬਣਾਉਣਾ ਹੈ। ਜੇ ਅਸੀਂ ਆਪਣਾ ਮੀਡੀਆ ਅਤੇ ਆਪਣਾ ਪੱਖ ਮਜ਼ਬੂਤ ਨਾ ਕਰ ਸਕੇ ਤਾਂ ਉਹਨਾਂ ਦੀਆਂ ਜੁੱਤੀਆਂ ਤੇ ਸਾਡਾ ਸਿਰ ਹੋਵੇਗਾ। ਸੋ ਵਾਹਿਗੁਰੂ ਖੈਰ ਕਰੇ। ਅੱਜ ਦੀ ਸਪਾਂਸਰਸ਼ਿਪ ਲਈ ਵੀਰ ਸਰਬਜੋਤ ਸਿੰਘ ਜੀ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਹੜੀ ਮੋਦੀ ਦੀ ਫੇਲ ਹੋਈ ਰੈਲੀ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਔਰ ਉਹਦੀਆਂ ਕੁਝ ਝਲਕੀਆਂ ਤੁਹਾਨੂੰ ਦਿਖਾਵਾਂਗੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਕਿ ਬੀਜੇਪੀ ਵੱਲੋਂ ਜਿਹੜੀ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਕੀਤੀ ਜਾ ਰਹੀ ਡਰਾਮੇਬਾਜ਼ੀ ਅਰੂਜ਼ ਤੇ ਜਿਹੜੀ ਪਹੁੰਚ ਚੁੱਕੀ ਹੈ ਇਸ ਬਾਰੇ ਗੱਲਬਾਤ ਹੋਵੇਗੀ। ਸੋ ਵਿਊਅਰਸ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਰਬਜੋਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਪਿਛਲੇ ਵਰੇ 'ਚ ਵੀ 2021 'ਚ ਉਹਨਾਂ ਨੇ ਸਪਾਂਸਰ ਕੀਤਾ ਸੀ। ਸੋ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਕਿਉਂਕਿ ਉਹਨਾਂ ਕੀ ਸਾਡਾ ਸਪੋਰਟ ਬੇਸ ਹੈ ਉਹਨਾਂ 'ਚੋਂ ਵੀ ਅੱਗੇ ਉਨੇ ਕੁ ਨੇ ਜਿਹੜੇ ਅਫੋਰਡ ਕਰ ਸਕਦੇ ਨੇ। ਸੋ ਜਿਨ੍ਹਾਂ ਨੇ ਪਿਛਲੇ ਵਰੇ 'ਚ ਸਪਾਂਸਰ ਕੀਤਾ ਉਹ ਇਹ ਨਾ ਸਮਝਣ ਕਿ ਵੀ ਇੱਕ ਵਾਰ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਮੁੱਕ ਗਈ। ਸੋ ਅਸੀਂ ਸਮਝਦੇ ਹਾਂ ਕਿ 2022 ਦੇ ਵਿੱਚ ਰਾਦਰ ਜਿਹੜੇ ਅਫੋਰਡ ਕਰ ਸਕਦੇ ਨੇ ਜੇ ਉਹ ਮਿਥ ਲੈਣ ਕਿ 2 ਸਪਾਂਸਰਸ਼ਿਪਸ ਉਹਨਾਂ ਨੇ 1 ਸਾਲ ਦੀ ਬਿਗਨਿੰਗ 'ਚ ਪਹਿਲੇ 6 ਮਹੀਨੇ 'ਚ ਦੂਸਰੇ 6 ਮਹੀਨੇ 'ਚ ਉਹਦੇ ਨਾਲ ਸਾਡੇ ਸਿਰ ਤੋਂ ਕਾਫੀ ਬੋਝ ਹਲਕਾ ਹੋ ਜਾਂਦਾ ਹੈ। ਔਰ ਅਸੀਂ ਜਿਵੇਂ ਵੀਰ ਸਰਬਜੋਤ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ ਕਿ ਹਿੰਦੂਤਵੀ ਪ੍ਰੋਪੇਗੈਂਡਾ ਔਰ ਉਹ ਪ੍ਰੋਪੇਗੈਂਡਾ ਜਿਹੜਾ ਨਾਜ਼ੀ ਜਰਮਨੀ ਦੀ ਤਰਜ਼ ਨੂੰ ਵੀ ਪਿੱਛੇ ਛੱਡ ਗਿਆ ਉਸ ਨੂੰ ਕਾਊਂਟਰ ਕਿਵੇਂ ਕਰਨਾ ਹੈ। ਟੀਵੀ 84 ਕੋਲ ਲਿਮਿਟਿਡ ਰਿਸੋਰਸਿਸ ਨੇ। ਅਸੀਂ ਆਪਣੇ ਵਿਊਅਰਸ ਦਾ ਹੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਚੋਂ ਅੱਗੋਂ ਜਿਹੜੇ ਮਹਿਸੂਸ ਕਰਦੇ ਨੇ ਕਿ ਜਾਣਕਾਰੀ ਸਾਡੇ ਤੱਕ ਪਹੁੰਚਣੀ ਚਾਹੀਦੀ ਹੈ ਉਹ ਸਾਡੇ ਤੱਕ ਪਹੁੰਚਾਉਂਦੇ ਨੇ। ਸਾਡੇ ਕੋਲ ਕੋਈ ਟ੍ਰੇਨਡ ਰਿਸਰਚਰਸ ਜਾਂ ਕੋਈ ਹੋਰ ਇਸ ਕਿਸਮ ਦਾ ਸੈਟਅਪ ਨਹੀਂ ਹੈ ਜਿਹਨੂੰ ਕਹਿੰਦੇ ਨੇ ਕਿ ਸਿੰਗਲ ਹੈਂਡਡਲੀ ਬਹੁਤ ਸਾਰੀਆਂ ਸਿਚੁਏਸ਼ਨਸ ਹੈਂਡਲ ਕਰਨੀਆਂ ਪੈਂਦੀਆਂ ਔਰ ਜੇ ਸਾਡੇ ਵਿਊਅਰਸ ਦੀ ਸਾਨੂੰ ਕੋਆਪਰੇਸ਼ਨ ਨਾ ਹੁੰਦੀ ਤੇ ਅਸੀਂ ਇਹ 9 ਵਰੇ ਦਾ ਸਫ਼ਰ ਜਿਹੜਾ ਤੈਅ ਕਰਕੇ 10ਵੇਂ ਵਰੇ 'ਚ ਆਏ ਅਸੀਂ ਪਹੁੰਚ ਨਾ ਸਕਦੇ। ਔਰ ਜਿਉਂ-ਜਿਉਂ ਮੋਦੀ ਦਾ ਅਸੀਂ ਇਹ ਕਵਾਂਗੇ ਤੁਸੀਂ ਤਾਂ ਕਿਹਾ ਕਿ ਭਾਈ ਉਹਨਾਂ ਦਾ ਪ੍ਰੋਪੇਗੈਂਡਾ ਰੂਸ ਵੱਲ ਜਾ ਰਿਹਾ ਵੈਸੇ ਜਿਹੜੇ ਝੂਠ ਦੇ ਉੱਤੇ ਮਬਨੀ
ਜਿਹੜੇ ਲੋਕ ਖੜੇ ਹੁੰਦੇ ਨੇ, ਸਿਸਟਮ ਖੜੇ ਹੁੰਦੇ ਨੇ, ਜਦੋਂ ਉਹ ਬਹੁਤ ਜ਼ਿਆਦਾ ਚੀਕਾਂ ਮਾਰਨ ਤੇ ਸਮਝੋ ਉਹਨਾਂ ਦਾ ਐਂਡ ਵੀ ਨੇੜੇ ਹੈ। ਕਿਉਂਕਿ ਸਿੱਖਾਂ ਵੱਲੋਂ ਇਫੈਕਟਿਵ ਚੈਲੰਜ ਆਇਆ। ਚੈਲੰਜ ਤਾਂ ਈਵਨ ਡੈਮੋਕ੍ਰੈਟਿਕ ਤਰੀਕੇ ਨਾਲ 2014 2019 ਦੀਆਂ ਚੋਣਾਂ 'ਚ ਵੀ ਪੰਜਾਬ ਨੇ ਦੱਸਿਆ ਸੀ ਕਿ ਵੀ ਉਹ ਹਿੰਦੂਤਵੀ ਵੇਵ ਨੂੰ ਰੋਕਣ ਦੀ ਸਮਰੱਥਾ ਰੱਖਦਾ ਹੈ। ਪਰ ਜਿਹੜੀ ਸਿੱਧੀ ਸਿੱਧੀ ਟੱਕਰ ਹੈ ਉਹ ਤਾਂ 3 ਖੇਤੀ ਕਾਨੂੰਨ, ਜਿਹਨੂੰ ਅਸੀਂ ਬਿਲਕੁਲ ਕਲੀਅਰਲੀ ਸਿੱਖ ਕੌਮ ਨੇ ਸਮਝਿਆ ਕਿ ਇਹ ਇਕਨੋਮਿਕਲ ਜੈਨੋਸਾਈਡ ਜਾਂ ਇਕਨੋਮਿਕ ਜੈਨੋਸਾਈਡ ਜਿਹੜਾ ਸਿੱਖਾਂ ਦਾ ਹੈ ਉਸ ਦਾ ਫਾਈਨਲ ਸਟੈਪ ਹੈ। ਜਿਹੜੇ ਉਹਨਾਂ ਨੇ ਫਿਜ਼ੀਕਲ, ਹਿਸਟੋਰੀਕਲ, ਸਟੈਟਿਸਟੀਕਲ ਔਰ ਕਲਚਰਲ ਹਰ ਤਰ੍ਹਾਂ ਦੇ ਜੈਨੋਸਾਈਡ ਨਸਲਕੁਸ਼ੀਆਂ ਕੀਤੀਆਂ, ਇਹ ਇਕਨੋਮਿਕ ਜੈਨੋਸਾਈਡ ਹੈ ਜਿਹੜਾ ਫਾਈਨਲ ਸਟੈਪ ਉਸ ਦਾ ਉਹਨਾਂ ਨੇ 3 ਖੇਤੀ ਕਾਨੂੰਨ ਲਿਆ। ਔਰ ਸਾਡੇ ਸਧਾਰਨ ਸਿੱਖ ਕਿਸਾਨਾਂ ਨੇ ਵੀ ਇਹਦੀ ਸਪਿਰਿਟ ਨੂੰ ਸਮਝਿਆ। ਇਹੀ ਕਾਰਨ ਸੀ ਕਿ ਲਗਭਗ 13 ਮਹੀਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਹੁਨਾਲ, ਸਿਆਲ, ਬਰਸਾਤ ਔਰ ਹਰ ਮੌਸਮ ਦੇ ਵਿੱਚ ਔਰ ਹਰ ਰੁਕਾਵਟ ਨੂੰ, ਜੇ ਅਸੀਂ ਸ਼ੰਭੂ ਤੋਂ ਸਿੰਘੂ ਤੱਕ ਦਾ ਸਫ਼ਰ ਦੇਖਦੇ ਤੇ ਫਿਰ ਉਹ ਵਾਟਰ ਕੈਨਨਸ ਤੋਂ ਲੈ ਕੇ ਰਸਤੇ ਵਿੱਚ ਜਿਹੜੀਆਂ ਗੱਡੀਆਂ ਗਈਆਂ, ਕਿੱਲਾਂ, ਕਰੇਨਾਂ, ਜੋ ਵੀ ਉਹ ਇਸਤੇਮਾਲ ਕਰ ਸਕਦੇ ਸੀ, ਲਾਠੀ ਚਾਰਜ, ਟੀਅਰ ਗੈਸ। ਔਰ ਫਿਰ ਕੱਲਾ ਇਹ ਨਹੀਂ ਹੈ, 13 ਮਹੀਨੇ ਉਹਨਾਂ ਨੇ ਸਸਟੇਨ ਕੀਤਾ। ਉਹਨਾਂ ਨੇ ਉੱਥੇ ਇੱਕ ਉਹ ਸਿੱਖ ਤਹਿਜ਼ੀਬ ਦਾ ਖੂਬਸੂਰਤ ਮੁਜ਼ਾਹਰਾ ਕੀਤਾ ਜਿਸ ਨੇ ਜਿਹੜੇ ਨਾਲ ਲੱਗਦੇ ਸੂਬੇ ਨੇ, ਉਹ ਵੈਸਟਰਨ ਯੂਪੀ ਹੋਏ ਜਾਂ ਹਰਿਆਣਾ ਹੋਏ, ਉਹਨਾਂ ਦੇ ਲੋਕਾਂ ਨੂੰ ਵੀ ਕੀਲਿਆ। ਇਹੀ ਕਾਰਨ ਹੈ ਕਿ ਅੱਜ ਜਦੋਂ ਇਹਨਾਂ ਦੇ ਪ੍ਰੋਪੇਗੈਂਡਾ ਜਿਹੜੇ ਚੈਨਲ ਨੇ ਔਰ ਇਹਨਾਂ ਦਾ ਸੋਸ਼ਲ ਮੀਡੀਆ ਹੈ ਉਹਦੇ ਤੇ ਸਿੱਖਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਤੇ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਔਰ ਵੈਸਟਰਨ ਯੂਪੀ ਦੇ ਹੀ ਸਾਡੇ ਜਾਟ ਭਰਾ ਔਰ ਕਾਮਨ ਜਿਹੜੇ ਉੱਥੋਂ ਦੇ ਸ਼ਹਿਰੀ ਜਿਨ੍ਹਾਂ ਨੇ ਸਿੱਖੀ ਦਾ ਪ੍ਰੇਮ ਦੇਖਿਆ, ਸਿੱਖਾਂ ਦਾ ਜਿਹੜਾ ਮੁਹੱਬਤ ਔਰ ਉਹਨਾਂ ਦੀ ਫਰਾਖ ਦਿਲੀ ਦੇਖੀ ਹੈ, ਉਹ ਉਹਨਾਂ ਨੂੰ ਚੈਲੰਜ ਕਰ ਰਹੇ ਨੇ ਕਿ ਆਓ ਤੁਹਾਨੂੰ ਦੱਸਦੇ ਕਿ ਵੀ ਤੁਸੀਂ ਪੰਜਾਬ ਤੱਕ ਕੀ ਜਾਣਾ, ਪਹਿਲਾਂ ਤੁਹਾਨੂੰ ਸਾਡੇ ਨਾਲ ਇੱਥੇ ਜੂਝਣਾ ਪਏਗਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਿੱਖਾਂ ਦੀ ਔਰ ਸਿੱਖ ਕੌਮ ਦੀ ਔਰ ਡਾਇਸਪੋਰਾ ਦੀ ਮਿਲਵੀਂ ਤਾਕਤ ਸੀ, ਜਿਸ ਨੇ ਜ਼ਾਬਰਾਂ ਨੂੰ ਮਜਬੂਰ ਕੀਤਾ ਕਿ ਉਹ ਖੇਤੀ ਕਾਨੂੰਨ ਵਾਪਸ ਲੈਣ। ਲੇਕਿਨ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਜਦੋਂ ਕਿ ਹਾਲਾਂਕਿ ਇੱਕ ਸੈਲੀਬ੍ਰੇਸ਼ਨ ਦਾ ਮਾਹੌਲ ਸੀ, ਔਰ ਜ਼ਾਹਰ ਹੈ ਸੈਲੀਬ੍ਰੇਸ਼ਨ ਜਦੋਂ ਤੁਸੀਂ ਉਸ ਦੁਸ਼ਮਣ ਨੂੰ ਝੁਕਾਓ ਜਿਸ ਨੇ ਔਰ ਜਿਸ ਦੇ ਅੱਗੋਂ ਟੌਂਟ ਬਟੌਂਟਾ ਨੇ ਪ੍ਰਚਾਰਿਆ ਹੋਏ ਕਿ ਜੀ ਇਹ ਮੋਦੀ ਹੈ ਔਰ ਇਹ ਕਿਸੇ ਅੱਗੇ ਨਹੀਂ ਝੁਕਿਆ, ਲੇਕਿਨ ਜੇ ਉਸ ਨੂੰ ਨੱਕ ਰਗੜਨ ਤੇ ਮਜਬੂਰ ਕੀਤਾ ਹੋਏ ਤੇ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਭਾਈ ਇਸ ਦੁਸ਼ਮਣ ਜਿਹੜਾ ਕਿ ਕਮੀਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲਾ ਦੁਸ਼ਮਣ ਹੈ, ਇਹ ਕਿਸੇ ਨਾ ਕਿਸੇ ਬਹਾਨੇ ਨਾਲ ਵਾਪਸ ਆਏਗਾ। ਇਹਨਾਂ ਨੂੰ ਜਿਹੜੀ ਹੈ ਹਾਰ ਸਵਾਲੋ ਨਹੀਂ ਹੋ ਰਹੀ, ਇਹਨਾਂ ਨੇ ਥੁੱਕਿਆ ਤੇ ਚੱਟਿਆ, ਮਜਬੂਰ ਹੋਏ ਨੇ, ਲੇਕਿਨ ਇਹ ਕੋਈ ਨਾ ਕੋਈ ਡਰਾਮੇਬਾਜ਼ੀ ਕਰਨਗੇ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਤੋਂ ਇੱਕਦਮ ਬਾਅਦ ਕਿਵੇਂ ਇਹ ਡਰਾਮੇਬਾਜ਼ੀ ਦਾ ਦੌਰ ਦੁਆਰਾ ਸ਼ੁਰੂ ਹੋ ਜਾਂਦਾ ਹੈ ਫਿਰੋਜ਼ਪੁਰ ਦੀ ਰੈਲੀ ਨੂੰ ਆਧਾਰ ਬਣਾ ਕੇ, ਕਿਉਂਕਿ ਉਹ ਇਹ ਸਮਝਦੇ ਸੀ ਕਿ ਭਾਈ ਠੀਕ ਹੈ, ਜਿਵੇਂ ਇਹ ਆਮ ਜਿਹਨੂੰ ਫ੍ਰੀ ਬੀਜ਼ ਕਹਿੰਦੇ ਨੇ, ਯੂਪੀ, ਬਿਹਾਰ, ਦੂਜੇ ਤੀਜੇ ਉੱਥੇ ਜਾ ਕੇ ਉਹ ਚੋਣ ਜੁਮਲੇ ਹੁੰਦੇ ਨੇ ਜਾਂ ਉਹ ਹੁੰਦਾ ਹੈ ਜੀ ਅਸੀਂ 20 ਸੇਰ ਆਟਾ ਡਿਸਟ੍ਰੀਬਿਊਟ ਕਰਾਂਗੇ, ਨਾਲ ਸਰੋਂ ਦਾ ਤੇਲ ਵੀ ਦਿਆਂਗੇ, ਖੰਡ ਵੀ ਦਿਆਂਗੇ, ਉਹਦੇ ਨਾਲ ਲੱਗਦਾ ਉਹਨਾਂ ਨੂੰ ਵੋਟਾਂ ਆ ਜਾਂਦੀਆਂ ਨੇ ਔਰ ਅਸੀਂ ਇਸ ਸਾਰੇ ਦੇ ਨਾਲ ਉਹਨਾਂ ਦੇ ਉੱਤੇ ਅਦਰਵਾਈਜ਼ ਅਸੀਂ ਕਿੰਨਾ ਜ਼ੁਲਮ ਢਾ ਰਹੇ ਹਾਂ ਜਾਂ ਉਹਨਾਂ ਦੇ ਹੱਕ ਖੋ ਰਹੇ ਹਾਂ, ਇਹਦਾ ਉਹਨਾਂ ਨੂੰ ਧਿਆਨ ਹੀ ਨਹੀਂ ਰਹਿੰਦਾ। ਔਰ ਇਹੀ ਸਮਝਦਾ ਸੀ ਮੋਦੀ, ਦੇਖੋ ਜੀ ਮੈਂ ਕਾਨੂੰਨ ਵਾਪਸ ਲੈ ਲਏ ਨੇ। ਔਰ ਉਹਦੇ ਇਸ ਫਿਰੋਜ਼ਪੁਰ ਰੈਲੀ ਤੋਂ ਪਹਿਲਾਂ ਇਹ ਪੂਰਾ ਮੀਡੀਆ ਦੇ ਵਿੱਚ ਸਟੋਰੀਜ਼ ਪਲਾਂਟ ਕੀਤੀਆਂ ਗਈਆਂ ਕਿ ਮੋਦੀ ਇੰਨੇ 1000 ਕਰੋੜ ਦਾ ਕਰਜ਼ਾ ਵੀ ਮਾਫ ਕਰ ਦੇਗਾ, ਚੰਡੀਗੜ੍ਹ ਵੀ ਦੇ ਦੇਗਾ, ਪੋਲੀਟੀਕਲ ਪ੍ਰਿਜ਼ਨਰ ਵੀ ਜਿਹੜੇ ਨੇ ਉਹ ਸਿੱਖਾਂ ਦੇ ਜਿਹੜੇ 20-25 ਸਾਲ ਤੋਂ ਨੇ ਉਹਨਾਂ ਨੂੰ ਰਿਲੀਜ਼ ਕਰ ਦੇਗਾ, ਹੋਰ ਪਤਾ ਨਹੀਂ ਕੀ। ਇਹ ਉਹਨਾਂ ਨੇ ਇੱਕ ਸਮੋਕ ਸਕਰੀਨ ਕ੍ਰੀਏਟ ਕੀਤੀ ਤਾਂ ਕਿ ਮੋਦੀ ਦਾ ਵਿਰੋਧ ਨਾ ਹੋਏ। ਔਰ ਇਹੀ ਨਹੀਂ, ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ 1 ਲੱਖ ਕੁਰਸੀਆਂ ਉੱਥੇ ਲਵਾਈਆਂ ਔਰ ਹਰਿਆਣਾ, ਹਿਮਾਚਲ ਜਿੱਥੇ ਦੋਨਾਂ ਸਟੇਟਾਂ ਦੇ ਵਿੱਚ ਬੀਜੇਪੀ ਦੀਆਂ ਹਕੂਮਤਾਂ ਨੇ, ਉੱਥੋਂ ਵੀ ਜਿਹੜਾ ਉਹਨਾਂ ਨੇ ਬੰਦੇ ਭੇਜਣ ਦੀ ਕੋਸ਼ਿਸ਼ ਕੀਤੀ। ਲੇਕਿਨ ਮੈਂ ਸਮਝਦਾ ਵੀ ਆਫਰੀਨ ਹੈ ਪੰਜਾਬ ਦੇ ਸਧਾਰਨ ਲੋਕਾਂ ਨੂੰ। ਇਸ ਦੇ ਵਿੱਚ ਜੇ ਤੁਸੀਂ ਉੱਪਰਲਾ ਤਬਕਾ ਦੇਖੋ, ਜਿਵੇਂ ਇਸ ਸਾਰੀ ਡਰਾਮੇਬਾਜ਼ੀ ਦੇ ਉੱਤੇ
ਜਿਹੜਾ ਬਾਦਲ ਅਕਾਲੀ ਦਲ ਨੇ ਰਿਐਕਟ ਕੀਤਾ ਹੈ, ਆਮ ਆਦਮੀ ਨੇ ਕੀਤਾ ਹੈ, ਕਾਂਗਰਸ 'ਚ ਵੀ ਬੈਠੇ ਹੋਏ ਹਿੰਦੂ ਤਵੀਆਂ ਦੇ ਜਿਹੜੇ ਮੋਲ ਨੇ ਉਹ ਸੁਨੀਲ ਜਾਖੜ ਹੋਏ ਜਾਂ ਮਨੋਜ ਤਿਵਾੜੀ ਹੋਏ, ਉਹਨਾਂ ਨੇ ਜਿਸ ਕਿਸਮ ਦਾ ਰਿਐਕਸ਼ਨ ਕੀਤਾ। ਲੇਕਿਨ ਇਹਦੇ ਬਾਵਜੂਦ ਸਧਾਰਨ ਕਿਸਾਨ ਈਵਨ 32 ਜਥੇਬੰਦੀਆਂ ਚੋਂ ਆਲਮੋਸਟ 21-22 ਤਾਂ ਇੱਕ ਪਾਸੇ ਜਾ ਕੇ ਉਹ ਤਾਂ ਚੋਣਾਂ ਲੜਨ ਲਈ ਜਿਹੜਾ ਉਹ ਰਾਜੇਵਾਲ ਨਾਲ ਸਮਝੌਤਾ ਜਾਂ ਰਾਜੇਵਾਲ ਦਾ ਉਹਦੇ ਨਾਲ ਕੇਜਰੀਵਾਲ ਨਾਲ ਸਮਝੌਤਾ ਹੈ ਜਾਂ ਕਿਹਨੇ ਕਿਹੜੀ ਸੀਟ ਲੈਣੀ ਹੈ, ਉਹ ਤਾਂ ਆਪਸ ਦੇ ਵਿੱਚ ਸੀਟਾਂ ਵੰਡ ਰਹੇ ਸੀ। ਪਰ ਇਹ ਆਫਰੀਨ ਇਹਨਾਂ 9-10 ਕਿਸਾਨ ਜਥੇਬੰਦੀਆਂ ਨੂੰ ਵੀ ਔਰ ਉਹਦੇ ਨਾਲ ਸਧਾਰਨ ਲੋਕਾਂ ਨੂੰ, ਔਰ ਮੈਂ ਸਮਝਦਾ ਵੀ ਇਸ ਦੇ ਵਿੱਚ ਈਵਨ ਅਸੀਂ ਪੰਜਾਬ ਦੇ ਜਿਹੜਾ ਹਿੰਦੂ ਭਾਈਚਾਰਾ ਹੈ ਉਹਨੂੰ ਵੀ ਅਸੀਂ ਕ੍ਰੈਡਿਟ ਜ਼ਰੂਰ ਦੇਵਾਂਗੇ, ਕਿਉਂਕਿ ਜੇ 70,000 ਜਾਂ 1 ਲੱਖ ਤੱਕ ਦੀ ਕੁਰਸੀ 'ਚ ਬੰਦਾ ਉੱਥੇ 700 ਬੈਠਾ ਹੋਇਆ ਹੈ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਫਿਰੋਜ਼ਪੁਰ ਸ਼ਹਿਰ ਦੀ ਜੇ ਤੁਸੀਂ ਆਬਾਦੀ ਦੇਖਣੀ ਹੋਏ ਤਾਂ ਫਿਰੋਜ਼ਪੁਰ ਦੇ ਵਿੱਚ 70% ਹਿੰਦੂ ਆਬਾਦੀ ਹੈ। ਹਾਲਾਂਕਿ ਪੇਂਡੂ ਇਲਾਕਾ ਮਿਲਾ ਕੇ ਫਿਰੋਜ਼ਪੁਰ ਹਲਕਾ ਸਿੱਖ ਮੈਜੋਰਟੀ ਬਣ ਜਾਂਦਾ ਹੈ, ਸੁਖਬੀਰ ਸਿੰਘ ਬਾਦਲ ਨੂੰ ਰਿਪਰੈਜ਼ੈਂਟ ਕਰਦਾ ਹੈ। ਲੇਕਿਨ ਜੇ ਫਿਰੋਜ਼ਪੁਰ ਦੇ ਹਿੰਦੂ ਹੀ, ਬਾਕੀ ਤਾਂ ਜੋ ਨੇ ਉਹ ਤਾਂ ਨਹੀਂ ਆਏ, ਉਹ ਵੀ ਪਹੁੰਚ ਜਾਂਦੇ ਤਾਂ 20-25 ਹਜ਼ਾਰ ਕੁਰਸੀ ਨੂੰ ਉਹ ਭਰ ਸਕਦੇ ਸੀ। ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਹੈ ਕਿ ਭਾਈ ਅਸੀਂ ਅਲਟੀਮੇਟਲੀ ਰਹਿਣਾ ਇਹਨਾਂ ਦੇ ਨਾਲ ਹੀ ਹੈ, ਔਰ ਜੇ ਕਿਸਾਨ ਖੁਸ਼ਹਾਲ ਨਹੀਂ ਹੋਏਗਾ ਤੇ ਜਿਹੜੇ ਸ਼ਹਿਰਾਂ 'ਚ ਬੈਠੇ ਹੋਏ ਲਾਲੇ ਬਾਣੀਏ ਜਿਹੜੇ ਨੇ ਉਹ ਤਾਂ ਉਹਨਾਂ ਦੀ ਕਮਾਈ ਨੂੰ ਹੀ ਖਾਂਦੇ ਨੇ। ਲੇਕਿਨ ਇਸ ਸਾਰੇ ਵਰਤਾਰੇ ਤੋਂ ਬਾਅਦ 5 ਜਨਵਰੀ ਤੋਂ ਬਾਅਦ ਜਿਸ ਕਿਸਮ ਦਾ ਨੈਰੇਟਿਵ ਪਿਛਲੇ ਅਸੀਂ ਆਲਮੋਸਟ 3 ਦਿਨਾਂ ਤੋਂ ਦੇਖ ਰਹੇ ਹਾਂ, ਇਹ ਸਿਰਜਿਆ ਜਾ ਰਿਹਾ, ਇਸ ਦੇ ਉੱਤੇ ਅਸੀਂ ਅੱਡ-ਅੱਡ ਕੱਲ ਵੀ ਗੱਲ ਕੀਤੀ, ਸਾਡੇ ਦਰਸ਼ਕਾਂ ਨੇ ਪਸੰਦ ਕੀਤਾ ਹੈ। ਅੱਜ ਵੀ ਇਸ ਦੇ ਉੱਤੇ ਅਸੀਂ ਕਿ ਕਿਵੇਂ ਇੱਕ ਉਸ ਕਿਸਮ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਨਵੰਬਰ 84 ਦੀ, ਔਰ ਉਸ ਦੀ ਗੱਲ ਬਾਰ-ਬਾਰ ਕੀਤੀ ਜਾ ਰਹੀ ਹੈ, ਉਸ ਨੂੰ ਵੀ ਅਸੀਂ ਵਿਚਾਰਾਂਗੇ। ਪਰ ਅਸੀਂ ਵੀਰ ਸਰਬਜੋਤ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਇਹ ਸਮਝਦੇ ਨੇ ਕਿ TV 84 ਕੁਝ ਮਾਮਲਿਆਂ 'ਚ ਸਿੰਗਲ ਹੈਂਡਡਲੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੋਰ ਵੀ ਸਾਡੇ ਵੀਰ ਭੈਣਾਂ ਸੋਸ਼ਲ ਮੀਡੀਆ ਰਾਹੀਂ ਔਰ ਬਾਕੀ ਜਿਹੜੇ ਵੀ ਉਹਨਾਂ ਦੇ ਕੋਲ ਚੈਨਲ ਅਵੇਲੇਬਲ ਨੇ ਗੱਲ ਕਰਦੇ ਨੇ, ਪਰ ਜਿਵੇਂ ਜਿੰਨੀ ਇਨਪੁਟ ਸਾਡੇ ਤੱਕ ਪਹੁੰਚਦੀ ਹੈ ਉਹ ਭਾਵੇਂ ਰਾਵੀ ਪਾਰ ਦੇ ਸਾਡੇ ਵੀਰਾਂ ਭੈਣਾਂ ਵੱਲੋਂ ਹੋਏ। ਪਿਛਲੇ ਦਿਨਾਂ 'ਚ ਹੀ ਇੱਕ ਸੱਜਣ ਜਿਹੜੇ ਕਿ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਮੁੜੇ, ਉਹਨਾਂ ਨੇ ਕਿਸੇ ਹੋਰ ਵੀਰ ਦੇ ਕੋਲ ਕਿਹਾ, ਉਹਨਾਂ ਨੇ ਕਨਵੇ ਕੀਤਾ, ਉਹਨਾਂ ਨੇ ਕਿਹਾ ਜੀ ਭਾਵੇਂ ਉੱਥੇ ਸਵੇਰ ਹੁੰਦੀ ਹੈ ਪਰ ਜਿਉਂ ਹੀ ਪ੍ਰੋਗਰਾਮ ਸ਼ੁਰੂ ਹੁੰਦਾ ਉੱਥੇ ਸਾਡੇ ਬਾਬੇ ਜਿਹੜੇ ਨੇ ਉਹ ਬਹਿ ਜਾਂਦੇ ਨੇ ਸਰਾਣੇ ਔਰ ਉਹ ਦੇਖਦੇ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਸੱਚੋ ਸੱਚ ਪ੍ਰੋਗਰਾਮ ਆਪਣੀ ਕਿਸਮ ਦਾ ਦੁਨੀਆ ਦੇ ਵਿੱਚ ਇੱਕੋ ਇੱਕ ਯੂਨੀਕ ਪ੍ਰੋਗਰਾਮ ਹੈ, ਔਰ ਕੋਈ ਵੀ ਸਿੱਖ ਐਂਗਲ ਤੋਂ ਇਵੇਂ ਜਿਹੜਾ ਹੈ ਉਸ ਨੂੰ ਇੰਟਰਨੈਸ਼ਨਲ ਘਟਨਾਵਾਂ ਨੂੰ ਪੋਰਟਰੇ ਨਹੀਂ ਕਰਦਾ। ਇਹ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ। ਔਰ ਇਸੇ ਤਰ੍ਹਾਂ ਜਦੋਂ ਵੀ ਕੋਈ ਮੁੱਦਾ, ਜੇ ਅਸੀਂ ਈਵਨ ਪੰਜਾਬ ਦੇ ਹਵਾਲੇ ਨਾਲ ਉੱਥੇ ਬੇਸ਼ੱਕ ਸਾਨੂੰ ਉਹਨਾਂ ਨੇ ਬਲੌਕ ਕੀਤਾ ਹੋਇਆ ਹੈ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਤਬਕਾ ਜਿਨ੍ਹਾਂ ਦੇ ਨਾਲ ਉਹਨਾਂ ਨੇ ਹੱਥ ਮਿਲਾਇਆ BJP ਨੇ, ਉਹ ਢੀਂਡਸਾ ਗਰੁੱਪ ਹੋਏ, ਮੋਹਕਮ ਸਿੰਘ ਜਸਬੀਰ ਸਿੰਘ ਰੋਡੇਵਾਲਾ ਲਾਣਾ ਹੋਏ, ਉਸ ਤੋਂ ਪਹਿਲਾਂ UK ਦੇ ਵਿੱਚ ਇੱਕ ਜਸਦੇਵ ਸਿੰਘ ਡਾਕਟਰ ਜਸਦੇਵ ਰਾਏ ਔਰ ਉਹਨਾਂ ਦਾ ਲਾਣਾ, ਉਸ ਤੋਂ ਪਹਿਲਾਂ ਉਹਨਾਂ ਦਾ ਬਾਪੂ ਰੁਲਦਾ ਸਿੰਘ। ਸੋ ਇਹਨਾਂ ਸਾਰਿਆਂ ਨੇ ਹਮੇਸ਼ਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਉਹ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਹਲਕਿਆਂ ਦੇ ਵਿੱਚ, ਕਿਸੇ ਹੱਦ ਤੱਕ ਥੋੜੇ ਬਹੁਤ ਉਹ ਵਿੱਚ ਵੜ ਵੀ ਗਏ, ਲੇਕਿਨ ਵਾਸਟ ਮੈਜੋਰਟੀ ਨੇ ਉਹਨਾਂ ਨੂੰ ਰਿਬਫ ਕੀਤਾ। ਔਰ ਇਹ ਵੀ ਮੋਦੀ ਦੀ ਇਸ ਟਰੈਵਲ ਦੇ ਵੇਲੇ ਇਸ ਕਿਸਮ ਦਾ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜੀ ਉਹ ਮੋਦੀ ਐਲਾਨ ਕਰੇਗਾ ਜੇਲ੍ਹਾਂ ਦੇ ਦਰਵਾਜ਼ੇ ਖੁੱਲ੍ਹ ਸਕਦੇ ਨੇ, ਫਿਰ ਕੁਛ ਆਇਆ ਨਹੀਂ ਜੀ ਨਹੀਂ, ਜਿਹੜੇ ਸਿਰਫ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਹੋਏਗਾ। ਹਾਲਾਂਕਿ ਇਹ ਸਾਰਾ ਇੱਕ ਫਰਾਡ, ਉਹ ਸਿਰਫ ਮੋਦੀ ਨੂੰ ਪੰਜਾਬ ਵਿਜ਼ਿਟ ਕਰਵਾ ਕੇ ਫਿਰੋਜ਼ਪੁਰ 'ਚ ਲੱਖਾਂ ਲੋਕਾਂ ਦੀ ਗੈਦਰਿੰਗ ਦਿਖਾ ਕੇ ਕਹਿਣਾ ਚਾਹੁੰਦੇ ਸੀ ਕਿ ਦੇਖੋ ਜਿਹੜੇ ਸਿੱਖ ਇਹ ਸਮਝਦੇ ਸੀ ਜਾਂ ਜਿਹੜੀ ਦੁਨੀਆ ਸਮਝਦੇ ਸੀ ਕਿ ਸਿੱਖਾਂ ਅੱਗੇ ਮੋਦੀ ਝੁਕਿਆ, ਦੇਖੋ ਸਿੱਖ ਕਿਵੇਂ ਹੱਥ ਜੋੜ ਕੇ ਖੜੇ ਨੇ, ਔਰ ਜਿਵੇਂ ਉਹ ਘਰ ਦੇ ਬਾਹਰ ਇੱਕ ਮੰਗਤਾ ਖਲੋਤਾ ਹੁੰਦਾ ਤੇ ਘਰ ਵਾਲਾ ਨਿਕਲ ਕੇ ਉਹ ਕੌਲੀ ਆਟੇ ਦੀ ਪਾ ਦੇ ਜਾਂ ਕੋਈ ਹੋਰ ਰਾਤ ਦੀਆਂ ਰੋਟੀਆਂ ਤੇ ਜਿਹੜੀ ਹੈ ਉਹ ਬੇਹੀ ਸਬਜ਼ੀ ਨਾਲ ਦੇ ਦੇ, ਉਹਨੂੰ ਬੜੀ ਤਸੱਲੀ ਹੁੰਦੀ ਹੈ ਕਿ ਜੀ ਦੇਖੋ ਮੇਰੇ ਦਰ ਤੇ ਮੰਗਤਾ ਖੜਾ, ਵੀ ਇਵੇਂ ਦਾ ਹੋਏ। ਉਹ ਤਾਂ ਪੰਜਾਬ ਵਾਸੀਆਂ ਨੇ ਇਨ ਜਨਰਲ ਔਰ ਸਿੱਖ ਕੌਮ ਨੇ ਇਨ ਪਾਰਟਿਕੂਲਰ ਉਹ ਜਿਹੜਾ ਹੈ ਉਹਨਾਂ ਦੀ ਹੈਂਕੜ ਤਾਂ ਤੋੜ ਦਿੱਤੀ। ਲੇਕਿਨ ਇਹ ਯਾਦ ਦਹਾਨੀ ਕਰਵਾਉਣ ਦੇ ਲਈ
ਕਿ ਤੁਸੀਂ ਸਾਡੇ ਯੋਧਿਆਂ ਨੂੰ ਜਿਨ੍ਹਾਂ ਨੇ ਤੁਹਾਡੇ ਕਾਨੂੰਨ ਮੁਤਾਬਕ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਇਹਦੇ ਬਾਵਜੂਦ ਤੁਸੀਂ ਉਹਨਾਂ ਨੂੰ ਨਹੀਂ ਛੱਡ ਰਹੇ। ਇਹ ਵਿਰੋਧ ਦੀ ਆਵਾਜ਼ ਪਿਛਲੇ ਕਈ ਮਹੀਨਿਆਂ ਤੋਂ, ਉਸ ਤੋਂ ਪਹਿਲਾਂ ਤਿਹਾੜ ਜੇਲ੍ਹ ਦੇ ਬਾਹਰ ਵੀ ਔਰ ਦੂਸਰੀਆਂ ਥਾਵਾਂ ਤੇ ਵੀ ਧਰਨੇ ਵੀ ਦਿੱਤੇ ਗਏ, ਔਰ ਹੁਣ ਇਸ ਨੂੰ ਜਿਹੜਾ ਹੈ ਇੱਕ ਪੂਰੀ ਮੁਹਿੰਮ ਦੇ ਤੌਰ ਤੇ ਉੱਥੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹ ਸਿਰ ਜੋੜ ਕੇ ਬੈਠੀਆਂ, ਔਰ ਉਹਨਾਂ ਨੇ ਸਿੱਖ ਸਿਆਸੀ ਕੈਦੀਆਂ ਦੀ ਬੰਦ ਖਲਾਸੀ ਦੇ ਲਈ, ਰਿਹਾਈ ਦੇ ਲਈ ਇੱਕ ਪੂਰੀ ਮੁਹਿੰਮ ਵਿੱਢੀ ਹੋਈ ਹੈ। ਔਰ ਇਸ ਮੁਹਿੰਮ ਨੂੰ ਹੀ ਅੱਗੇ ਤੋਰਦੇ ਆ ਜਿਹੜਾ 11 ਜਨਵਰੀ ਨੂੰ, ਜਿਹੜਾ ਕਿ ਮੰਗਲਵਾਰ ਦਾ ਦਿਨ ਹੋਏਗਾ, ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੀ ਉਹ ਯਾਦ, ਔਰ ਜਿੱਥੋਂ ਸਵੇਰੇ ਸ਼ਾਮ TV 84 ਤੋਂ ਲਾਈਵ ਕਵਰੇਜ ਹੁੰਦੀ ਹੈ, ਉੱਥੋਂ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਸ਼ੁਰੂ ਹੋਏਗਾ। ਔਰ ਸਵੇਰੇ 11 ਜਨਵਰੀ ਨੂੰ ਸਵੇਰੇ 10 ਵਜੇ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਔਰ ਚੰਡੀਗੜ੍ਹ ਪੰਜਾਬ ਦੇ ਗਵਰਨਰ ਹਾਊਸ ਤੱਕ ਆਏਗਾ, ਉੱਥੇ ਉਹਨੂੰ ਮੈਮੋਰੈਂਡਮ ਦਿੱਤਾ ਜਾਏਗਾ। ਸੋ ਇਹ ਕੋਈ ਭਿੱਖ ਮੰਗਣਾ ਨਹੀਂ ਹੈ, ਜਿਵੇਂ ਇੱਕ ਟੋਲਾ ਜਿਹੜਾ ਇਹ ਸਿੱਖਾਂ ਤੇ ਆਸਾਨ ਕਰਨਾ ਚਾਹੁੰਦੇ ਸੀ। ਦੇਖੋ ਜੀ, ਮੋਦੀ ਨੇ, RSS ਨੇ ਇਹ ਕਰ ਦਿੱਤਾ। ਇਹ ਉਹਨਾਂ ਨੂੰ ਦੱਸਣਾ ਹੈ ਕਿ ਭਾਈ ਅਸੀਂ ਜੇਲ੍ਹਾਂ ਤੋੜ ਕੇ ਵੀ ਕੱਢ ਸਕਦੇ ਹਾਂ, ਪਰ ਅਜੇ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਭਾਈ ਤੁਸੀਂ ਦੇਖੋ, ਅਦਰਵਾਈਜ਼ ਫਿਰ ਇਹਨਾਂ ਨੂੰ ਪਤਾ ਹੈ ਕਿ ਉਹ ਇਹਨਾਂ ਦੀ ਬੜੈਲ ਜੇਲ੍ਹ ਹੋਏ ਜਾਂ ਕੋਈ ਹੋਰ ਜੇਲ੍ਹ ਹੋਏ, ਜੇਲ੍ਹ ਚੋਂ ਕਿਵੇਂ ਨਿਕਲਣਾ ਹੈ ਉਹ ਜਥੇਦਾਰ ਹਵਾਰਾ ਔਰ ਉਹਨਾਂ ਦੇ ਸਾਥੀਆਂ ਨੇ ਦੱਸਿਆ ਹੋਇਆ ਹੈ। ਔਰ ਇਸ ਮੁੱਦੇ ਤੇ ਫੋਕਸ ਕਰਦੇ ਹਾਂ, ਔਰ ਇਸ ਦੇ ਨਾਲ ਨਾਲ ਕਰੰਟ ਸਿਚੁਏਸ਼ਨ ਦੇ ਉੱਤੇ ਜਿਉਂ ਹੀ ਇਹ ਸਾਡਾ ਪ੍ਰੋਗਰਾਮ 9 ਵਜੇ ਖਤਮ ਹੋਏਗਾ, ਉਸ ਤੋਂ ਬਾਅਦ ਖਬਰਾਂ ਹੁੰਦੀਆਂ ਨੇ ਅੱਧੇ ਘੰਟੇ ਦੀਆਂ, ਜਿਨ੍ਹਾਂ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਉਹਦੇ 'ਚ ਵੀ ਸਿੱਖ ਐਂਗਲ ਹੁੰਦਾ ਹੈ, ਹਾਲਾਂ ਕੁਝ ਚੀਜ਼ਾਂ ਜੋ ਉੱਥੋਂ ਦੀ ਭਾਰਤੀ ਕਬਜ਼ੇ ਵਾਲੇ ਪੰਜਾਬ ਦੀਆਂ ਲੋੜਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਸੰਬੰਧਿਤ ਖਬਰਾਂ ਹੁੰਦੀਆਂ ਨੇ। ਤੇ 9:30 ਵਜੇ ਇੱਕ ਪੈਨਲ ਡਿਸਕਸ਼ਨ, ਜਿਸ ਦੇ ਵਿੱਚ ਮੇਰੇ ਨਾਲ ਭਾਈ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਵਰਲਡ ਸਿੱਖ ਪਾਰਲੀਮੈਂਟ ਦੇ, ਔਰ ਅਮਰਵੀਰ ਸਿੰਘ ਨੂੰ ਕੰਡਕਟ ਕਰਨਗੇ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਕਵਾਂਗੇ ਕਿ ਵੀ ਡੋਂਟ ਗੋ ਅਵੇ, ਜਿਵੇਂ ਕਿਹਾ ਜਾਂਦਾ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ, ਆਲਰੇਡੀ ਕੁਝ ਹਿੱਸਾ ਤਾਂ ਅਸੀਂ ਆਪਣੇ ਇੰਟਰੋਡਕਟਰੀ ਪਾਰਟ 'ਚ ਕਵਰ ਕਰ ਲਿਆ ਕਿ ਇਹ ਫਿਰੋਜ਼ਪੁਰ 'ਚ ਜਿਹਨੂੰ ਕਹਿੰਦੇ ਨੇ ਕਿ ਭਾਈ ਨਿਕਲਿਆ ਜਲੂਸ, ਜਿਹਨੂੰ ਦੁਨੀਆ ਨੇ ਦੇਖਿਆ, ਕੈਮਰਿਆਂ ਦੀਆਂ ਅੱਖਾਂ ਨੇ ਦੇਖਿਆ। ਇੱਕ ਤਾਂ ਹੁੰਦਾ ਨਾ, ਇੱਕ ਕੈਮਰੇ ਦੀ ਅੱਖ ਨੇ, ਹੁਣ ਤਾਂ ਸੋਸ਼ਲ ਮੀਡੀਆ ਨੇ ਇੰਨੇ ਕੈਮਰਿਆਂ ਦੀ ਅੱਖ। ਉਦੋਂ ਉਸੇ ਰਾਤ ਹੀ, ਜਦੋਂ ਇੱਥੇ ਰਾਤ ਸੀ ਉੱਥੇ ਸਵੇਰ ਸੀ, ਤੇ ਉਹ ਸਾਰੇ ਜ਼ੂਮ ਕਰ ਕਰਕੇ ਦਿਖਾ ਰਹੇ ਸੀ ਵੀ ਕੁਰਸੀਆਂ ਤਾਂ ਬੜੀਆਂ ਲਿਸ਼ਕੀਆਂ ਪੁਸ਼ਕੀਆਂ, ਲਾਲ ਰੰਗ ਦੀ ਜਿਹੜੀ ਹੈ ਜਿਵੇਂ ਪੂਰੀ ਚਾਦਰ ਵਿਛੀ ਹੋਏ, ਪਰ ਉਸ ਦੇ ਉੱਤੇ ਪਾਣੀ ਦੇ ਕਤਰੇ, ਪਾਣੀ ਦੀਆਂ ਬੂੰਦਾਂ ਉੱਤੋਂ ਅਸਮਾਨ ਤੋਂ ਰਹੀਆਂ ਨੇ, ਵਸ ਰਹੀਆਂ, ਔਰ ਉਹੀ ਰੌਣਕਾਂ ਲਾ ਰਹੀਆਂ, ਔਰ ਬਾਕੀ ਜਿਹੜਾ ਕੁਝ ਵੀ ਨਹੀਂ ਹੈ। ਲੋਕ ਕਹਿਣ ਲੱਗੇ ਵੀ ਬਿਲਕੁਲ ਹੀ ਇਹ ਤਾਂ ਬਿਲਕੁਲ ਹੀ ਗਿਆ ਮੋਦੀ ਦਾ, ਵੀ ਉਹਨਾਂ ਨੂੰ ਇੰਨਾ ਕੁ ਤਾਂ ਉੱਥੇ ਆਮ ਤੌਰ ਤੇ ਇਹ ਹੁੰਦਾ ਹੈ ਕਿ ਵੀ ਅੱਜ ਕੱਲ ਤਾਂ 300 ਰੁਪਏ ਦਾ ਬੰਦਾ ਮਿਲ ਜਾਂਦਾ। ਉਹ ਸਾਰੇ ਰੈਲੀਆਂ ਰੂਲੀਆਂ ਤੋਂ ਲਿਆ ਕੇ ਉਹ ਕਹਿੰਦਾ ਵੀ ਜਦੋਂ ਬੰਦੇ ਉਹਨਾਂ ਕੁਝ ਥਾਵਾਂ ਤੇ ਬੱਸਾਂ 'ਚ ਬਿਠਾ ਵੀ ਲਏ, ਰਾਜ ਕਿਸਾਨਾਂ ਨੇ ਰੋਕ ਲਏ, ਉਹ ਉਤਰ ਕੇ ਕਹਿੰਦੇ ਆ ਚੁੱਕੋ ਵਾਪਸ, ਅਸੀਂ ਕੁੱਟ ਨਹੀਂ ਖਾਣੀ। ਸੋ ਜ਼ਾਹਰ ਹੈ ਕਿ ਵੀ ਇਹ ਹਰ ਪੱਖ ਤੋਂ ਇਹ ਉਹਨਾਂ ਦਾ ਫਲॉप ਸ਼ੋਅ ਸੀ। ਔਰ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਉਹ ਕੁੱਲੂ ਤੋਂ ਮਨਾਲੀ ਵਾਲੀ ਬੱਸ ਦੀ ਕਹਾਣੀ, ਕਿ ਵੀ ਜੇ ਹੁਣ ਇੱਕ ਪਾਸੇ ਝੂਠਾ ਸਾਬਤ ਹੋ ਹੀ ਗਏ ਨੇ ਪੰਡਤ ਜੀ, ਤੇ ਹੁਣ ਦੂਜਾ ਉਹਦਾ ਕੀ ਬਹਾਨਾ ਬਣਾਉਣਾ। ਔਰ ਉਹ ਉਹਨਾਂ ਦੇ ਜਿਹੜੇ ਸਪਿਨ ਮਾਸਟਰ ਨੇ ਪ੍ਰੋਪੇਗੈਂਡੇ ਦੇ, ਉਹਨਾਂ ਨੇ ਮੋਦੀ ਦੇ ਬਠਿੰਡੇ ਪਹੁੰਚਦਿਆਂ ਹੀ ਉਹ ਕਰ ਲਿਆ। ਔਰ ਕਿਵੇਂ ANI ਜਿਹੜੀ ਇਹਨਾਂ ਦੀ ਰਾਹ ਦਾ ਆਪਣਾ ਮਾਊਥ ਪੀਸ ਹੈ। ਔਰ ਅੱਜ ਮੈਂ NDTV ਦੂਸਰੇ ਵੀ ਦੇਖ ਰਿਹਾ ਸੀ, ਉਹ ਪੁੱਛ ਰਹੇ ਨੇ ਕਿ ਵੀ ਉਹ ਅਧਿਕਾਰੀ ਕਿੱਥੇ ਹੈ, ਉਹ ਅਫੀਸ਼ੀਅਲ ਕਿੱਥੇ ਹੈ ਜਿਹਨੂੰ ਮੋਦੀ ਨੇ ਕਿਹਾ। ਤੇ ਜੇ ਮੋਦੀ ਨੇ ਕਿਸੇ ਅਫੀਸ਼ੀਅਲ ਨੂੰ ਕਿਹਾ ਤੇ ਮੋਦੀ ਨੇ ਪ੍ਰੋਟੋਕਾਲ ਨਹੀਂ ਤੋੜਿਆ ਹੈ, ਕਿ ਮੋਦੀ ਦਾ ਤਾਂ ਇੱਕ ਡੈਮੋਕ੍ਰੈਟਿਕਲੀ ਇਲੈਕਟਿਡ ਪ੍ਰਾਈਮ ਮਿਨਿਸਟਰ ਹੈ, ਉਹਨੇ ਜੇ ਕੋਈ ਗਿਲਾ ਕਰਨਾ ਸੀ ਡੈਮੋਕ੍ਰੈਟਿਕਲੀ ਇਲੈਕਟਿਡ ਚੀਫ ਮਿਨਿਸਟਰ ਨੂੰ ਕਰ ਸਕਦਾ ਸੀ। ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਈਵਨ ਇਹ ਵੀ, ਕਿਉਂਕਿ ANI ਤਾਂ ਸਿੱਧੀਆਂ ਡਾਇਰੈਕਸ਼ਨਸ ਆਪਣੇ ਆਕਾਵਾਂ ਕੋਲੋਂ ਲੈਂਦੀਆਂ ਨੇ, ਰਾਹ ਔਰ IB ਮਾਸਟਰਸ ਤੋਂ, ਅਜੀਤ ਡੋਵਲ ਇਹਨਾਂ ਦਾ ਅੱਜਕੱਲ ਸਭ ਦਾ ਪਿਓ ਹੈ, ਉਹਨਾਂ ਨੇ ਹੀ ਇੱਕ ਜਨਰੇਟ ਕਰ ਦਿੱਤਾ। ਔਰ ਮੋਦੀ ਦੇ ਵਾਪਸ ਦਿੱਲੀ ਪਹੁੰਚਦਿਆਂ ਤੱਕ ਅਗਲੇ 24 ਘੰਟੇ 'ਚ ਫਿਰ ਅਸੀਂ ਦੇਖਦੇ ਹਾਂ ਕਿ ਦਿੱਲੀ, ਭੋਪਾਲ, ਮਾਨਸਾ ਦੇਵੀ ਮੰਦਿਰ ਤੋਂ ਲੈ ਕੇ BJP ਰੂਲਡ ਸਟੇਟਾਂ ਦੇ ਵਿੱਚ
ਮਰਤਿੰਜੂ ਯੱਗ ਸ਼ੁਰੂ ਹੋ ਗਿਆ। ਔਰ ਸ਼ਾਇਦ ਮਰਤਿੰਜੂ ਯੱਗ ਦਾ ਵੀ ਲਫ਼ਜ਼ ਬਹੁਤਿਆਂ ਨੂੰ ਪਤਾ ਨਾ ਲੱਗਦਾ ਜੇ ਸਤਪਾਲ ਮਲਕ ਨੇ ਇਹਦੀ ਵਿਆਖਿਆ ਨਾ ਕੀਤੀ ਹੁੰਦੀ ਕਿ ਭਾਈ ਉਦੋਂ ਹੀ ਬਹੁਤਿਆਂ ਨੇ ਜਾ ਕੇ ਦੇਖਿਆ ਵੀ ਹੈ ਕਿ ਉਹ ਸਤਪਾਲ ਮਲਕ ਨੇ ਜਦੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਉਹਨੇ ਕਿਹਾ ਕਿ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਿੱਖ ਜਿਸ ਦੇ ਪਿੱਛੇ ਪੈ ਜਾਣ ਉਹਨੂੰ ਛੱਡਦੇ ਨਹੀਂ। ਉਹਨੇ ਇੰਦਰਾ ਗਾਂਧੀ ਨੇ ਉਹਨਾਂ ਦਾ ਅਕਾਲ ਤਖਤ ਤੋੜਿਆ ਸੀ ਔਰ ਉਹਨਾਂ ਨੇ ਇੰਦਰਾ ਗਾਂਧੀ ਨੂੰ ਨਹੀਂ ਛੱਡਿਆ, ਵੈਦਿਆ ਨੂੰ ਨਹੀਂ ਛੱਡਿਆ। ਫਿਰ ਉਹਨੇ ਕਿਹਾ ਇੰਦਰਾ ਗਾਂਧੀ ਨੇ ਤਾਂ ਈਵਨ ਮਰਤਿੰਜੂ ਯੱਗ ਵੀ ਕਰਵਾਇਆ ਔਰ ਕਹਿੰਦੇ ਮੈਂ ਤਾਂ ਉਹਨੂੰ ਜਿਹਨੇ ਉਹਨੂੰ ਦੱਸਿਆ ਕਿ ਵੀ ਉਹ ਕਰਵਾ ਰਹੀ ਹੈ ਉਹਨਾਂ ਨੇ ਨਾਂ ਵੀ ਲਿਆ तो उन्होंने कहा कि जी मैं क्या भी वो तो मानती नहीं है इन चीज़ों को। कहते नहीं नहीं अब मानती है, वो कहती है सिखों ने छोड़ना नहीं है। अब वो मृत्युंजय यज्ञ करवा रही। उदों सब नूं पता लगा भी शिव जी नूं अपीज करन दे लई एक खास किस्म दा जिहदे च बहुत सारा खर्चा हुंदा है, बहुत वड्डी गिणती दे विच पंडित बैठ के जाप करदे ने। हुंदा वैसे अर्ली मॉर्निंग आवर्स दे विच उस दा किन्ने लख जाप उहदे नाल जोड़ के फिर शिव जी दे कोल पटीशन हुंदी है तो वो भी जे अगों पार्वती सिफारिश कर दे तो फिर ही शिव जी मनेगा। सो हो सकता है मृत्युंजय दे नाल पंडितां ने एक होर भी रखा होना है कि भी पार्वती की प्रसन्नता का यज्ञ तो फिर पार्वती भी तां खुश होएगी जो ब्राह्मण खुश होणगे। सो ब्राह्मणां दी जिहड़ी है वो दक्षिणा और उन्हां दे लई भी कुछ होएगा। पर क्योंकि ये गल मैनूं नहीं अज उन्हां दा एक कांग्रेस दा ही जिहड़ा स्पोक्समैन है वो कह रहा सी, कहंदा क्या ये ड्रामे कर रहे हैं मृत्युंजय यज्ञ 12 बजे कहना 12 बजे होंदा मृत्युंजय यज्ञ ते सवेरे होंदा कि भी ये तो साडे धर्म दियां भी, लेकिन इहदे च कोई शक नहीं है एक गल दा क्रेडिट जरूर RSS BJP नूं देना बनदा है कि किवें इन्हां ने सचमुच मोदी नूं इह दस दित्ता जां तां RSS ने फैसला कर लिया कि मोदी नूं हुण मारना, इहनूं जीउण नहीं देना। ਤੁਸੀਂ ਜੀਂਦੇ ਦਾ ਚੰਗੇ ਭਲੇ ਦਾ ਔਰ ਇੱਕ ਨੇ ਕਿਹਾ ਵੀ ਇਹ ਉਹਨੇ ਕਿਹਾ ਚੰਨੀ ਨੇ ਕਹਿੰਦਾ ਵੀ ਇਹ ਮਰਤਿੰਜੂ ਯੱਗਿਆ ਕਿ ਮੋਦੀ ਬਿਮਾਰ ਹੈ ਕੁਝ ਹੋਰ ਹੈ, ਤੁਸੀਂ ਕਿਸੇ ਦੀ ਉਮਰ ਤਾਂ ਮੰਗਦੇ ਹੋ ਜਿਹਨੂੰ ਕੋਈ ਪ੍ਰੋਬਲਮ ਉਹਨੂੰ ਕੋਈ ਪ੍ਰੋਬਲਮ ਹੈ। ਉਹਨੇ ਕਿਹਾ ਇੱਥੇ ਕਿਸੇ ਨੇ ਕੋਈ ਕਿਹਾ ਨਹੀਂ, ਕੋਈ ਨੇੜੇ ਨਹੀਂ ਗਿਆ। ਹੁਣ ਤਾਂ ਉਹ ਵੀ ਵੀਡੀਓ ਆ ਗਈ ਸਾਹਮਣੇ ਕਿ ਉਹ ਕੁੱਲੂ ਦੀ ਟੋਪੀ ਪਾਉਣ ਵਾਲਾ ਜਿਹੜਾ ਇੱਕ ਹੈ ਉਹ ਹਿਮਾਚਲੀਆਂ ਦੀ ਭੀੜ ਹੈ ਜਿਹੜੀ ਮੋਦੀ ਨੂੰ ਮੋਦੀ ਜ਼ਿੰਦਾਬਾਦ ਝੰਡਾ ਹੀ BJP ਦਾ, ਕਿਸਾਨ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ ਆਏ। ਉਹਨੇ ਕਿਹਾ ਨਾ ਉਹ ਕਿਤੇ ਜ਼ਖਮੀ ਹੋਇਆ, ਨਾ ਕਿਸੇ ਨੇ ਉਹਨੂੰ ਕੁਝ ਕਿਹਾ, ਨਾ ਉਹ ਬਿਮਾਰ ਹੈ। ਉਹਨੂੰ ਵਿਚਾਰ ਇਹ ਤਾਂ ਨਹੀਂ ਕਰ ਰਹੇ ਵੀ ਯੱਗ ਪੁੱਠਾ ਪਾਣਾ ਕਿ ਉਹਨਾਂ ਨੂੰ ਲੱਗਦਾ ਵੀ ਇਹਨੂੰ ਮਾਰੋ ਤੇ ਉਹ ਤੁਸੀਂ ਉਹਦਾ ਪੜ ਰਹੇ ਹੋ। ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਹੈ ਜਿਹੜਾ ਮੈਂ ਕਿਹਾ ਵੀ ਸਿਫਤ ਕਰਨੀ ਬਣਦੀ ਹੈ ਕਿ ਕਿਵੇਂ। ਵੈਸੇ ਤਾਂ ਜਦੋਂ ਤੁਸੀਂ ਜਹਾਜ਼ਾਂ 'ਚ ਸਫ਼ਰ ਕਰਦੇ ਹੋ ਤਾਂ 에ਅਰ ਹੋਸਟੈਸਿਸ ਦੇ ਜਿਵੇਂ ਉਹ ਉਹਨਾਂ ਦੀ ਅਨਾਉਂਸ ਕਰ ਰਹੀ ਹੁੰਦੀ ਹੈ ਕਿ ਬੈਲਟ ਬੰਨ ਲਓ, ਸਾਰੇ ਬੀਬੇ ਬੱਚਿਆਂ ਦੀ ਤਰ੍ਹਾਂ ਬੈਲਟ ਬੰਨ ਰਹੇ ਨੇ, ਟੇਬਲ ਉੱਥੇ ਕਰ ਲਓ, ਪਿਛਲੀ ਕੁਰਸੀ ਅੱਗੇ ਕਰ ਲਓ। ਉਦੋਂ ਤੁਸੀਂ ਦੇਖੋ ਵੀ ਅੱਗੇ ਤੋਂ ਪਿੱਛੇ ਤੱਕ ਲੱਗਦਾ ਵੀ ਇਹ ਇਦਾਂ ਤਾਂ ਸਕੂਲ ਵਾਲਾ ਟੀਚਰ ਦਾ ਹੁਕਮ ਮੰਨਦੇ ਹੋ, ਪਰ ਮੰਨਣਾ ਪੈਂਦਾ ਨਹੀਂ ਤਾਂ ਰਾਹ ਦੇਣਗੇ ਥੱਲੇ। ਸੋ ਇਵੇਂ ਹੀ ਜਿਵੇਂ ਉਹਨਾਂ ਨੇ RSS ਦੇ ਨਾਗਪੁਰ ਵਾਲਿਆਂ ਨੇ ਕੀਤਾ ਵੀ ਸੀਟ ਬੈਲਟ ਬੰਨੋ, ਸਭ ਨੇ ਬੈਲਟ ਬੰਨ ਲਈ। अब मृत्युंजय यज्ञ हाथ में पकड़ लो, सारे ब्राह्मण भी आ गए, सारे पासे आ गए, पूरे यज्ञ शुरू हो गए। और नाल दी नाल उन्होंने जिवें सोशल मीडिया दे 2-2 रुपये दे ਜਿਹੜੇ ਟਵੀਟ ਕਰਕੇ 2 ਰੁਪਏ ਕਹਿੰਦੇ ਨੇ ਸ਼ਾਮ ਨੂੰ ਬਿੱਲ ਦੇ ਦਿੰਦੇ ਨੇ, ਦੇਖ ਮੈਂ ਰੀਟਵੀਟ ਇੰਨੇ ਅੱਗੋਂ ਕੀਤੇ, ਇੰਨੇ ਉਹ ਵੀ ਸਾਰੇ ਐਕਟਿਵ ਕਰ ਦਿੱਤੇ। ਸੋ ਇਹ ਜਦੋਂ ਅਸੀਂ ਕਹਿੰਦੇ ਆ ਕਿ ਭਾਈ ਇਹ ਫੋਨੀ ਗਲਿਟਰਿੰਗ ਹੈ, ਫੋਨੀ ਝੂਠੇ ਤੁਸੀਂ ਚਮਕ ਦਮਕ ਦਿਖਾ ਰਹੇ ਹੋ। ਔਰ ਕੱਲਾ ਇਹ ਨਹੀਂ ਕਿ ਉੱਥੇ ਉਹ ਵੀ ਕਿੰਨੀ ਮਿਹਨਤ ਕਰ ਰਹੇ ਨੇ ਜਿਹੜੇ ਜਿਹਨੂੰ ਕਹਿੰਦੇ ਨੇ ਬਈ ਉਲਟਬਾਜ਼ੀਆਂ ਲਾ ਰਹੇ ਨੇ। ਹੁਣ ਉਲਟਬਾਜ਼ੀਆਂ ਤੁਸੀਂ ਦੇਖੋ ਕਿ ਬਈ ਮਿਨਿਸਟਰੀ ਆਫ Home Affairs team visits Firozpur to investigate security lapses during PM's visit। ਹੁਣ ਫੌਰਨ ਉਹਨਾਂ ਦੀ ਟੀਮ ਪਹੁੰਚ ਗਈ, ਉਹਨਾਂ ਨੇ ਉੱਥੇ ਜਾ ਕੇ ਸ਼ੁਰੂ ਵੀ ਕਰ ਲਿਆ। PM's security breach, Ministry of Home Affairs issues show cause notice to Bathinda SSP, 5 other officers, warrants of disciplinary action। ਉਹਨਾਂ ਨੂੰ ਵੀ ਨੋਟਿਸ ਉਹਨਾਂ ਕਿਹਾ ਜੀ ਇਹ ਔਰ ਆਲਰੇਡੀ ਉਹਨਾਂ ਦਾ SSP ਨੂੰ ਫਿਰੋਜ਼ਪੁਰ ਦੇ ਸਸਪੈਂਡ ਕੀਤਾ ਹੈ, 5 ਹੋਰ ਆਫੀਸਰਸ ਨੂੰ ਡਿਸਪਲਿਨਰੀ ਐਕਸ਼ਨ ਦੀ ਧਮਕੀ ਦਿੱਤੀ ਹੈ। ਫਿਰ ਉਹਨਾਂ ਨੂੰ ਸੁਪਰੀਮ ਕੋਰਟ ਜਿਹਦੇ ਕੋਲ ਕੋਈ ਵਕਤ ਨਹੀਂ ਹੈ 2 ਸਾਲ ਤੋਂ ਜੋ ਕਸ਼ਮੀਰ 'ਚ ਹੋ ਰਿਹਾ ਹੈ, 200 ਤੋਂ ਜ਼ਿਆਦਾ ਪੈਟੀਸ਼ਨਸ ਨੇ ਉਹਦੀ ਸੁਣਵਾਈ ਕਰਨ ਦੀ। ਇਧਰ ਸਿੱਖ ਨਸਲਕੁਸ਼ੀ ਗੁਜਰਾਤ ਦੇ 2002 ਦੇ ਸੁਪਰੀਮ ਕੋਰਟ ਟੈਲਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਰਜਿਸਟਰਾਰ ਜਨਰਲ ਟੂ ਸਿਕਿਉਰ ਆਲ ਰਿਕਾਰਡਸ ਔਨ PM ਸਿਕਿਉਰਿਟੀ ਬ੍ਰੀਚ।
और ये बेंच लैड बाय चीफ जस्टिस ऑफ इंडिया, उन्होंने बाकी सारे काम छड़ के चीफ जस्टिस रामना NV Ramana asked panel set up by Centre and Punjab not to go ahead with their respective probe for time being and posted the matter for hearing January 10. The foreign hearing 10 जनवरी ਦੀ hearing ਸੱਦ ਰਹੀ ਹੈ। ਉਹਨਾਂ ਨੂੰ ਕਿਹਾ ਜੀ ਤੁਸੀਂ ਅਜੇ ਨਾ ਕਰੋ, ਔਰ ਚੀਫ ਜਸਟਿਸ ਜਿਹੜਾ ਖੁਦ ਜਿਹਨੂੰ ਹਿੰਦੀ ਵਾਲੇ ਕਹਿ ਰਹੇ ਨੇ ਉਹਨਾਂ ਨੇ ਖੁਦ ਸੰਗਿਆਨ ਲਿਆ, ਔਰ ਚੀਫ ਮਿਨਿਸਟਰ ਹਰਿਆਣੇ ਦਾ ਖੱਟੜ ਜਿਹੜਾ ਨਕਮਾ ਮਾਈਨੋਰਿਟੀ ਜਿਨ੍ਹਾਂ ਦੀ ਪਾਰਟੀ ਨੂੰ ਘੱਟ ਸੀਟਾਂ ਮਿਲੀਆਂ, ਔਰ ਉਹਨਾਂ ਨੇ ਖੁਦ ਕਿਸ ਲੈਵਲ ਦੀ ਵਾਇਲੈਂਸ ਕਰਨਾਲ ਔਰ ਤੋਂ ਲੈ ਕੇ ਦਿੱਲੀ 'ਚ ਕਰਵਾਈ ਸੀ ਜਦੋਂ ਜਾਟ ਰਿਜ਼ਰਵੇਸ਼ਨ ਦਾ ਇਸ਼ੂ ਚੱਲ ਰਿਹਾ ਸੀ, ਉਹ ਆਪਣੇ ਹੋਮ ਮਿਨਿਸਟਰ ਨੂੰ ਲੈ ਕੇ ਗਵਰਨਰ ਪੰਜਾਬ ਦੇ ਨੂੰ ਮਿਲ ਰਿਹਾ ਔਰ ਇਹ ਕਹਿ ਰਿਹਾ ਕਿ ਜੀ ਇਹ ਰਿਜ਼ਾਈਨ ਮੰਗੋ, ਇਹਨੂੰ ਡਿਸਮਿਸ ਕਰੋ ਪੰਜਾਬ ਗਵਰਨਮੈਂਟ ਨੂੰ, ਪ੍ਰੈਜ਼ੀਡੈਂਟ ਰੂਲ। ਹੁਣ ਇਸ ਹੱਦ ਤੱਕ ਸੋ ਕਾਲਡ ਜਮਹੂਰੀਅਤ ਦਾ ਜਲੂਸ ਕੱਢ ਰਹੇ ਨੇ ਕਿ ਹੁਣ ਹਰਿਆਣੇ ਦਾ ਚੀਫ ਮਿਨਿਸਟਰ, ਉਹ ਹਰਿਆਣਾ ਜਿਹੜਾ ਆਕਾਰ 'ਚ ਵੀ ਛੋਟਾ ਹੈ ਔਰ ਘੱਟ ਉਹਨਾਂ ਦੇ MLA ਨੇ, ਉਹ ਕਹਿ ਰਿਹਾ ਕਿ ਫੈਲੋ ਗਵਰਨਮੈਂਟ ਨੂੰ ਡਿਸਮਿਸ ਕਰੋ। ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਕਿੰਨੀ ਇਹਨਾਂ ਦੇ, ਔਰ ਕੱਲਾ ਇੱਥੇ ਨਹੀਂ, ਹਰਿਆਣਾ CM ਖੱਟੜ ਹੋਲਡ ਯਗਨ ਫॉर ਮੋਦੀਜ਼ ਲੌਂਗ ਲਾਈਫ ਡਿਮਾਂਡਸ ਡਿਸਮਿਸਲ ਆਫ ਚੰਨੀ ਗਵਰਨਮੈਂਟ, ਔਰ ਉਹਨੇ ਮਾਨਸਾ ਦੇਵੀ ਟੈਂਪਲ 'ਚ ਪਹੁੰਚ ਗਿਆ, ਉੱਥੇ ਜਾ ਕੇ ਹਵਨ ਕਰ ਰਿਹਾ, ਔਰ ਇਹ ਠੀਕ ਕਿਹਾ ਚੰਨੀ ਨੇ, ਉਹਨੇ ਕਿਹਾ ਵੀ ਅਸੀਂ ਉੱਥੇ ਗੋਲੀ ਚਲਾ ਦਿੰਦੇ, ਦੂਜਾ ਕਰ ਦਿੰਦੇ। ਮੈਂ ਦੇਖੋ ਆਮ ਲੋਕਾਂ ਜੋ ਇੱਕ ਮੀਡੀਆ ਵਾਲਾ ਬੈਠਾ ਉਹਨੂੰ ਨਾਲ ਲੈ ਗਿਆ ਲੋਕਾਂ ਨੇ, ਮੈਂ ਜਾ ਰਿਹਾ ਕਹਿੰਦਾ, ਉਹ ਘਬਰਾਏ, ਉਹ ਕਹਿੰਦਾ ਦੇਖੋ ਲੋਕਾਂ ਦੇ ਇਲੈਕਟਿਡ ਲੋਕ ਨੇ, ਲੋਕਾਂ ਕੋਲ ਹੱਕ ਹੁੰਦਾ ਹੈ ਕਿ ਵੀ ਉਹ ਪ੍ਰੋਟੈਸਟ ਕਰਨ, ਕਿਸੇ ਨੇ ਕੋਈ ਕਿਹਾ ਨਹੀਂ, ਕਿਸੇ ਨੇ ਈਵਨ ਨਾਰਾ ਤੱਕ ਨਹੀਂ ਲਾਇਆ, ਔਰ ਇਸ ਸਾਰੇ ਦੇ ਚੱਲਦੇ ਆ ਇਹਦੇ ਤੇ ਠੀਕ ਹੈ ਭਾਵੇਂ ਚੰਨੀ ਜਾਂ ਨਵਜੋਤ ਸਿੱਧੂ ਇਹਨਾਂ ਦਾ ਕੋਈ ਆਪਣੇ ਲੈਵਲ ਦੇ ਉੱਤੇ ਅਜੇ ਇਹਨਾਂ ਨੇ ਕੀ ਰੁਖ ਲੈਣਾ ਪਤਾ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵਿਦਨ ਕਾਂਗਰਸ ਜਿਹੜੇ ਇਹਨਾਂ ਦਾ ਸੁਨੀਲ ਜਾਖੜ, ਮਨੋਜ ਤਿਵਾੜੀ, ਇਹ ਸਾਰੇ ਖੁੱਲ੍ਹ ਕੇ BJP ਦੇ ਹੱਕ 'ਚ ਭੁਗਤੇ ਨੇ। ਬਾਦਲਾਂ ਨੇ ਬਿਲਕੁਲ ਹੀ ਜਿਹੜੀ ਹੈ ਖੇ ਸਿਰ 'ਚ ਪਵਾਈ ਹੈ, ਔਰ ਆਪਣੇ ਸਿਰ 'ਚ ਤਾਂ ਪਵਾ ਹੀ ਰਹੇ ਨੇ। ਈਵਨ ਅਕਾਲ ਤਖਤ ਦਾ ਐਕਟਿੰਗ ਜਥੇਦਾਰ ਤੋਂ ਐਕਟਿੰਗ ਕਰਵਾ ਰਹੇ ਨੇ। ਅਕਾਲ ਤਖਤ ਜਥੇਦਾਰ ਡਿਨਾਉਂਸਿਸ PM ਸਿਕਿਉਰਿਟੀ ਬ੍ਰੀਚ, ਪਲੀਡਸ ਅਗੇਂਸਟ ਬਲੇਮਿੰਗ ਸਿੱਖਸ ਫॉर ਇਟ। ਹੁਣ ਉਹ ਵੀ ਕਹਿ ਰਿਹਾ ਜੀ ਦੇਖੋ ਬਲੀਚ ਹੋਈ, ਫਲਾਣਾ ਹੋਇਆ ਇਹਨਾਂ ਨੂੰ, ਔਰ ਇਹ ਵੀ ਤੇਰਾ ਕੀ ਕੰਮ ਹੈ, ਇਹ ਸਾਰੇ ਉਹੀ ਬਾਦਲਾਂ ਦਾ ਪੱਖ ਪੂਰਨ, ਕਿਉਂਕਿ ਵੱਡੇ ਬਾਦਲ ਨੇ ਕਹਿ ਦਿੱਤਾ ਜੀ ਕਿ ਬ੍ਰੀਚ ਹੋਇਆ, ਚੰਨੀ ਨੂੰ ਖੁਦ ਜਾਣਾ ਚਾਹੀਦਾ ਸੀ ਮੋਦੀ ਨੂੰ ਰਿਸੀਵ ਕਰਨ ਦੇ ਲਈ। ਇਹੀ ਲਾਈਨ ਭਗਵੰਤ ਮਾਨ, ਹੁਣ ਅਦਰਵਾਈਜ਼ ਉਹ ਭੰਡ ਜਿਹੜਾ ਸਾਰਾ ਦਿਨ ਚੁਟਕਲੇ ਸੁਣਾਉਣ ਤੇ ਰਹਿੰਦਾ, ਇੱਥੇ ਆ ਕੇ ਉਹਦੀ ਪੰਜਾਬੀਅਤ ਔਰ ਦੂਜੀ ਸਾਰੀ ਖਤਮ ਹੋ ਗਈ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਸਮਝਦਾ ਵੀ ਚੰਨੀ ਔਰ ਨਵਜੋਤ ਸਿੱਧੂ ਇਹਨਾਂ ਨੇ ਫਰਮ ਸਟੈਂਡ ਲਿਆ ਜਿਹੜਾ ਸੱਚਮੁੱਚ ਪੰਜਾਬ ਦਾ ਹਰ ਵਾਸੀ ਸੋਚਦਾ ਹੈ। ਜਿਵੇਂ ਸਿੱਧੂ ਨੇ ਕਿਹਾ ਵਾਈ ਸਕੇਅਰ ਓਵਰ PM ਮੋਦੀਜ਼ 15 ਮਿੰਟ ਸਟਾਪ, ਫਾਰਮਰਸ ਵੇਟਡ ਫॉर ਅ ਈਅਰ। ਉਹਨੇ ਕਿਹਾ ਕਿਸਾਨ ਉੱਥੇ 13 ਮਹੀਨੇ ਡੀਕਦੇ ਰਹੇ ਨੇ ਬੈਠੇ ਸਾਲ, ਇਹ 15 ਮਿੰਟ ਦੀ ਇੰਤਜ਼ਾਰ ਤੋਂ ਬਾਅਦ ਥੱਕ ਕੇ ਤੁਰ ਗਿਆ ਕਿ ਭਾਈ ਇਹ ਸਾਰਾ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ BJP ਦਾ ਬੱਬਲ ਕ੍ਰੀਏਟ ਕੀਤਾ ਸੀ ਇਹਨਾਂ ਨੇ ਕਿ ਵੀ ਆ ਗਿਆ, ਰੈਲੀ ਹੋ ਗਈ, ਅਮਰਿੰਦਰ ਵੀ ਸਾਡੇ ਨਾਲ ਆ ਗਿਆ, ਰਾਣਾ ਸੋਢੀ ਵੀ ਆ ਗਿਆ, ਫਤਿਹ ਜੰਗ ਬਾਜਵਾ ਵੀ, ਉਹ ਬਾਕੀਆਂ ਦੇ ਵੀ ਲਾਈਨ ਉੱਥੇ ਉਹਨਾਂ ਨੇ ਲਵਾਣੀ ਸੀ। ਉਹਨੇ ਜਿਹਨੂੰ ਇੱਕ ਸਿੰਪਲ ਕਿ ਬੱਬਲ ਬਸਟਡ, ਜਿਹੜਾ ਬੱਬਲ ਕ੍ਰੀਏਟ ਕੀਤਾ ਸੀ ਉਹਦਾ ਕੰਮ ਹੋ ਗਿਆ। ਔਰ ਇਹ ਉਹਨੇ ਠੀਕ ਕਿਹਾ ਕਿ ਸਿਕਿਉਰਿਟੀ ਬੀਚ ਡਰਾਮਾ ਜਿਹੜਾ ਇਹਨਾਂ ਨੇ ਕ੍ਰੀਏਟ ਕੀਤਾ, ਔਰ ਹੁਣ ਇਸ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਹੜਾ ਬਦ ਅਖਲਾਕ, ਬਦ ਕਿਰਦਾਰ, ਬਦ ਜ਼ਬਾਨ, ਬਦ ਸ਼ਕਲ, ਔਰ ਹੁਣ ਤਾਂ ਉਸ ਦੇ ਨਾਲ ਹੋਰ ਵੀ ਜਿੰਨੇ ਮਰਜ਼ੀ ਵੱਧ ਲਾ ਲਓ, ਉਹ ਇਹ ਕਹਿ ਰਿਹਾ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨਾ ਕੀਤੇ ਜਾਣ ਤੇ ਦੁਨੀਆ ਭਰ 'ਚ ਪੰਜਾਬ ਦਾ ਨਾਂ ਖਰਾਬ ਹੋਇਆ। ਨਹੀਂ ਹੋਇਆ ਇਹ ਹੈ ਵੀ ਹੁਣ ਇਹਨੂੰ ਮਿਲਣ ਨੂੰ ਟਾਈਮ ਹੀ ਨਹੀਂ ਦੇਣਾ। ਉਹਨੇ ਕਹਿਣਾ ਓਏ ਤੂੰ ਇੰਨੇ ਮਾਰਦਾ ਸੀ ਯੱਕੜ ਕਿ ਵੀ 25 MLA ਮੇਰੇ ਨਾਲ ਨੇ, ਪਟਿਆਲੇ 'ਚ ਤੂੰ ਬੈਠਾ ਹੈ ਜਾਂ ਦੂਜਾ, ਬੰਦੇ ਤੁਹਾਡੇ ਕਿੱਥੇ ਨੇ, ਕੁਰਸੀਆਂ ਖਾਲੀ, ਘੱਟੋ ਘੱਟ ਹੋਰ ਨਹੀਂ ਕੋਈ ਜਾਲੀ ਜੇ ਬੰਦੇ ਹੀ ਲਿਆ ਕੇ ਬਿਠਾ ਦਿੰਦੇ। ਸੋ ਇਹਨਾਂ ਸਾਰਿਆਂ ਦਾ ਹੀ ਜਲੂਸ, ਗੱਲ ਇਹ ਨਹੀਂ ਹੈ। ਕਈ ਵਾਰ ਦੇਖੋ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ। ਅਸੀਂ ਬਹੁਤ ਵਾਰ ਇਨਸਾਨੀ ਲੋਕ ਇਹਨਾਂ ਮਾਇਆਧਾਰੀਆਂ ਤਾਕਤ ਦੇ ਅੰਨੇ ਲੋਕਾਂ ਦੇ ਜਿਹੜੀ ਤਾਮ ਝਾਮ ਨੂੰ ਦੇਖ ਕੇ ਕਈ ਵਾਰੀ ਸਮਝਦੇ ਆ ਕਿ ਜੀ ਇਹ ਤਾਂ ਹੁਣ ਅਜ਼ਲਾਂ ਤੱਕ ਇਹਨਾਂ ਦਾ ਹੀ ਰਹੇਗਾ, ਇਹਨਾਂ ਦੇ ਅੱਗੇ ਕੌਣ ਖਲੋਏਗਾ। ਪਰ ਕਈ ਵਾਰੀ ਕੁਦਰਤ ਇੱਕ ਆਪਣੇ ਜਲਵੇ ਦੇ ਨਾਲ ਕਈਆਂ ਨੂੰ ਡੇਗ ਦਿੰਦੀ ਹੈ। ਸੋ ਇਸ ਸਾਰੇ ਨੇ ਜਿੱਥੇ ਮੋਦੀ ਇੱਕ ਤਾਂ ਗਰੂਰ ਮੋਦੀ ਦਾ ਤੋੜਿਆ ਹੀ ਸੀ ਜਦੋਂ ਕਿਸਾਨ ਕਾਨੂੰਨ ਵਾਪਸ ਲਏ, ਦੂਸਰਾ ਪੰਜਾਬ ਦੇ ਲੋਕਾਂ ਨੇ ਦੱਸਿਆ ਕਿ ਯੂ ਆਰ ਨਾਟ ਵੈਲਕਮ ਹੀਅਰ, ਤੂੰ ਇਹ ਸਮਝੇ ਕਿ ਵੀ
ਤੂੰ ਹੱਥ ਦੇ ਵਿੱਚ ਉਹ ਲੋਲੀਪੌਪ ਜੇ ਦਿਖਾ ਕੇ ਸਾਨੂੰ ਕਰ ਸਕਦੇ। ਤੇ ਨਾਲ ਦੀ ਨਾਲ ਇਹ ਸਾਰੇ ਕੁੱਤੇ ਜਿਨ੍ਹਾਂ ਦੀਆਂ ਜਿਹੜੇ ਉਹਨਾਂ ਨੇ ਖਰੀਦ ਕੇ ਬਾਉਂ ਬਾਉਂ ਕਰਨ ਲਈ ਆਪਣੇ ਲੋਕਾਂ ਲਈ ਰੱਖੇ, ਉਹ ਅਮਰਿੰਦਰ ਹੋਏ, ਢੀਂਡਸਾ ਹੋਏ, ਉਹ ਮੋਹਕਮ ਸਿੰਘ ਬਰਾਂਡ ਲੋਕ ਹੋਣ ਜਾਂ ਜਿਹੜੇ ਹੋਰ ਜਾਣ ਦੇ ਲਈ ਤਿਆਰ ਬੈਠੇ ਸੀ, ਉਹ ਸਾਰੇ ਵੀ ਇੱਕੋ ਖਾਨੇ ਚਿੱਤ। ਔਰ ਇਹਦੇ ਨਾਲ ਨਾਲ ਉਹ ਜਿਹੜੇ 20-22 ਜਥੇਬੰਦੀਆਂ ਕਿਸਾਨਾਂ ਦੀਆਂ ਜਿਹੜੀਆਂ ਦਿੱਲੀ ਬੈਠ ਕੇ ਜਿਹੜਾ ਉਹ ਡਿਕਟੇਟ ਕਰ ਕੇਸਰੀ ਨਿਸ਼ਾਨ ਨਹੀਂ, ਸਿੱਖੀ ਆਪਣੇ ਘਰ ਛੱਡ ਕੇ ਆਓ, ਏਕਤਾ ਤੋੜ ਰਹੇ ਨੇ, ਇਹ ਫਲਾਣਾ ਜਿਹੜਾ ਉਹ ਬੀਜੇਪੀ ਦਾ ਬੰਦਾ ਤੇ ਟਮਕਾ, ਉਹ ਸਾਰੇ ਵੀ ਐਨ ਜਿਹੜੇ ਨੇ ਸੋਢੇ ਦੀ ਝੱਗ ਵਾਂਗ ਕੁਦਰਤ ਨੇ ਬਿਠਾ ਦਿੱਤੇ ਨੇ। ਹੁਣ ਇਸ ਵੇਲੇ ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਸਿੱਖ ਕੌਮ ਜਿਹੜੀ ਹੈ ਇਸ ਚੋਂ ਵੀ ਮਜ਼ਬੂਤ ਹੋ ਕੇ ਨਿਕਲੀ ਹੈ, ਲੇਕਿਨ ਜਿਹੜੇ ਹੋਰ ਇਹਦੇ ਨਾਲ ਜੁੜੇ ਹੋਏ ਖਦਸ਼ੇ ਨੇ, ਕਿਉਂਕਿ ਦੁਸ਼ਮਣ ਅੰਤਾਂ ਦਾ ਕਮੀਨਾ ਹੈ, ਕਿਸ ਹੱਦ ਤੱਕ ਜਾ ਸਕਦਾ ਹੈ, ਉਹਨਾਂ ਪਾਰਟਸ ਨੂੰ ਵੀ ਅਸੀਂ ਡਿਸਕਸ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੀ ਪਾਰਟੀ, ਸਟੇਟ ਅਤੇ ਬੀਜੇਪੀ ਸੱਚਮੁੱਚ ਸਿੱਖ ਕੌਮ ਅਤੇ ਪੰਜਾਬ ਤੋਂ ਖੌਫਜ਼ਦਾ ਹੈ, ਜਾਂ ਫਿਰ ਇਹ ਸਾਰੀ ਨੁਟੰਕੀ ਸਿੱਖਾਂ ਦੀ ਨਸਲਕੁਸ਼ੀ ਕਰਕੇ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਦੋ ਤਰ੍ਹਾਂ ਦੀਆਂ ਜਦੋਂ ਅਸੀਂ ਪ੍ਰਤੀਕਿਰਿਆਵਾਂ ਜਾਂ ਰਿਐਕਸ਼ਨਸ ਦੀ ਗੱਲ ਕਰਦੇ ਹਾਂ, ਉਹ ਜੋ ਲੇਟੈਸਟ 5 ਜਨਵਰੀ ਤੋਂ ਅੱਜ ਜਦੋਂ ਅਸੀਂ 7 ਜਨਵਰੀ ਨੂੰ ਗੱਲ ਕਰ ਰਹੇ ਹਾਂ, ਇਹਨਾਂ 48 ਘੰਟਿਆਂ ਦੇ ਵਿੱਚ ਜਿਹੜਾ ਇੱਕ ਮਾਹੌਲ ਸਿਰਜਿਆ ਗਿਆ, ਇੱਕ ਪਾਸੇ ਤਾਂ ਜਿਹੜੇ ਅੰਦਰੂਨੀ ਸਾਰੀ ਕਹਾਣੀ ਨੂੰ ਸਮਝਦੇ ਨੇ ਔਰ ਉਹ ਇਹ ਸਮਝਦੇ ਨੇ ਕਿ ਵੀ ਇਹਨਾਂ ਨੇ ਜੋ ਇਹ ਸਮਝਿਆ ਸੀ ਕਿ ਵੀ ਅਸੀਂ 20 ਕਰੋੜ ਮੁਸਲਮਾਨਾਂ ਨੂੰ ਰੋਂਦ ਕੇ ਰੱਖ ਦਿੱਤਾ ਸੀ ਭਾਰਤ ਦੇ ਨਕਸ਼ੇ 'ਚ, CAA ਔਰ ਦੂਸਰੇ ਕਾਨੂੰਨ, ਕਸ਼ਮੀਰ ਜਿਸ ਦਾ ਇੰਟਰਨੈਸ਼ਨਲ ਰੁਤਬਾ ਸੀ, UN ਦੇ ਵਿੱਚ ਜਿਹਦਾ ਕੇਸ ਸੀ, ਪਲੇਬਸਾਈਟ ਦਾ ਔਰ ਰੈਜ਼ੋਲੂਸ਼ਨ UN ਸਿਕਿਉਰਿਟੀ ਕੌਂਸਲ ਦੇ ਸੀ, ਉਸ ਸੂਬੇ ਦਾ ਵਜੂਦ ਹੀ ਅਸੀਂ ਮਿਟਾ ਦਿੱਤਾ ਹੈ। ਇਸੇ ਤਰ੍ਹਾਂ ਅਸੀਂ ਜੋ ਚਾਹੀਏ ਉਹ ਇਸ ਵੇਲੇ ਕਰਨ ਦੇ ਸਮਰੱਥ ਹੈ।
ਅਮਰੀਕਾ ਵੀ ਸਾਡਾ ਯਾਰ ਹੈ, ਵੈਸਟਰਨ ਜਾਂ ਯੂਰਪੀਅਨ ਕੰਟਰੀਜ਼ ਇਸ ਵੇਲੇ ਜਿਨ੍ਹਾਂ ਨੇ ਚੀਨ ਦੇ ਖਿਲਾਫ ਅਮਰੀਕਾ ਦੇ ਮੁਹਾਜ਼ ਦਾ ਸਾਥ ਦਿੱਤਾ ਹੋਇਆ, ਉਹ ਭਾਵੇਂ ਕੁਆਡ ਦਾ ਹਵਾਲਾ ਹੋਏ ਜਾਂ ਔਕਸ ਦਾ ਹੋਏ। ਔਰ ਅਸੀਂ ਜੋ ਮਰਜ਼ੀ ਚਾਹੀਏ, ਇਹ ਸਿੱਖ ਕੀ ਚੀਜ਼ ਨੇ, ਔਰ ਉਹ ਇਹ ਸਮਝਦੇ ਸੀ ਕਿ ਵੀ ਇੱਕ ਜਨਰੇਸ਼ਨ ਤਾਂ ਮਾਰ ਮੁਕਾਈ ਸੀ, ਦੂਸਰਿਆਂ ਨੂੰ ਅਸੀਂ ਕਨਫਿਊਜ਼ਨ ਦੇ ਵਿੱਚ ਭੰਬੜ ਭੂਸੇ ਜਾਂ ਪੰਜਾਬ ਦੇ ਉਹ ਹਾਲਾਤ ਇਕਨੋਮਿਕਲੀ ਉਹਨਾਂ ਨੂੰ ਇੰਨੀ ਮਾਰ ਮਾਰੀ ਹੈ ਕਿ ਵੈਸੇ ਹੀ 17ਵੇਂ ਨੰਬਰ ਤੇ ਆ ਗਿਆ ਉਹ ਭਾਰਤ ਦੇ ਵਿੱਚ, ਔਰ ਵੱਡੀ ਗਿਣਤੀ 'ਚ ਐਕਸੋਡਸ ਹੋ ਰਿਹਾ ਪੰਜਾਬ 'ਚੋਂ। 1.5 ਤੋਂ 2 ਲੱਖ ਯੰਗਸਟਰ ਜਿਹੜੇ ਨੇ, ਮੁੰਡੇ ਕੁੜੀਆਂ, ਉਹ ਨਿਕਲ ਰਹੇ ਨੇ ਬਾਹਰ ਐਜੂਕੇਸ਼ਨ ਦੇ ਬਹਾਨੇ, ਪਰ ਇਹ ਆਪਣਾ ਰੋਟੀ ਰੋਜ਼ੀ ਦੇ ਲਈ ਨਿਕਲ ਰਹੇ ਨੇ। ਪਰ ਉਹ ਇਹ ਸਮਝਦੇ ਸੀ ਕਿ ਵੀ ਇਹ ਜਿਹੜਾ ਕੰਮ ਹੋ ਗਿਆ, ਹੁਣ ਅਸੀਂ ਪੰਜਾਬ ਜਿਹਦੀਆਂ ਡੈਮੋਗ੍ਰਾਫਿਕਸ ਵੀ ਬਦਲ ਰਹੇ ਨੇ, ਜਿਵੇਂ ਉਹਨਾਂ ਨੇ ਮਾਈਗ੍ਰੈਂਟ ਲੇਬਰ ਨੂੰ ਲਿਆ ਕੇ ਔਰ ਝੁੱਗੀਆਂ ਝੌਂਪੜੀਆਂ ਉਹਨਾਂ ਨੂੰ ਰੈਗੂਲੇਟ ਕੀਤਾ ਔਰ ਇਹ ਸਾਰਾ ਕੀਤਾ, ਪਰ ਕਿਸਾਨ ਮੋਰਚੇ ਨੇ ਉਹਨਾਂ ਦਾ ਇਹ ਭਰਮ ਦੂਰ ਕਰ ਦਿੱਤਾ ਹੈ ਕਿ ਉਹੀ ਇਹਨਾਂ ਨੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਉਹੀ ਉੜਤਾ ਪੰਜਾਬ ਤੇ ਡਰੱਗਸ ਔਰ ਦੂਸਰੀਆਂ ਵੀ ਪੰਜਾਬ 'ਚ ਕਿਸ ਲੈਵਲ ਤੇ ਲਿਆ ਕੇ ਪ੍ਰਸਾਰੀਆਂ। ਹੁਣ ਇਸ ਸਾਰੀ ਜਿਹੜੀ ਇਹਨਾਂ ਦੀ ਹਾਰ ਸੀ, ਰਾਦਰ ਨੱਕ ਰਗੜਨਾ ਸੀ ਮੋਦੀ ਦਾ ਮਜਬੂਰਨ, ਕਿਉਂਕਿ ਇਹਦੇ 'ਚ ਕੋਈ ਇੱਕ ਫੈਕਟਰ ਨਹੀਂ ਹੈ, ਬਹੁਤ ਸਾਰੇ ਫੈਕਟਰ ਨੇ। ਉਹਨਾਂ 'ਚ ਇੱਕ ਵੱਡਾ ਫੈਕਟਰ ਜਿਹੜੀ ਡਾਇਸਪੋਰਾ ਸਿੱਖਾਂ ਦੇ ਵਿੱਚ ਖਾਲਿਸਤਾਨ ਦੇ ਲਈ ਇਕੱਲੀ ਚਾਹਨਾ ਨਹੀਂ ਹੈ, ਉਸ ਦੀ ਇੱਕ ਜ਼ੋਰਦਾਰ ਮੁਹਿੰਮ ਹੈ ਔਰ ਉਹਦੇ 'ਚ ਰੈਫਰੈਂਡਮ 2020 ਦਾ ਇੱਕ ਵਿਸ਼ੇਸ਼ ਯੋਗਦਾਨ ਹੈ। ਔਰ ਹਮੇਸ਼ਾ ਹੀ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਡਾਇਸਪੋਰਾ ਸਿੱਖ ਆਲਮੋਸਟ 6 ਮਿਲੀਅਨ ਉਹਨਾਂ ਦੀ ਤਾਕਤ ਦੀ ਗੱਲ ਕਰਦੇ ਹਾਂ, ਤੇ ਫਿਰ ਉਹ ਅਮਰੀਕਾ ਹੋਏ, UK ਹੋਏ, ਕੈਨੇਡਾ ਹੋਏ ਔਰ ਹੁਣ ਆਸਟ੍ਰੇਲੀਆ ਵੀ ਉਸ ਲਾਈਨ ਦੇ ਵਿੱਚ ਸ਼ਾਮਲ ਹੈ ਕਿ ਉੱਥੇ ਇਕੱਲੇ ਇਹ ਸਿਰਫ ਪ੍ਰੋਟੈਸਟ ਤੱਕ ਜਾਂ ਰੈਲੀਜ਼ ਤੱਕ ਮਹਦੂਦ ਨਹੀਂ ਹੈ ਜਿਹੜੀ ਅਸੀਂ ਖਾਲਿਸਤਾਨੀ ਜਥੇਬੰਦੀਆਂ ਕਰਦੇ ਰਹੇ, ਪਰ ਹੁਣ ਅਸੀਂ ਡਿਸੀਜਨ ਮੇਕਿੰਗ ਨੂੰ ਵੀ ਜਿਹੜਾ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ। ਅਮਰੀਕਾ 'ਚ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ, ਕੈਨੇਡਾ ਔਰ UK ਦੇ ਵਿੱਚ ਤਾਂ ਹੁਣ ਸਿੱਖ ਮਾਈਂਡਡ ਜਾਂ ਆਜ਼ਾਦੀ ਪਸੰਦ ਸਾਡੇ ਆਪਣੇ MP ਨੇ, ਔਰ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਸਾਡੇ ਵੀਰਾਂ ਭੈਣਾਂ ਨੇ ਉੱਥੇ ਕਾਫੀ ਮਿਹਨਤ ਕਰਕੇ ਜਿਹੜਾ ਹੈ ਉਹ ਆਪਣਾ ਪਲੇਟਫਾਰਮ ਬਣਾਇਆ ਜਿੱਥੇ ਕਿ ਸਿੱਖ ਕੇਸ ਨੂੰ ਸੁਣਿਆ ਜਾਂਦਾ ਹੈ ਜਾਂ ਦਿਲਚਸਪੀ ਦਿਖਾਈ ਜਾਂਦੀ ਹੈ। COVID-19 ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਰੈਕਗਨੀਸ਼ਨ ਵੀ ਹੋਈ ਔਰ ਇਹ ਡਾਇਸਪੋਰਾ ਸਿੱਖਾਂ ਦੀ ਤਾਕਤ ਔਰ ਪੰਜਾਬ ਦੇ ਸਿੱਖਾਂ ਦੀ ਡਿਫਾਇੰਸ, ਸਿੱਖ ਕਿਸਾਨਾਂ ਦੀ ਕਾਮਨ ਰੂਰਲਾਈਟ ਦੀ। ਔਰ ਚੰਗੀ ਗੱਲ ਇਹ ਸੀ ਕਿ ਇਕੱਲਾ ਇਹੀ ਨਹੀਂ ਕਿ ਵੀ ਪਿੰਡੂ ਸਾਡਾ ਸਮਾਜ ਪੰਜਾਬ ਦਾ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਆਇਆ, ਈਵਨ ਦਿੱਲੀ ਦੇ ਸ਼ਹਿਰੀ ਸਿੱਖਾਂ ਨੇ ਵੀ, ਜਿਨ੍ਹਾਂ ਦੇ ਵਿੱਚ ਜਿਹੜੇ ਕਾਰੋਬਾਰੀ ਨੇ ਉਹਨਾਂ ਦਾ ਕੋਈ ਖੇਤੀਬਾੜੀ ਨਾਲ ਲਾਗਾ ਦੇਗਾ ਨਹੀਂ, ਉਹਨਾਂ ਦੀਆਂ ਹਮਦਰਦੀਆਂ ਵੀ, ਉਹਨਾਂ ਦੀ ਹਮਾਇਤ ਵੀ, ਈਵਨ ਲੰਗਰ ਤੋਂ ਲੈ ਕੇ ਦੂਸਰੀਆਂ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਨ 'ਚ। ਔਰ ਫਿਰ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਹਿਊਮੈਨਿਟੇਰੀਅਨ ਸਿੱਖ ਆਰਗੇਨਾਈਜੇਸ਼ਨਸ ਨੇ, ਹਿਊਮੈਨਿਟੇਰੀਅਨ ਕੰਮ ਕਰਨ ਵਾਲੀਆਂ, ਉਹ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਹੋਰ ਵੀ ਬਹੁਤ ਸਾਰੀਆਂ NGOs ਔਰ ਬਹੁਤ ਸਾਰੇ ਜਿਹੜੇ ਯੰਗਸਟਰਸ ਜਿਨ੍ਹਾਂ ਨੇ ਇੱਥੋਂ ਛੱਡ ਕੇ ਜਾ ਕੇ ਉੱਥੇ ਉਹ ਬੈਠ ਗਏ ਕਿ ਅਸੀਂ ਇਹ ਜਿਹੜਾ ਇਹ ਸਾਡਾ ਇਸ ਹੁਣ ਇਹ ਜਿਹੜੀ ਸਿੱਖ ਕੌਮ ਦੀ ਸੱਚਮੁੱਚ ਤਾਕਤ ਉਭਰੀ, ਜਿਹੜੀ ਉਹਨਾਂ ਨੂੰ ਸ਼ੁਰੂ 'ਚ ਲੱਗਦਾ ਸੀ ਵੀ ਅਸੀਂ ਮਵਾਲੀ ਕਹਿ ਦਈਏ, ਕ੍ਰਿਮੀਨਲਸ, ਅਸੀਂ ਇਹਨਾਂ ਨੂੰ ਖਾਲਿਸਤਾਨੀ ਕਹਿ ਦਈਏ, ISI ਸਪਾਂਸਰਡ, ਇਹ ਤਾਂ ਕਿਸਾਨ ਹੀ ਨਹੀਂ ਨੇ, ਇਹ ਤਾਂ ਫਲਾਣੇ ਨਹੀਂ ਨੇ, ਉਹ ਸਾਰਾ ਉਹਨਾਂ ਦਾ ਚੱਲਿਆ ਨਹੀਂ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 3 ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਇਹ ਸਿੱਖ ਕੌਮ ਦੇ ਅੱਗੇ ਹੀ ਝੁਕਣ ਦੀ ਲਾਈਨ ਸੀ। ਨੋ ਮੈਟਰ ਈਵਨ ਕਿਸਾਨ ਲੀਡਰਸ਼ਿਪ ਨੇ ਇਹਨੂੰ ਇੱਕ ਜਿਹੜਾ ਉਹ ਕਮਿਊਨਿਸਟ ਨੈਰੇਟਿਵ ਦੇਣ ਦੀ ਕੋਸ਼ਿਸ਼ ਕੀਤੀ ਮੂਵਮੈਂਟ ਨੂੰ, ਪਰ ਉਹ ਸੌਦਾ ਵਿਕਿਆ ਨਹੀਂ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਵਿਕਟਰੀ ਔਰ ਇਸ ਲੈਵਲ ਦੀ ਵਿਕਟਰੀ ਹਾਸਲ ਕਰਦੇ ਹੋ, ਇਹਨਾਂ ਦੀਆਂ ਖੁਫੀਆ ਏਜੰਸੀਆਂ, RSS ਦੇ ਨਾਗਪੁਰ ਥਿੰਕ ਟੈਂਕ, ਇਹ ਸਾਰੇ ਸਿਰ ਜੋੜ ਕੇ ਬੈਠੇ ਨੇ ਔਰ ਇਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਵੀ ਇਹ ਜਿਹੜੀ ਸਿੱਖ ਨੇਸ਼ਨ ਦੀ ਤਾਕਤ ਹੈ ਜਿਸ ਤੋਂ ਉਹ ਐਫਰੇਡ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਘਬਰਾਏ ਵੀ ਨੇ, ਉਹਨਾਂ ਨੂੰ ਲੱਗਦਾ ਵੀ ਇਹ ਸਾਡਾ ਹਿੰਦੂਤਵਾ ਦਾ ਰੱਥ ਤੇ ਇਹ ਇਸ ਕੌਮ ਨੇ ਰੋਕ ਲਿਆ। ਔਰ ਉਹਦੇ ਲਈ ਜਿੱਥੇ ਉਹਨਾਂ ਨੇ, ਅਸੀਂ ਤਾਂ ਕਈ ਵਾਰੀ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਉਹ ਸਿੱਖਾਂ ਨੂੰ ਘੇਰਨ ਲਈ ਕਿਸ ਲੈਵਲ ਦਾ ਉਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ। ਸਾਨੂੰ ਇੱਕ ਵੀਰ ਨੇ ਪਿਛਲੇ ਦਿਨਾਂ 'ਚ ਲਿਖਿਆ
ਕਿ ਜੀ ਤੁਸੀਂ ਔਰ ਤੁਹਾਡੀ ਜਿਹੜੇ ਹੋਰ ਵੀ ਜਾਣ ਪਛਾਣ ਦੇ ਸਿੱਖ ਮਾਈਂਡਡ ਸਕਾਲਰ ਨੇ ਉਹਨਾਂ ਤੋਂ ਤੁਸੀਂ ਛੋਟੀਆਂ ਵੀਡੀਓਜ਼ ਬਣਵਾਓ ਸਿੱਖ ਇਤਿਹਾਸ ਨਾਲ ਰਿਲੇਟਡ ਔਰ ਸਿੱਖੀ ਨੂੰ ਸਿੱਖੀ ਪੈਰਾਮੀਟਰ ਤੋਂ ਬਿਆਨ ਕਰਦੇ ਆ ਕਿਉਂਕਿ ਆਰਐਸਐਸ ਨੇ ਬਹੁਤ ਸਾਰੇ ਜਿਹੜੇ ਨੇ ਅਕਾਊਂਟ ਕ੍ਰੀਏਟ ਕੀਤੇ ਹੋਏ ਨੇ ਜਿਨ੍ਹਾਂ ਥੱਲੇ ਬਹੁਤ ਸਾਰੇ ਈਵਨ ਹੁਣ ਸਿੱਖੀ ਸਰੂਪ ਰਖਵਾ ਕੇ ਵੀ ਉਹਨਾਂ ਨੂੰ ਜਾਂ ਜਿਨ੍ਹਾਂ ਦੇ ਵੈਸੇ ਹਿੰਦੂਆਈਜ਼ਡ ਮਾਈਂਡ ਨੇ ਉਹ ਇਸ ਕਿਸਮ ਦਾ ਪ੍ਰੋਪੇਗੈਂਡਾ ਕਰ ਰਹੇ ਨੇ ਔਰ ਯੰਗਸਟਰਸ ਨੂੰ ਕਨਫਿਊਜ਼ ਕਰ ਰਹੇ ਨੇ ਉਹਨਾਂ 'ਚ ਕੋਈ ਸਨਾਤਨੀ ਸਿੱਖ ਬਣ ਰਿਹਾ ਹੈ ਕੋਈ ਨਿਹੰਗ ਬਾਣੇ ਦੇ ਵਿੱਚ ਜਿਹੜਾ ਉਹ ਪੁਰਾਤਨ ਮਰਿਆਦਾ ਦੇ ਨਾਂ ਥੱਲੇ ਇਸ ਕਿਸਮ ਦਾ ਕਰ ਰਿਹਾ ਹੁਣ ਇਹ ਸਭ ਦੇ ਬਾਵਜੂਦ ਔਰ ਬਾਹਰ ਵੀ ਜਿੰਨਾ ਉਹਨਾਂ ਨੇ ਟਿਲ ਲਾਇਆ ਈਵਨ ਕਿਸਾਨ ਲਹਿਰ ਦੇ ਚੱਲਦਿਆਂ ਵੀ ਕਿ ਜਿਵੇਂ ਕਿਉਂਕਿ ਜ਼ਾਹਰ ਹੈ ਇੱਥੇ ਵੀ ਲੌਬੀ ਕਰਨ ਵੇਲੇ ਤਾਂ ਖਾਲਿਸਤਾਨੀ ਧਿਰੀ ਸਭ ਤੋਂ ਅੱਗੇ ਸੀ ਗੁਰਦੁਆਰੇ ਹੱਬ ਨੇ ਗੁਰਦੁਆਰਿਆਂ 'ਚ ਤਾਂ ਫੈਸਲਾ ਹੋਇਆ ਕਿ ਕੋਈ ਇੰਡੀਅਨ ਡਿਪਲੋਮੈਟ ਕੋਈ ਦੂਜਾ ਤੀਜਾ ਵੜ ਹੀ ਨਹੀਂ ਸਕਦਾ ਸੋ ਉਹਦੇ 'ਚ ਵੀ ਉਹਨਾਂ ਨੇ ਇੱਕ ਵੱਖਰੀ ਲਾਈਨ ਕ੍ਰੀਏਟ ਕਰਨ ਦੀ ਕੁਝ ਥਾਵਾਂ ਦੇ ਜੀ ਸਿਰਫ ਕਿਸਾਨਾਂ ਦਾ ਝੰਡਾ ਜੀ ਸਿਰਫ ਕਿਸਾਨ ਜੀ ਹਰਾ ਝੰਡਾ ਜੀ ਔਰ ਇਹੋ ਜਿਹਾ ਵਰਤਾਰਾ ਅਸੀਂ ਦੇਖਿਆ ਵਾਸ਼ਿੰਗਟਨ ਨਿਊਯਾਰਕ ਦੂਸਰੀਆਂ ਥਾਵਾਂ ਤੇ ਵੀ ਦੇਖਣ 'ਚ ਆਇਆ ਬਟ ਅਲਟੀਮੇਟਲੀ ਇਹ ਗੱਲ ਚੱਲੀ ਨਹੀਂ ਕਿਉਂਕਿ ਜਿਹੜੀ ਡਰਾਈਵਿੰਗ ਫੋਰਸ ਹੈ ਜੇ ਡਰਾਈਵਿੰਗ ਫੋਰਸ ਸਿੱਖੀ ਹੈ ਤੇ ਸਿੱਖੀ ਦੇ ਵਾਰਿਸ ਤਾਂ ਜਿਹੜੇ ਨੇ ਉਹ ਸਿੱਖ ਹੀ ਨੇ ਔਰ ਜਿਹੜੇ ਸਿੱਖ ਮਾੜੇ ਨੇ ਚੰਗੇ ਨੇ ਕੋਈ ਕਮਜ਼ੋਰ ਹੈ ਕਿਸੇ ਦਾ ਸਿਰ ਮੁੰਨਿਆ ਨਹੀਂ ਹੈ ਉਹਦੇ ਅੰਦਰ ਜਦੋਂ ਜਕਾਰਾ ਵੱਜਦਾ ਹੈ ਜਦੋਂ ਨਾਰਾ ਵੱਜਦਾ ਹੈ ਜਦੋਂ ਬੋਲੇ ਸੋ ਨਿਹਾਲ ਹੁੰਦਾ ਹੈ ਉਦੋਂ ਤੁਸੀਂ ਉਹੀ ਨਾਰਾ ਹੋਰ ਲਵਾ ਕੇ ਦਿਖਾ ਲਓ ਉਹ ਤਾਂ ਸਿੱਖ ਰੈਜੀਮੈਂਟ ਤਾਂ ਤੁਸੀਂ ਰੱਖੀ ਹੋਈ ਹੈ ਲਦਾਖ ਜਾਂ ਦੂਜੇ ਚੀਨੀਆਂ ਦੇ ਸਾਹਮਣੇ ਖੜੇ ਕੀਤੇ ਹੁੰਦੇ ਨੇ ਉਦੋਂ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਉੱਥੇ ਜਾ ਕੇ ਤੁਹਾਡਾ ਡਿਫੈਂਸ ਮਿਨਿਸਟਰ ਵੀ ਜਕਾਰਾ ਲਾਉਂਦਾ ਉਹਨਾਂ ਨੂੰ ਪਤਾ ਹੈ ਕਿ ਵੀ ਜਕਾਰੇ ਦੀ ਤਾਕਤ ਕੀ ਹੈ ਸਿੱਖੀ ਦੀ ਤਾਕਤ ਕੀ ਹੈ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜਾ ਇਹ ਵਰਤਾਰਾ ਇਸ ਵੇਲੇ ਮੋਦੀ ਦੀ ਆਲੇ ਦੁਆਲੇ ਉਸ ਨੂੰ ਡੈਥ ਥ੍ਰੈਟ ਮੈਂ ਜਿਉਂਦਾ ਆ ਗਿਆ ਮੈਂ ਫਲਾਣਾ ਹੋ ਗਿਆ ਔਰ ਉਹਦੇ ਨਾਲ ਜੁੜੇ ਹੋਏ ਇਹ ਆਪਣੇ ਤੌਰ ਤੇ ਹੀ ਹਾਲਾਂਕਿ ਇਹਦੇ 'ਚ ਮੈਂ ਹੈ ਤਾਂ ਥੋੜਾ ਜਿਹਾ ਇਹਨੂੰ ਵਲਗਰ ਤਾਂ ਨਹੀਂ ਹੈ ਪਰ ਉਹ ਇੱਕ ਸਾਡੇ ਡਾਕਟਰ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਹ ਇਹ ਕਹਿੰਦੇ ਹੁੰਦੇ ਸੀ ਵੀ ਇਹਨਾਂ ਦਾ ਹਿੰਦੂ ਤਵੀ ਜਦੋਂ ਸਿੱਖਾਂ ਵੱਲ ਦੇਖਦੇ ਨੇ ਧਮਕਾਉਂਦੇ ਤਾਂ ਨਹੀਂ ਉਹਨਾਂ ਨੂੰ ਆਪਣਾ ਮੈਜੋਰਿਟੀ ਦਾ ਫਖਰ ਵੀ ਹੈ ਔਰ ਉਸ ਦੇ ਉੱਤੇ ਵੀ ਕਰਦੇ ਨੇ ਕਿ ਵੀ ਸਾਡੇ ਕੋਲ ਆ ਹੈ ਉਹ ਹੈ ਪਰ ਕਹਿੰਦੇ ਵੀ ਇਹਨਾਂ ਦਾ ਹਾਲ ਇਹ ਹੈ ਕਿ ਵੀ ਇਹ ਧਮਕੀ ਵੀ ਦੇ ਦਿੰਦੇ ਨੇ ਫਿਰ ਕਹਿੰਦਾ ਵੀ ਜਿਵੇਂ ਜਿਹੜਾ 4-5 ਸਾਲ ਦਾ ਬੱਚਾ ਹੁੰਦਾ ਹੈ ਉਹ ਕਹਿੰਦਾ ਵੀ ਜਦੋਂ ਪੱਦ ਮਾਰਦਾ ਤੇ ਉਹਨੂੰ ਉਹ ਪੜ ਕੇ ਆਪ ਹੀ ਰੋਣ ਲੱਗ ਜਾਂਦਾ ਕਿਉਂਕਿ ਉਹਦੀ ਆਵਾਜ਼ ਨਿਕਲ ਉਹਨੂੰ ਪਤਾ ਨਹੀਂ ਹੁੰਦਾ ਵੀ ਕਿੱਥੋਂ ਆਇਆ ਉਹਦੇ ਆਪਣੇ ਚੋਂ ਹੀ ਆਇਆ ਹੁੰਦਾ ਪਰ ਉਹ ਚੀਕਾਂ ਮਾਰਨ ਲੱਗ ਜਾਂਦਾ ਉਹਨੂੰ ਲੱਗਦਾ ਵੀ ਇਹ ਕਿੱਥੋਂ ਹੋ ਗਿਆ ਆਲਾ ਦੁਆਲਾ ਦੇਖ ਰਿਹਾ ਔਰ ਉਹਨੂੰ ਉਹ ਕਹਿੰਦਾ ਇਹਨਾਂ ਦਾ ਹਾਲ ਇਹ ਹੈ ਬਿਲਕੁਲ ਹੁਣ ਹਾਲਾਂਕਿ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਮੈਨੂੰ ਸਮਝਾਉਣ ਦਾ ਪਰ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਜਦੋਂ ਆਪ ਹੀ ਇਹ ਬਹੁਤ ਸਾਰਾ ਸਿੱਖਾਂ ਤੋਂ ਡਰਦਿਆਂ ਇਹਨਾਂ ਨੇ ਖੁਦ ਹੀ ਬਹੁਤ ਸਾਰੀ ਹਾਈਪਰ ਵੀ ਕੀਤਾ ਜੀ ਖਾਲਿਸਤਾਨ ਇਧਰ ਆਈਐਸਆਈ ਦੂਜਾ ਫਿਰ ਉਹ ਡਰਨ ਵੀ ਲੱਗ ਗਏ ਨੇ ਤਾਕਤ ਵੀ ਦੇਖ ਲਈ ਉਹਨਾਂ ਨੇ ਗਰਾਊਂਡ ਤੇ ਉਹਨਾਂ ਨੂੰ ਇਹ ਲੱਗਾ ਕਿ ਵੀ ਵਾਕਿਆ ਹੀ ਇਹ ਜਿਹੜੇ ਸਿੱਖ ਨੇ ਤਾਂ ਪਿੱਛੇ ਨਹੀਂ ਹਟਦੇ ਔਰ ਇਹਨਾਂ ਦਾ ਏਜੰਡਾ ਜਿਹੜਾ ਸਾਰੇ ਭਾਰਤ ਨੂੰ ਹਿੰਦੂ ਤੋਂ ਵੀ ਰੰਗ 'ਚ ਰੰਗਣ ਦਾ ਹੈ ਉਹ ਪੂਰਾ ਹੀ ਨਹੀਂ ਹੋਏਗਾ ਜੇ ਸਿੱਖਾਂ ਨੂੰ ਤੁਸੀਂ ਜਿਹੜਾ ਉਹ ਝੁਕਾ ਨਾ ਸਕੋ ਉਹ ਉਹਨਾਂ ਨੇ ਦੇਖ ਲਿਆ ਵੀ ਇਹਨਾਂ ਨੇ ਝੁਕਣਾ ਨਹੀਂ ਹੈ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਜ਼ਾਦ ਦੇਸ਼ ਖਾਲਿਸਤਾਨ ਇਹਨਾਂ ਨੂੰ ਸੁਪਨਿਆਂ 'ਚ ਆਉਂਦਾ ਹੈ ਸਿੱਖਾਂ ਦਾ ਤਾਂ ਇਹ ਨਿਸ਼ਾਨਾ ਸਾਨੂੰ ਸੁਪਨਿਆਂ 'ਚ ਅਸੀਂ ਕੋਈ ਯੂਟੋਪੀਆ ਨਹੀਂ ਕ੍ਰੀਏਟ ਕੀਤਾ ਜਿਹਨੂੰ ਕਦੇ ਯੂਟੋਪੀਆ ਕਹਿੰਦੇ ਸੀ ਸਾਡੇ ਲਈ ਤਾਂ ਇਹ ਹਕੀਕਤ ਹੈ ਅਸੀਂ ਤਾਂ ਇਹਨੂੰ ਹਕੀਕਤ 'ਚ ਬਦਲਣਾ ਹੈ ਅਸੀਂ ਤਾਂ ਪੇਸ਼ਕਦਮੀ ਕਰ ਰਹੇ ਹਾਂ ਪਰ ਹੁਣ ਇਹਨਾਂ ਨੂੰ ਵੀ ਸੁਪਨੇ 'ਚ ਆ ਕੇ ਉਵੇਂ ਹੀ ਡਰਾਉਣ ਲੱਗ ਗਿਆ ਹੈ ਕਿ ਜਿਹੜੇ ਸਿੱਖ ਮਾਨੋ ਇਹਨਾਂ ਦੀ ਛਾਤੀ ਤੇ ਚੜੇ ਹੋਏ ਨੇ ਤੇ ਮੋਦੀ ਦੇ ਦੋਨੋਂ ਪਾਸੇ ਛਾਤੀ ਤੇ ਚੜੇ ਸੁੱਤੇ ਪਏ ਦੇ ਚਪੇੜਾ ਮਾਰ ਕੇ ਉਹਨੂੰ ਕਹਿ ਰਹੇ ਨੇ ਕਿ ਵੀ 10 ਬੋਲ ਖਾਲਿਸਤਾਨ ਜਿੰਦਾਬਾਦ ਤੇ ਉਹ ਵੀ ਉੱਠ ਕੇ ਕਹਿ ਰਹੇ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਇਹ ਕੈਲਕੂਲੇਟ ਕਰ ਲਿਆ ਕਿ ਵੀ ਜੇ ਹਿੰਦੂਤਵਾਦ ਦੇ ਰੱਥ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਕੋਈ ਰੋਕ ਸਕਦਾ ਹੈ ਜਾਂ ਕਿਸੇ ਨੇ ਰੋਕਿਆ ਉਹ ਸਿੱਖ ਨੇ ਹੁਣ ਇਹ ਪਾਰਟ ਬਿਲਕੁਲ ਹੁਣ ਦੂਸਰਾ ਇਹ ਹੈ ਕਿ ਵੀ ਇਸ ਆੜ ਹਿੰਦੂ ਜਿਹੜਾ ਕਾਵਰਡ ਹੈ ਜਿਹਦੀ ਸਟਰੈਂਥ ਮੌਬ ਦੇ ਵਿੱਚ ਹੁੰਦੀ ਹੈ ਕਾਵਰਡ ਕੱਲੇ ਨੂੰ ਨਹੀਂ ਵੰਗਾਰਦਾ ਕੱਲੇ ਦੇ ਸਾਹਮਣੇ ਖਲੋਂਦਾ ਵੀ ਨਹੀਂ ਹੈ ਡਾਇਰੈਕਟ ਉਹ ਜਿਹੜਾ ਆਪਣੀ ਜਿਹੜਾ ਉਹ ਵੰਗਾਰ ਨੂੰ ਕਬੂਲਦਾ ਨਾ ਵੰਗਾਰ ਸਕਦਾ ਉਹ ਭੀੜ ਦੇ ਵਿੱਚ ਲੁੱਕ ਕੇ ਇਹ ਲੁਕਵਾਂਵਾਲ ਕਰਨ ਵਾਲੇ ਜਿਹੜੇ ਨੇ ਕਾਵਰਡ ਹੁੰਦੇ ਨੇ ਹੁਣ ਉਹਨਾਂ ਨੇ ਇਸ ਸਾਰੇ ਦੇ ਵਿੱਚ ਉਹਨਾਂ ਨੂੰ ਇਹ ਲੱਗਾ ਕਿ ਵੀ ਪੰਜਾਬ ਤਾਂ ਇਹਦਾ ਮਤਲਬ ਇਹ ਹੈ ਵੀ ਪੋਲੀਟੀਕਲੀ ਵੀ ਗਏ ਜਿਨ੍ਹਾਂ ਨੂੰ ਲੱਗਦਾ ਸੀ ਜੀ ਬੀਜੇਪੀ ਪਹਿਲੀ ਵਾਰ ਅੱਡ ਹੋ ਕੇ ਵੀ ਦੇ ਬਿਗ ਥੰਡਰ
ਉਹ ਪੰਜਾਬ 'ਚ ਆਈ ਹੈ, ਬਾਦਲਾਂ ਨੂੰ ਵੀ ਛੱਡ ਦਿੱਤਾ ਹੈ, ਦੂਜਾ ਔਰ ਇਹ ਜਿਹੜੇ ਵਿਕਾਊ ਮਾਲ ਨੇ ਉਹ ਵੀ ਆ ਰਹੇ ਨੇ, ਪੰਜਾਬ ਦਾ ਤਾਂ ਭੋਗ ਪੈ ਗਿਆ। ਹੁਣ ਇਹ ਇਸ ਦਾ ਯੂਪੀ ਦੇ ਵਿੱਚ ਫਾਇਦਾ ਚੱਕਣਾ ਚਾਹੁੰਦੇ ਨੇ, ਪਰ ਹੁਣ ਇਹ ਡਰਾਣਾ ਵੀ ਚਾਹੁੰਦੇ ਨੇ, ਡਰਾ ਵੀ ਰਹੇ ਨੇ, ਨੈਗੇਟਿਵਿਟੀ ਵੀ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਖੌਫ ਵੀ ਆ। ਔਰ ਜਿਵੇਂ ਇੱਕ ਨੇ ਕਿਹਾ, ਸਿੱਖ ਨੇ, ਉਹਨਾਂ ਨੇ ਕਿਹਾ ਵੀ ਤੁਸੀਂ ਕਰਕੇ ਦੇਖੋ, ਕਿਸੇ ਸਿੱਖ ਵੱਲ ਕੈਰੀ ਅੱਖ ਕਰਕੇ ਜਰਾ ਦੇਖ ਕੇ ਦਿਖਾਓ, ਅਸੀਂ ਤੁਹਾਨੂੰ ਫਿਰ ਦੱਸਾਂਗੇ ਕਸ਼ਮੀਰ ਤੋਂ ਲੈ ਕੇ ਉਸ ਕੇਰਲਾ ਤੱਕ ਕਿ ਸਿੱਖ ਕੌਮ ਦੀ ਤਾਕਤ ਕੀ ਹੈ, ਕਿ ਵੀ ਅਸੀਂ ਤੁਹਾਨੂੰ ਡੰਡੇ ਦੇ ਜ਼ੋਰ ਕੱਢਾਂਗੇ। ਹੁਣ ਇਹ ਡਰਦੇ ਵੀ। ਔਰ ਜਿਵੇਂ ਅੱਜ ਇੱਕ ਵੀਡੀਓ ਵੀ ਆ ਰਹੀ ਹੈ, ਪਤਾ ਨਹੀਂ ਕਿੰਨੀ ਕੁ ਦੀ ਜੈਨੂਇਨਨੈਸ ਹੈ, ਕਿ ਭਈ ਉਹ ਆਰਮੀ, ਉਹਨਾਂ ਦੇ ਡੋਵਲ, ਅਮਿਤ ਸ਼ਾਹ, ਸੀਨੀਅਰ ਲੋਕ ਬੈਠੇ ਨੇ ਔਰ ਇੱਕ ਕਹਿ ਰਿਹਾ ਕਿ ਜੀ ਫੌਜ ਚੋਂ ਕੱਢੋ ਸਿੱਖ, ਇਹ ਤਾਂ ਤੁਸੀਂ ਇਨੇ ਰੱਖੇ ਹੋਏ ਨੇ, ਪੰਜਾਬ ਨੂੰ ਬਾਹਰ ਕੱਢੋ, ਸਾਊਥ ਦੇ ਲਿਆਓ, ਫਲਾਣੇ ਦੇ ਲਿਆਓ, ਢਿਮਕੇ ਦੇ ਲਿਆਓ। ਔਰ ਲੇਕਿਨ ਇਹ ਤਾਂ ਸਾਨੂੰ ਨਹੀਂ ਪਤਾ ਉਹਦੀ ਕਿੰਨੀ ਜੈਨੂਇਨਨੈਸ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਇਹਨਾਂ ਨੂੰ ਰੜਕਦੇ ਨੇ ਔਰ ਇਹ ਵੀ ਇਹਨਾਂ ਨੂੰ ਨਜ਼ਰ ਆਉਂਦਾ ਹੈ। ਔਰ ਕਿਸਾਨ ਲਹਿਰ ਦੇ ਵੇੜੇ ਵੀ ਇਹ ਕਿਹਾ ਗਿਆ ਸੀ ਕਿ ਭਾਈ ਇਹ ਉਹੀ ਬਜ਼ੁਰਗ ਹੈ ਜਿਹੜਾ ਬੈਠਾ ਹੈ, ਜਿਹਦੀ ਲਾਸ਼ ਉੱਥੋਂ ਲਦਾਖ ਤੋਂ ਆਈ ਹੈ, ਉਸ ਦਾ ਉਹ ਸੰਸਕਾਰ ਕਰਕੇ ਆ ਕੇ ਉਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ, ਚਲਾ ਗਿਆ, ਪਰ ਮੈਂ ਇੱਥੇ ਖੜਾ। ਹੁਣ ਇੱਕ ਪਾਸਾ ਇਹ ਹੈ, ਦੂਸਰੇ ਪਾਸੇ ਕਿਸ ਲੈਵਲ ਦੇ ਉੱਤੇ ਇਹਨਾਂ ਨੇ ਸੋਸ਼ਲ ਮੀਡੀਆ ਔਰ ਦੂਸਰੇ ਦੇ ਉੱਤੇ ਨਫ਼ਰਤ ਫੈਲਾਈ ਹੋਈ ਹੈ। ਔਰ ਇਹੀ ਨਹੀਂ ਕਿ ਅਨਆਥੋਰਾਈਜ਼ਡ ਫੇਕ ਆਈਡੀਜ਼ ਦੇ ਥੱਲੇ, ਜਿਵੇਂ ਹੁਣ MLA ਅਭਿਜੀਤ ਸਿੰਘ ਸੰਘਾ ਹੈਗਾ ਇਹਨਾਂ ਦਾ ਯੂਪੀ ਦਾ, ਉਹ ਇਹ ਕਹਿ ਰਿਹਾ ਕਿ इंदिरा गांधी समझने की भूल न करना, श्री नरेंद्र दामोदर दास मोदी नाम है, लिखने को कागज और पढ़ने को इतिहास नहीं मिलेगा। ये थ्रेट कर रहे ने कि भी असी कित्थों तक जा रहे हैं। और ये उत्ते एक पूरी प्रिंट ने स्टोरी की और ये आदित्य मैनन ਜ਼ਾਹਰ ਹੈ ਸਾਊਥ ਦਾ ਮੈਨਨ ਕੇਰਲਾ ਜਾਂ ਤਾਮਿਲਨਾਡੂ ਦਾ ਹੋਵੇਗਾ, ਬੜਾ ਫੇਅਰ ਜਰਨਲਿਸਟ ਹੈ, ਉਹਨੇ ਇਹਦੇ ਤੇ ਸਟੋਰੀ ਕੀਤੀ ਹੈ ਕਿ ਕਿਵੇਂ ਸੋਸ਼ਲ ਮੀਡੀਆ ਤੇ ਸਿੱਖਾਂ ਨੂੰ ਜੈਨੋਸਾਈਡ ਦੀ ਥ੍ਰੈਟ ਕੀਤੀ ਜਾ ਰਹੀ ਹੈ। ਔਰ ਇਹਦਾ ਟਾਈਟਲ ਹੀ ਹੈ, ਇਟ ਵਿਲ ਬੀ ਵਰਸ ਦੈਨ 1984, ਸਿੱਖਸ ਫੇਸ ਜੈਨੋਸਾਈਡ ਥ੍ਰੈਟਸ ਔਨ ਸੋਸ਼ਲ ਮੀਡੀਆ। ਔਰ ਇਹ ਉਹਨੇ ਪੂਰਾ ਇਸ ਦੇ ਉੱਤੇ ਉਹ ਟਵੀਟ ਜਿਹੜੇ ਕਿ ਅਧਿਕਾਰਤ ਆਥੋਰਾਈਜ਼ਡ ਤੋਂ ਨੇ, ਜਿਵੇਂ अंजलि चौधरी कहती है 1984 में एक पेड़ गिरा था तो जमीन हिली थी, ये माउंट एवरेस्ट है, परले आ जाएगी क्यामत। कि भी जे मोदी ਨੂੰ ਕੁਝ ਹੋਇਆ ਹੁਣ ਆਪੇ ਹੀ ਮਾਰਨਾ ਚਾਹੁੰਦੇ ਹੋ ਤੁਸੀਂ, ਤਾਂ ਪਤਾ ਨਹੀਂ ਹੁਣ ਕੱਲ ਨੂੰ ਆਪ ਹੀ ਮਾਰ ਦੇਣਾ ਇਹਨਾਂ ਨੇ, ਜੋ ਉਹਦਾ ਹਾਲ ਕੀਤਾ ਮਰਤਨਜੋ ਯੱਗਿਆ ਕਰ ਕਰਕੇ। ਫਿਰ ਇੱਕ ਠਾਕਰ ਧਰਮਿੰਦਰ ਸਿੰਘ ਚੌਹਾਨ ਇਹ ਕਹਿ ਰਿਹਾ, शुक्र मनाओ खालिस्तानी कुत्तों कि मोदी जी को कुछ नहीं हुआ, अगर कुछ गलत साया भी ऊपर आ जाता ना तो 1984 से भी ज्यादा खालिस्तानियों को काट काट के नाले में फेंका जाता है। जय श्री राम। ये अपने अधिकारत और इस प्रॉपर आदित्य मैनन ने कवर किया। फिर यही अवधूत बात एक होर जिहड़ा उन्हां दा प्रोमिनेंट जिन्हें कल असीं जिक्र किया, कहंदे हैंग पंजाब CM टिल डेथ, कि भी उसनूं लटका दिओ। और ये महाराष्ट्र का बीजेपी का लीडर है अद्भुत बाग। और इस तरह जिहड़ा सुशील केदिया जिहड़ा वो कह रहा है, इफ इवन ए स्क्रैच वुड हैव कम टू नरेंद्र मोदी जी दैन यू मस्ट अंडरस्टैंड राहुल गांधी व्हाट कुड हैव हैपेंड। कि भाई ये सारे चैलेंज कर रहा है, 1984 वुड बी ड्वाफ्ड इन ऑल मेमोरीज, बी अवेयर क्लीयरली कि 1984 तो ये सामने पेतला पै जाएगा जो असी करांगे। मोदी जी इज द हेड ऑफ द फैमिली ऑफ 130 करोड़ इंडियंस। ਹੁਣ 130 ਕਰੋੜ ਚ ਉਹਨਾਂ ਨੇ ਉਹ ਜਿਹੜੇ ਮੁਸਲਮਾਨ ਤੇ ਦੂਜੇ ਉਹ ਕੱਢ ਦਿੱਤੇ ਨੇ, ਉਹਨਾਂ ਨੂੰ 130 ਕਰੋੜ ਹੀ ਰੱਖਿਆ। ਔਰ ਇਹਦੇ ਤੇ ਅੱਗੋਂ ਕਿੰਨੀਆਂ ਰੀਟਵੀਟਸ ਹੋ ਰਹੀਆਂ ਨੇ, ਕਿੰਨੀਆਂ ਲਾਈਕਸ ਨੇ ਉਹਦੇ ਉੱਤੇ। ਔਰ ਇਸੇ ਤਰ੍ਹਾਂ ਜਿਹੜਾ ਹੋਰ ਬਹੁਤ ਸਾਰੀ ਜਿਹੜੀ ਅੰਜਲੀ ਚੌਧਰੀ ਦਾ ਸੀ ਕਿ ਜੀ ਇਹ ਮਾਊਂਟ ਐਵਰੈਸਟ ਹੈ, ਉਹਦੇ ਤੇ ਵੀ 2670 ਲਾਈਕਸ ਨੇ, 23 ਕੋਟ ਟਵੀਟਸ ਨੇ, 513 ਰੀਟਵੀਟ ਨੇ। ਔਰ ਇਹੀ ਜੇ ਤੁਸੀਂ ਉਤੋਂ ਅੰਦਾਜ਼ਾ ਲਾਓ ਕਿ ਵੀ ਕਿਸ ਕਿਸਮ ਦਾ ਉਹਨਾਂ ਦਾ ਇਸੇ ਤਰ੍ਹਾਂ ਕੋਈ ਸਾਲੀਨੀ ਰੋਏ, ਕਿਉਂਕਿ ਇਸ ਨਫ਼ਰਤ ਦੀ ਦੁਨੀਆ 'ਚ ਹੁਣੇ ਜਿਹੜੀ ਹਿੰਦੂਤਵੀ ਹਿੰਦਵਾਣੀਆਂ ਨੇ ਇਹ ਪਿੱਛੇ ਨਹੀਂ ਨੇ ਹਿੰਦੂਤਵੀ ਗੁੰਡਿਆਂ ਤੋਂ। ਔਰ ਇਹ ਅਸੀਂ ਹਰਿਦੁਆਰ ਦੀ ਸੰਸਦ 'ਚ ਵੀ ਜਿਹੜੀ ਸੋ ਕਾਲਡ ਧਾਰਮਿਕ ਸੰਸਦ ਸੀ ਮੁਸਲਮਾਨਾਂ ਦੇ ਖਿਲਾਫ, ਇਹਦੇ ਤੇ ਵੀ ਸਾਲੀਨੀ ਰੋਏ ਜਿਹੜੀ ਕਹਿ ਰਹੀ ਹੈ सभी खालिस्तानी को बता देती हूँ
कि 1984 में जो एक बड़ा पेड़ गिरा था तब धरती हिली थी। अगर मोदी जी का 5 जनवरी को एक रोया भी टूट जाता तो धरती फट जाती। बस इतना ही कहना चाहती हूँ। तो ये सारे दे उत्ते उन्होंने कहा कि भी ये ਜਿਹੜਾ ਸਿੱਖਾਂ ਨੂੰ ਪੂਰੀ ਤਰ੍ਹਾਂ ਥ੍ਰੈਟ ਔਰ ਇਹਦੇ ਤੇ ਜਿਹੜੀ ਸਟੋਰੀ ਹੈ ਆਪਣੇ ਆਪ ਦੇ ਵਿੱਚ ਹੀ ਮੁਕੰਮਲ ਹੈ। ਇਹ ਦੱਸ ਰਹੀ ਹੈ ਵੀ ਇੱਕ ਪਾਸੇ ਜਿੱਥੇ ਸਿੱਖ ਕੌਮ ਹਾਲਾਂ ਅਜੇ ਤੱਕ ਨਾ ਕਿਸਾਨ ਮੂਵਮੈਂਟ ਵਾਲਿਆਂ ਨੇ ਜਾਂ ਪੰਜਾਬ 'ਚ ਕੋਈ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਦੇ ਥੱਲੇ ਕੋਈ ਸਟਰਗਲ ਨਹੀਂ ਲੜੀ ਜਾ ਰਹੀ, ਪਰ ਇਹਨਾਂ ਦਾ ਉਸ 4 ਸਾਲ ਦੇ ਮੁੰਡੇ ਵਾਂਗ ਆਪਣਾ ਹੀ ਫੀਅਰ ਹੈ। ਪਰ ਦੂਸਰੇ ਪਾਸੇ ਉਹ ਸਿੱਖਾਂ ਨੂੰ ਡਰਾਉਣ ਦੇ ਲਈ, ਧਮਕਾਉਣ ਦੇ ਲਈ ਇਸ ਕਿਸਮ ਦੀ ਥ੍ਰੈਟ ਜਿਹੜੀ ਹੈ, ਜਿਹੜੀ ਕਿ ਹੁਣ ਚਾਹੀਦਾ ਤਾਂ ਇਹ ਹੈ ਕਿ ਜੇ ਉੱਥੇ ਕਾਨੂੰਨ ਨਾਂ ਦੀ ਕੋਈ ਚੀਜ਼ ਹੋਏ, ਸਾਰੇ ਜਿੰਨੇ ਟਵੀਟ ਜਾਂ ਸੋਸ਼ਲ ਪੋਸਟ ਨੇ ਕੋਈ ਐਨੋਨਿਮਸ ਨਹੀਂ ਆਏ, ਇਹ ਸਾਰੇ ਨੋਨ ਨੇ, ਇਹਨਾਂ ਦੇ ਖਿਲਾਫ ਕੇਸ ਦਰਜ ਹੋਣੇ ਚਾਹੀਦੇ ਸੀ। ਪਰ ਕੇਸ ਤਾਂ ਉਹ ਗੁੰਡੇ ਸਾਧੂਆਂ ਦੇ ਖਿਲਾਫ ਨਹੀਂ ਹੋਇਆ ਜਿਨ੍ਹਾਂ ਨੇ ਕਿਹਾ ਵੀ ਸਫਾਇਆ ਕਰ ਦਿਓ। ਇਹ ਵੀ ਇਹੀ ਕਹਿ ਰਹੇ ਨੇ। ਲੇਕਿਨ ਅਸੀਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਭਾਈ ਤੁਹਾਡੀ ਮੌਤ ਤੁਹਾਨੂੰ ਆਵਾਜ਼ਾਂ ਮਾਰ ਰਹੀ ਹੈ। ਇਹ ਸਿੱਖ ਜਾਣਦੇ ਨੇ, ਅੱਗੇ ਵੀ ਇਸ ਕਿਸਮ ਦੇ ਤਜਰਬਿਆਂ ਚੋਂ, ਇਸ ਕਿਸਮ ਦੀਆਂ ਜਿਹੜੇ ਘੱਲੂਕਾਰਿਆਂ ਚੋਂ ਅਸੀਂ ਗੁਜ਼ਰੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਤੁਹਾਡੀ ਮੌਤ ਤੁਹਾਨੂੰ ਆਵਾਜ਼ਾਂ ਮਾਰ ਰਹੀ ਹੈ। ਬਸ ਇੰਨਾ ਹੀ ਮੈਂ ਕਹਿਣਾ ਚਾਹੁੰਦਾ। ਨੋ ਡਾਊਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ ਝੂਠ ਅਤੇ ਝੂਠੇ ਪ੍ਰੋਪੇਗੈਂਡੇ ਦੀਆਂ ਸਾਰੀਆਂ ਹੱਦਾਂ ਕ੍ਰੋਸ ਕੀਤੀਆਂ ਜਾ ਰਹੀਆਂ ਨੇ ਔਰ ਕੀ ਇਹ ਸਿਰਫ ਯੂਪੀ ਦੀਆਂ ਚੋਣਾਂ ਜਿੱਤਣ ਲਈ ਹੈ ਜਾਂ ਫਿਰ ਕੁਝ ਹੋਰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਵੈਸੇ ਤਾਂ ਇਹਨਾਂ ਦਾ ਸਾਰਾ ਹਿੰਦੂਤਵਾਈ ਝੂਠ ਤੇ ਮਬਨੀ ਹੈ। ਜੇ ਤੁਸੀਂ ਸਾਵਰਕਰ ਜਿਹੜਾ 20ਵੀਂ ਸਦੀ 'ਚ ਇਹਨਾਂ ਦੀ ਆਈਡੀਓਲੋਜੀ ਦਾ ਪਿਓ ਹੈ, ਜਾਂ ਤੁਸੀਂ ਬ੍ਰਾਹਮਣਵਾਦ ਹੀ ਦੇਖਣਾ ਹੋਏ ਰਿਗਵੇਦ ਤੋਂ ਜਿਹਦੀ ਸ਼ੁਰੂਆਤ ਹੁੰਦੀ ਹੈ, ਤੇ ਇਹਨਾਂ ਦੀ ਸਾਰੀ ਆਈਡੀਓਲੋਜੀ ਹੀ ਇਸ ਗੱਲ ਤੇ ਖੜੀ ਹੈ ਕਿ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ ਉਨਾ ਲੋਕ ਯਕੀਨ ਕਰਨਗੇ। ਝੂਠੇ ਪਰੋਸਦੇ ਨੇ। ਇਹ ਤਾਂ ਗਾਂ ਦਾ ਮੂਤਰ ਵੀ ਜਿਹੜਾ ਹੈ ਉਸ ਨੂੰ ਸਾਰੀਆਂ ਬਿਮਾਰੀਆਂ ਦਾ ਇਲਾਜ ਸਣੇ ਕੈਂਸਰ ਤੇ ਦੱਸ ਕੇ ਉਹਦੀ ਮਾਰਕੀਟਿੰਗ ਕਰਦੇ ਨੇ। ਔਰ ਇਹਨਾਂ ਦੇ ਕਾਲਜਾਂ 'ਚ ਮੈਡੀਕਲ ਕਾਲਜ ਦਾ ਪੜ੍ਹਿਆ ਡਾਕਟਰ ਜਿਹੜਾ ਹੈ ਉਹ ਗੋਹਾ ਖਾ ਕੇ ਪਬਲਿਕਲੀ ਵੀਡੀਓ ਬਣਾ ਕੇ ਦੱਸ ਰਿਹਾ ਕਿ ਕਿਵੇਂ ਗੋਹੇ ਨਾਲ ਇਲਾਜ ਹੈ। ਵੱਖਰੀ ਗੱਲ ਹੈ ਹੁਣ ਉਹ ਖੁਦ ਹਸਪਤਾਲ 'ਚ ਪੁੱਠਾ ਹੋਇਆ ਹੈ। ਸੋ ਇਹ ਸਾਰਾ, ਲੇਕਿਨ ਤੁਸੀਂ ਦੇਖੋਗੇ ਕਿ ਉਸ ਝੂਠ ਦੇ ਬਾਹਰ ਵੀ ਨੇ। ਔਰ ਜੇ ਇਵੇਂ ਨਾ ਹੁੰਦਾ ਤੇ ਇਸ ਕਿਸਮ ਦੀ ਡਿਸਕ੍ਰਿਮੀਨੇਟਰੀ ਜਿਹੜੀ ਹੈ ਇਹਨਾਂ ਦੀ ਆਈਡੀਓਲੋਜੀ ਡਿਸਕ੍ਰਿਮੀਨੇਸ਼ਨ ਤੇ ਆਧਾਰਿਤ ਇਹ 4000 ਸਾਲ ਤੋਂ 3500 ਸਾਲ ਤੋਂ ਖੜੀ ਹੁੰਦੀ। ਹੁਣ ਅਸੀਂ ਸਮਝਦੇ ਹਾਂ ਵੀ ਜੋ ਇਸ ਵੇਲੇ ਪਿਛਲੇ 72 ਘੰਟੇ ਦੇ ਵਿੱਚ ਆਲਮੋਸਟ ਜੇ 5 ਜਨਵਰੀ ਦੀ ਸਵੇਰ ਤੋਂ ਕਹਿਣਾ ਹੋਏ ਜਦੋਂ ਤੋਂ ਮੋਦੀ ਨੇ ਸਾਰਾ
ਜਿਹੜਾ ਸਿਕਿਉਰਿਟੀ ਬ੍ਰੀਚ ਡਰਾਮਾ ਸ਼ੁਰੂ ਕੀਤਾ ਤੇ ਤੁਸੀਂ ਫੁੱਲ ਸਕੇਲ ਨਫ਼ਰਤ ਔਰ ਉਸ ਨਫ਼ਰਤ ਦੇ ਨਾਲ ਉਸ ਨਫ਼ਰਤ ਨੂੰ ਕਿਵੇਂ ਝੂਠ ਦੇ ਵੱਡੇ ਗੋਲਿਆਂ ਦੇ ਨਾਲ ਔਰ ਝੂਠ ਦੀਆਂ ਤੋਪਾਂ ਝੂਠ ਦੇ ਗੋਲੇ ਉਸ ਦੇ ਆਲੇ ਦੁਆਲੇ ਜਿਹੜੀ ਲਿਪਟੀ ਨਫ਼ਰਤ ਉਹਨੂੰ ਉਹ ਕਿਸ ਦੂਰ ਤੱਕ ਪਹੁੰਚਾ ਰਹੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭੈਣ ਜੀ ਅਮਨਜੋਤ ਕੌਰ ਜਿਹੜੇ ਉੱਥੋਂ ਦੇ ਮੀਡੀਆ ਦੇ ਉੱਤੇ ਕਾਫੀ ਪੈਣੀ ਅੱਖ ਰੱਖਦੇ ਨੇ, ਸਾਨੂੰ ਨਾਲ ਦੀ ਨਾਲ ਉਹ ਇਨਫੋਰਮ ਵੀ ਕਰ ਰਹੇ ਨੇ ਔਰ ਉਸ ਦੇ ਨਾਲ ਜਿਹੜੀਆਂ ਬਾਕੀ ਸਟੋਰੀਜ਼ ਵੀ ਸਾਡੇ ਤੱਕ ਪਹੁੰਚਦੀਆਂ ਨੇ ਉਹ ਸਾਡੇ ਲਈ ਮਦਦਗਾਰ ਨੇ। ਔਰ ਉਹਨਾਂ ਦੀਆਂ 2 ਲਿਖਤਾਂ ਜਿਹੜੀਆਂ ਪਿਛਲੇ 24 ਘੰਟੇ 'ਚ ਆਈਆਂ, ਇੱਕ ਹੈ ਕਿ ਬੀਜੇਪੀ ਐਂਡ ਗੋਦੀ ਮੀਡੀਆ ਕ੍ਰਾਸ ਆਲ ਲਿਮਿਟਸ ਆਫ ਲਾਈਜ਼, ਝੂਠ ਦੀਆਂ ਸਾਰੀਆਂ ਹੱਦਾਂ ਉਹਨਾਂ ਟੱਪ ਲਈਆਂ। ਇੱਕ ਹੈ ਪੰਜਾਬ ਯੂਜ਼ਡ ਐਜ਼ ਏ ਸਕੇਪਗੋਟ ਇਨ ਯੂਪੀ ਪੋਲਸ, ਕਿ ਪੰਜਾਬ ਤਾਂ ਉਹਨਾਂ ਨੇ ਦੇਖ ਲਿਆ, ਉਹ ਤਾਂ ਹੱਥੋਂ ਨਿਕਲ ਗਿਆ, ਜੇ ਉਹਨੂੰ ਸੁਣਨੀ ਕੋਈ ਨਹੀਂ ਆਇਆ, ਕੁਰਸੀਆਂ ਖਾਲੀ ਨੇ, ਵੋਟਾਂ ਕਿਹਨੇ ਪਾਉਣੀਆਂ, ਤਾਂ ਉਹਨਾਂ ਦੇ ਨਾਲ ਹੀ ਜਿੰਨੇ ਚਮਚੇ ਖੜੇ ਕੀਤੇ ਸੀ ਸਾਰੇ ਵਿਕਾਊ ਮਾਲ ਉਹ ਵੀ ਸਾਰੇ। ਹੁਣ ਉਹਨਾਂ ਨੂੰ ਲੱਗਦਾ ਵੀ ਇਸ ਸਿਚੁਏਸ਼ਨ ਦਾ ਫਾਇਦਾ ਚੁੱਕ ਕੇ ਤੁਸੀਂ ਘੱਟੋ ਘੱਟ ਯੂਪੀ ਕੱਢ ਲਓ ਔਰ ਉਹਨੂੰ ਲੱਗਦਾ ਵੀ ਜੇ ਯੂਪੀ ਅਸੀਂ ਲੈ ਜਾਈਏ ਤੇ ਫਿਰ 2024 ਸੌਖਾ ਹੋ ਜਾਂਦਾ। ਅਦਰਵਾਈਜ਼ ਇਹਨਾਂ ਦਾ ਵੈਸੇ ਮੈਨੂੰ ਇਹ ਲੱਗਦਾ ਵੀ ਇਹਨਾਂ ਦਾ ਜਿਹੜਾ ਉਹ ਬਿਗਨਿੰਗ ਆਫ ਐਨ ਐਂਡ ਇਹ ਸ਼ੁਰੂ ਹੋ ਚੁੱਕਾ ਹੈ। ਹਾਲਾਂ ਉਹਨਾਂ ਨੂੰ ਕੋਈ ਯੂਪੀ ਲੈਣ ਲਈ ਵੋਟਾਂ ਦੀ ਲੋੜ ਨਹੀਂ ਹੈ, ਉਹ ਈਵੀਐਮ ਉਹਨਾਂ ਦੇ ਕੋਲ ਹੈ, ਉਹ ਸਾਰਾ ਸਾਹਮਣੇ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇਹਨਾਂ ਨੂੰ ਹੁਣੇ ਲੱਗਾ ਵੀ ਇਕੱਲਾ ਸਿਕਿਉਰਿਟੀ ਬ੍ਰੀਚ ਵਾਲੀ ਗੱਲ ਬਹੁਤੀ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਉਨੀ ਨਹੀਂ ਹੋ ਰਹੀ। ਹੁਣ ਤੁਸੀਂ 2 ਸਟੇਟਮੈਂਟ ਆ ਇਹਨਾਂ ਦੇ ਵੱਡੇ ਜਿਹੜੇ ਨੇ, ਉਹਨਾਂ ਚੋਂ ਇੱਕ ਤਾਂ ਕਾਂਗਰਸ 'ਚ ਬੈਠਾ ਹੋਇਆ ਉਹੀ ਜਿਹੜਾ ਮਨੀਸ਼ ਤਿਵਾੜੀ, ਜਿਸ ਦੇ ਪਿਓ ਨੂੰ ਵਿਸ਼ਵਨਾਥ ਤਿਵਾੜੀ ਨੂੰ ਮਾਰਿਆ ਗਿਆ ਸੀ, ਮਰਡਰ ਹੋਇਆ ਸੀ ਉਹਦਾ, ਤੇ ਉਦੋਂ ਵੀ ਉਹਨਾਂ ਨੇ ਖਾਲਿਸਤਾਨੀਆਂ ਦੇ ਖਾਤੇ ਪਾ। ਹੁਣ ਅਨੰਦਪੁਰ ਸਾਹਿਬ ਤੋਂ ਸਿਟਿੰਗ ਕਾਂਗਰਸ ਦੇ ਐਮਪੀ ਹੈ। ਇਹਨਾਂ ਦੋਨਾਂ ਦਾ ਵਰਤਾਰਾ, ਇਹਦਾ ਵੀ ਔਰ ਸੁਨੀਲ ਜਾਖੜ ਦਾ, ਇਹ ਕਈਆਂ ਨੂੰ ਜਿਹੜੇ ਸਮਝਦੇ ਸੀ ਕਿ ਜੀ ਦੇਖੋ ਹੁਣ ਪੰਜਾਬ ਦਾ ਹਿੰਦੂ ਉਹ ਨਹੀਂ ਰਿਹਾ, ਹੁਣ ਉਹ ਪੰਜਾਬ ਦੇ ਨਾਲ ਵਫਾ ਕਰਦੇ ਨੇ, ਇਹ ਇਸ ਘਟਨਾ ਨੇ ਦੱਸ ਦਿੱਤਾ ਵੀ ਪੰਜਾਬ ਦਾ ਹਿੰਦੂ ਕਿੱਥੇ ਖੜਾ ਹੈ। ਪਰ ਇੱਕ ਜਿਹੜਾ ਫਰੋਡੀਆਂ ਦਾ ਪਿਓ, ਝੂਠ ਦਾ ਪਿਓ ਗਿਰੀਰਾਜ ਸਿੰਘ, ਉਹਦਾ ਉਹ ਦੇ ਰਿਹਾ ਬਿਆਨ, बच गए पीएम मोदी, ड्रोन या टेलीस्कोपिक गन से हो सकती थी हत्या। उन्होंने कहा जी ये तो उन्हें बयान दिता है कि उसकी हत्या भी हो सकती सी। उन्होंने कहा कि कोई पीएम मोदी को मौत के कुएं में फंसाना कोई इत्तेफाक नहीं, ये साजिश थी और वो शिव जी की कृपा से बच गए। उन्होंने मौत के खूह च उन्होंने लै गए तो वो बच गया। और उन्हें कहा कि बई ये जांच होनी चाहिए है, इकला पंजाब के लैवल पर नहीं है, ये तार उपर तक जुड़े होणगे। और ये तो यह भी है कि भी शायद उन्होंने प्लान किया सी कि उन्होंने जी मर्डर है वो ड्रोन या इलैक्ट्रॉनिक गन के नाल किया जाए और उस दे उत्ते वीडियो भी उन्हें शेयर की। उन्होंने कहा जी इस तो अंदाज़ा लाया जा सकता है कि फ्लाईओवर से प्रधानमंत्री को रोकया गया और ये इन्हां दा मकसद ही ये सी कि भी उन्होंने मारना सी। जे गिरिराज सिंह ये कहता तो स्मृति ईरानी जिहड़ी मोदी दी खासम खास वो ये कह रही है कि भी अज भी पंजाब दी जिहड़ी धरती तो कांग्रेस पार्टी दे खूनी इरादे नाकाम हो गए। जिहड़े लोग मोदी नूं नफरत करते हैं उन्होंने ये किया कि मोदी का खात्मा किया जाए, पर मोदी जी जिहड़े ने वो शिव जी की कृपा तो बच गए। उन्होंने कहा जी देखो मोदी का काफिला जिहड़ा वो सिर्फ 30 किलोमीटर दूर रुकिया और ये तो पाकिस्तान तो भी जिहड़ा हमला हो सकता सी। और ये गल कहण दे लई उन्होंने मनीष तिवाड़ी नूं चुनिया और उन्हें कहा कि प्राइम मिनिस्टर मोदी पाकिस्तान की फायरिंग रेंज में थे। और उन्हें कहा जी वो तो फायरिंग रेंज सी, वो जिथे उन्हें जाना सी समाधि ते वो फायरिंग रेंज नहीं सी, ਜਾਂ ਫਿਰੋਜ਼ਪੁਰ नहीं है फायरिंग रेंज, ਤੁਹਾਡੀ BSF कित्थे। और ਉਹਦੇ ਚੋਂ ਇਹ ਆਪਣੀ ਸਰਕਾਰ ਨੂੰ ਜਿਹੜਾ ਉਹਨਾਂ ਦਾ ਸਿਟਿੰਗ MP ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਉਹਨੂੰ ਤਾਂ ਪਾਕਿਸਤਾਨ ਦੀ ਫਾਇਰਿੰਗ ਰੇਂਜ ਸੀ। ਪਰ ਜਿਵੇਂ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਕਾਫੀ ਵੇਰਵੇ 'ਚ ਦਿੱਤਾ ਹੈ, seeing lies openly cooked out of a non-issue today, I can easily imagine what this country must have done in 1980s। ਕਿ ਅੱਜ ਜਿਵੇਂ ਖੁੱਲ ਕੇ ਝੂਠ ਬੋਲ ਰਹੇ ਨੇ 1980 ਚ ਇਹਨਾਂ ਨੇ ਕੀ ਕੀਤਾ ਹੋਏਗਾ। Would you believe it? Reliance owned channel News 18 created a fake animated video showing Modi mobbed by lathi wielding men in Punjab and thrown off a bridge। उन्होंने एक जिहड़ी है वो एनीमेटेड वीडियो क्रिएट की फेक
ਕਿ ਜੀ ਮੋਦੀ ਨੂੰ ਜਿਵੇਂ ਲਾਠੀਆਂ ਵਾਲੇ ਆ ਕੇ ਸਿੱਖ ਪੈ ਗਏ ਔਰ ਉਹਨੂੰ ਉਹਨਾਂ ਨੇ ਪੁਲ ਤੋਂ ਜਿਹੜਾ ਫਲਾਈਓਵਰ ਤੋਂ ਧੱਕਾ ਦੇ ਦਿੱਤਾ ਔਰ ਦੇ ਆਰ ਸ਼ੋਇੰਗ ਇਟ ਅਗੇਨ ਐਂਡ ਅਗੇਨ ਵਿਦ ਹੈਡਲਾਈਨਸ ਲਾਈਕ PM ਅਟੈਕਡ ਇਨ ਪੰਜਾਬ ਕਿ ਉਹਨੂੰ ਹੈਡਲਾਈਨ ਲਾਈ ਹੋਈ ਹੈ, ਦਿਖਾ ਰਹੇ ਨੇ। ਰਿਪਬਲਿਕ ਚੈਨਲ ਬਲੇਮਸ ਖਾਲਿਸਤਾਨੀਜ਼। News 18 has been calling not only farmers but even Punjab CM and Punjab Police ਖਾਲਿਸਤਾਨੀ। ਅਲਟੀਮੇਟਲੀ ਤਾਂ ਇਹਨਾਂ ਨੇ ਖਾਲਿਸਤਾਨੀ ਬਣਨਾ ਹੈ, ਇਹ ਤੋਂ ਬਿਨਾਂ ਤਾਂ ਇਹਨਾਂ ਦਾ ਵੀ ਗੁਜ਼ਾਰਾ ਨਹੀਂ। ਪਰ ਇਹਨਾਂ ਨੇ ਪਹਿਲਾਂ ਚੰਨੀ ਨੂੰ ਵੀ ਹੁਣ ਪਹਿਲਾਂ ਤੱਕ ਇਹ ਸੀ ਜੀ ਦਲਿਤ ਬਣਾਓ ਚੀਫ ਮਿਨਿਸਟਰ ਜੀ। ਇਹ ਤਾਂ ਦੇਖੋ ਇਹਨਾਂ ਨੇ ਕਾਸਟ ਐਂਗਲ ਖੇਡਣ ਦੀ ਕੋਸ਼ਿਸ਼ ਕੀਤੀ। ਹੁਣ ਚੰਨੀ ਪੰਜਾਬ ਦਾ ਪੁੱਤਰ ਹੈ, ਉਹ ਡਟਿਆ ਪੂਰੀ ਤਰ੍ਹਾਂ ਔਰ ਮੈਂ ਸਮਝਦਾ ਵੀ ਜਿਵੇਂ ਉਹਨੇ ਪੰਜਾਬ ਦਾ ਕੇਸ ਰਿਪਰੈਜ਼ੈਂਟ ਕੀਤਾ ਹੈ, ਇਹ ਅਮਰਿੰਦਰ ਔਰ ਦੂਸਰਿਆਂ ਤੋਂ ਡੁੱਬ ਮਰਨਾ ਚਾਹੀਦਾ ਇਹਨਾਂ ਨੂੰ ਕਿ ਵੀ ਕਿਸ ਹੱਦ ਤੱਕ ਇਹ ਗਦਾਰੀ ਕਰ ਰਹੇ ਨੇ। ਚੰਨੀ ਨੇ ਡਟ ਕੇ ਕਿਹਾ, ਉਹਨੇ ਕਿਹਾ ਵੀ ਕੋਈ ਨਾ ਇਹ ਮੱਤੂ ਜੋ ਨਾ ਵਿਚਾਰਾ ਬਿਮਾਰ ਵੀ ਨਹੀਂ ਹੈ, ਇਹਨੂੰ ਤਾਂ ਕਿਹਾ ਹੀ ਕਿਸੇ ਨੇ ਕੁਝ ਨਹੀਂ ਹੈ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਆਈ ਮੀਨ ਲੁੱਕ ਐਟ ਦਿਸ ਐਗਜ਼ੈਜਰੇਸ਼ਨ ਐਂਡ ਅਟੈਂਪਟਸ ਐਟ ਪ੍ਰੋਪੇਗੈਂਡਾ ਔਰ ਗਵਰਨਮੈਂਟ ਆਲਸੋ ਅਲੈਜਡ ਖਾਲਿਸਤਾਨੀ ਹੈਂਡ in its submission to Supreme Court. Solicitor General Tushar Mehta blamed so-called SFJ Khalistani for this non-attack on PM. उन्होंने कहा जी ये बाहरलियां ने ये देखो SFJ Six for Justice ये भी ये तुषार मेहता ने सुप्रीम कोर्ट ਨੂੰ ਜਿਹੜੀ ਸਬਮਿਸ਼ਨ ਦਿੱਤੀ ਹੈ ਉਹਦੇ ਚ ਕਿਹਾ Mr. Khattar demanded president rule in Punjab. Today media claimed there is a Pakistani boat in Firozpur. ਉਹਨਾਂ ਨੇ ਕਿਹਾ ਜੀ ਇੱਕ ਕਿਸ਼ਤੀ ਵੀ ਆਈ ਹੋਈ ਸੀ ਫਿਰੋਜ਼ਪੁਰ ਦੇ ਵਿੱਚ ਜਿਹੜੀ ਪਾਕਿਸਤਾਨੀ ਬੋਟ। They are creating controversy where none exists. Nothing happened to Modi. ਕੋਈ ਨੇੜੇ ਤੇੜੇ ਵੀ ਨਹੀਂ ਹੈ ਪਰ but they even charged Punjab cops under SPG Act and sent NIA team to Punjab. ਹੁਣ law and order state ਦਾ ਹੈ ਲੇਕਿਨ ਉਹ ਇੰਟਰਫੀਅਰ ਕਰ ਰਹੇ ਨੇ ਔਰ ਉਹਨੂੰ ਬਿਲਕੁਲ ਵਾਇਓਲੇਟ ਕਰ ਰਹੇ ਨੇ। First time I am seeing lies being cooked so openly and statements like anything could have happened. Someone may have thrown grenade at Prime Minister or worn a suicide bomb vest. ਕਿ ਜੀ ਕੋਈ ਆਤਮਘਾਤੀ ਜੈਕਟ ਪਾ ਕੇ ਆ ਜਾਂਦਾ, ਕੋਈ ਗ੍ਰਨੇਡ ਸੁੱਟ ਦਿੰਦਾ। ਦੇਖੋ ਜੀ ਮੋਦੀ ਨੂੰ ਉੱਥੇ ਰੋਕਿਆ। BJP leaders are also dangerously spreading hate against farmer unions and gurdwaras, claiming gurdwaras are radicalizing people, are unsafe for Hindus and that PM should never visit Gurdwara without security. ਕਿ ਵੀ ਇਹ ਚਲੇ ਜਾਂਦਾ ਹੈ ਹੁਣ ਨਾ ਜਾਈਏ। ਤੁਸੀਂ ਹੱਦ ਦੇਖੋ ਇਹਨਾਂ ਦੀ ਸਾਰੀਆਂ ਕ੍ਰਾਸ ਕੀਤੀਆਂ ਹੋਈਆਂ ਨੇ। I suspect this hate will spill over to Sikhs in states outside Punjab and their gurdwaras may soon be in danger, especially in BJP ruled state. ਇਹ ਬਿਲਕੁਲ ਭੈਣ ਜੀ ਅਮਨਜੋਤ ਕੌਰ ਨੇ ਠੀਕ ਵਾਰਨਿੰਗ ਦਿੱਤੀ ਹੈ ਗੁਰਦੁਆਰਿਆਂ ਦੀ ਪ੍ਰੋਟੈਕਸ਼ਨ ਆਪਣੇ ਘਰਾਂ 'ਚ ਵੀ। ਜਿਵੇਂ ਸੰਤ ਪਿੰਡਾਂ ਵਾਲੇ ਕਹਿੰਦੇ ਸੀ ਕਿ ਘਰਾਂ 'ਚ ਤੁਸੀਂ ਕੀਮਤੀ ਟੀਵੀ ਤੇ ਫਲਾਣਾ ਕਰਦੇ ਹੋ, ਇਹ ਜਦੋਂ ਕੋਈ ਆ ਕੇ ਤੁਹਾਡੇ ਤੇ ਹਮਲਾ ਹੋਇਆ ਫਿਰ ਟੀਵੀ ਦਿਖਾਇਆ ਉਹਨਾਂ ਨੂੰ ਹੱਥ ਫੜ ਕੇ, ਹਥਿਆਰ ਰੱਖੋ। ਔਰ ਇਹ ਬਿਲਕੁਲ ਇਹ ਹੁਣ ਵਕਤ ਆ ਗਿਆ ਵੀ ਇਹ ਹੁਣ ਡੂ ਔਰ ਡਾਈ ਜੇ ਇਹਨਾਂ ਦੀ ਨਫ਼ਰਤ ਸਪਿਲ ਓਵਰ ਹੁੰਦੀ ਹੈ। Sikhs should be on toes and see how we are being blamed for something that never happened. They are using excuses to destabilize Punjab and impose president rule here when they know they have no chance in election here. ਕਿਉਂਕਿ ਉਹਨਾਂ ਦਾ ਇਹ ਕੰਮ ਮੁੱਕ ਗਿਆ ਔਰ ਇਸ ਦੇ ਨਾਲ ਜਿਵੇਂ ਉਹਨਾਂ ਨੇ ਕਿਹਾ ਵੀ ਯੂਪੀ ਦੇ ਪੋਲਸ ਦੇ ਲਈ ਹੁਣ ਇਹ ਰਾਜਨਾਥ ਸਿੰਘ डिफेंस मिनिस्टर ਜਿਹੜਾ ਹੈ ਉਹ यूपी ਦਾ ਹੈ। यूपी जो कह रहा है मोदी जी मौत के मुंह से निकल के आए हैं। ये एक रैली च कह रहा है कि भी ये वो दूजा कह रहा सी कि मौत के कुएं चो निकल के आया, ये कहना मौत के मुंह चो निकल के आया। और इसी तरह अवधूत सिंह जिहदा असीं ऑलरेडी जिक्र किया उन्होंने वो कहा होया कुछ नहीं, बीजेपी IT सैल लीडर ते मीडिया बकवास करी जा रहे हैं कि भी कुछ भी नहीं। वैसे हुण कित्थे गई बीजेपी दी दलित लई इज्जत, वैसे बड़े दलित दे हक दी गल करदे सी, हुण जो चन्नी ले कह रहे हैं हैंग टू डेथ है वो ये सारा कित्थे है। मीडिया इज यूजिंग न्यू टैक्टिक्स टू कॉल एवरी एरिया ऑफ पंजाब एज नियर पाकिस्तान बॉर्डर। कहंदे जी ओ जी देखो उत्थों आ जानी सी जी ड्रैगन गन फलानी उहदे नाल हो जाना सी हमला। Why no one is questioning SPG for not taking alternate route and why no one asked why Modi changed his route? Why are speakers from Punjab muted when they speak on TV? उन्होंने कहा जी पंजाब वाले आ जाते हैं बह जाते हैं इन्होंने चैनलों से, उन्होंने आवाज़ वो म्यूट कर दिंदा जिहड़ा एंकर है। और उन्होंने ये कहा कि an important issue of Punjab, be it teachers or employees or jobs, are ignored only to focus on this non-issue of Modi's car waiting on a road for 15 minutes.
पंजाब इज द विपिंग बॉय फॉर अदर इलैक्शंस आल्सो टू पोलराइज हिंदू वोट। ये बिल्कुल ठीक है क्योंकि पंजाब 'ਚ ਇਹਨਾਂ ਨੂੰ ਲੱਗਦਾ ਵੀ ਸਾਡਾ ਸੌਦਾ ਨਾ ਵਿਕਿਆ ਨਾ ਵਿਕਣਾ, ਪਰ ਇਹ ਪੰਜਾਬ ਇਸ਼ੂ ਨੂੰ ਇਸਤੇਮਾਲ ਕਰਕੇ यूपी ਕੱਢਣਾ ਚਾਹੁੰਦੇ ਨੇ। ਇਹ ਹੁਣ ਵਕਤ ਦੱਸੇਗਾ ਕਿ ਭਾਈ ਵੈਸਟਰਨ यूपी ਤਾਂ ਇਹਨਾਂ ਦੀ ਸਪੈਲ 'ਚ ਨਹੀਂ ਆਉਂਦਾ, ਪਰ ਅਜੇ ਵਿੱਚ ਟਾਈਮ ਹੈ, ਇਹਨਾਂ ਨੇ ਹੋਰ ਵੀ ਕੁਝ ਕਰਨਾ। ਇਹ ਗੱਲ ਇੰਨੇ ਨਾਲ ਇਹਨਾਂ ਦਾ ਇਹ ਸੌਦਾ ਜਿਹਾ ਵਿਕਿਆ ਨਹੀਂ ਹੈ। ਵੀਡੀਓਜ਼ ਹੋਰ ਵੀ ਸਾਹਮਣੇ ਆ ਗਈਆਂ, ਸਾਹਮਣੇ ਆ ਗਿਆ ਕਿ ਭਾਈ ਇਹ ਤਾਂ ਇਹਨਾਂ ਦੇ ਹੀ ਬੰਦੇ ਮੋਦੀ ਨੂੰ ਜ਼ਿੰਦਾਬਾਦ ਕਰ ਰਹੇ ਨੇ, ਝੰਡਾ ਵੀ ਬੀਜੇਪੀ ਦਾ, ਕੋਈ ਕਿਸਾਨ ਤਾਂ ਨੇੜੇ ਤੇੜੇ ਵੀ ਨਹੀਂ ਆਇਆ। ਲੇਕਿਨ ਇਹ ਕਮੀਨਾ ਦੁਸ਼ਮਣ ਅਜੇ ਇਹਨੇ ਕਮੀਨਗੀ ਦੀਆਂ ਹੋਰ ਹੱਦਾਂ ਵੀ ਪਾਰ ਕਰਨੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਫਿਊਰਸ, ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਕਿਹਾ ਹੈ ਕਿ ਪੈਂਗੋਂਗ ਸੋ ਲੇਕ ਤੇ ਬਣਾਇਆ ਜਾ ਰਿਹਾ ਪੁਲ ਉਸ ਦੀ ਹੱਦ ਵਿੱਚ ਹੀ ਹੈ ਅਤੇ ਉਹ ਆਪਣੀ ਸੋਵਰਨਟੀ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗਾ ਔਰ ਭਾਰਤ ਵੱਲੋਂ ਇਸ ਤੇ ਕੁਝ ਕਾਰਵਾਈ ਕਰਨ ਦੀ ਥਾਂ ਫੋਕੀਆਂ ਚੀਕਾਂ ਹੀ ਮਾਰੀਆਂ ਜਾ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? वैसे अक्सर एक कहानी मैं अगे भी रिपीट की है, लेकिन कई बार कोई खबर उसका माना समझ नहीं आ सकता जे इस किस्म की गल रिपीट ना करो। सो ये जिहड़ी बाणिया मैंटैलिटी जदों उसनूं कुट पैंदी है, क्योंकि अदरवाइज तो कलम की मार मारदा है, तो जदों आमो सामने हो जाए तो फिर आ गया काबू, तो उन्हें जिन्हें एक छड्डी और खा के दूर जाता है तो फिर उतों कहता इब की बार मार तो देखूं, वो फिर फड़ के उन्होंने 2 होर मारदा है, फिर वो छुट के कहता इब की बार मार तो देखूं। सो वो कुट खाना है, लेकिन ये उन्हें क्योंकि वो किसी होर ਲਈ ਹੁੰਦਾ है कि देखो मैं तो वंगारदा रहा। सो ਜਿਹੜਾ ਇਹਨਾਂ ਦਾ ਇਸ ਵੇਲੇ ਚਾਈਨਾ ਦੇ ਨਾਲ ਭਾਰਤ ਦਾ ਜਿਸ ਕਿਸਮ ਦਾ ਰਿਸਪੌਂਸ ਲਾਈਨ ਹੈ ਉਹ ਬਿਲਕੁਲ ਉਸ ਬਾਣੀਏ ਵਾਂਗ ਹੈ ਕਿ ਜਿਹੜਾ ਇੱਕ ਤੋਂ ਬਾਅਦ ਇੱਕ ਚਪੇੜ ਖਾ ਰਿਹਾ ਹੈ, ਮੁੱਕਾ ਖਾ ਰਿਹਾ ਹੈ, ਠੁੱਡ ਖਾ ਰਿਹਾ ਹੈ और दूर खलो के वो अपने ਜਿਹੜੇ ਪਿੱਛੇ ਕਰਾਊਡ ਖੜੀ ਹੈ ਜਿਨ੍ਹਾਂ ਉਹਨਾਂ ਨੇ ਵੇਚਿਆ ਹੈ ਇਹ ਸੌਦਾ ਵੇਚਿਆ ਹੋਇਆ ਕਿ ਬਾਣੀਆਂ ਬਹੁਤ ਬਹਾਦਰ ਹੈ, ਉਹਨਾਂ ਨੂੰ ਦੱਸ ਰਿਹਾ ਕਿ ਦੇਖੋ ਮੈਂ ਵੰਗਾਰ ਰਿਹਾ। ਹੁਣ ਅਸੀਂ ਅਕਸਰ ਕਿਉਂਕਿ ਕਈ ਚੀਜ਼ਾਂ ਰਿਪੀਟ ਹੁੰਦੀਆਂ ਨੇ, ਜਦੋਂ ਤੁਸੀਂ ਇਸ ਗੱਲ ਦਾ ਧਿਆਨ ਰਹੇ ਕਿ ਹਰ ਵਾਰ ਨਵੇਂ ਵਿਊਅਰਸ ਵੀ ਜੁੜਦੇ ਨੇ ਔਰ ਜ਼ਰੂਰੀ ਨਹੀਂ ਕਿ ਸਾਰੇ ਸਾਨੂੰ ਜਿਹੜੇ ਨੇ ਉਹ 9 ਸਾਲ ਤੋਂ ਫੋਲੋ ਕਰ ਰਹੇ ਨੇ। ਇਸ ਲਈ ਕਈ ਵਾਰੀ ਕਰੰਟ ਗੱਲ ਨੂੰ ਜੋੜਨ ਦੇ ਲਈ ਅਸੀਂ ਉਹ ਸਾਰੇ ਪ੍ਰਸੰਗ ਦੇ ਨਾਲ ਜੋੜਦੇ ਵੀ ਹੈ, ਕਿਉਂਕਿ ਇਹ ਰਿਮਾਈਂਡਰ ਵੀ ਹੁੰਦਾ ਕਿ ਤੁਸੀਂ ਰਿਲੇਟ ਕਰ ਸਕਦੇ ਹੋ। ਹੁਣ ਅਸੀਂ ਜੂਨ 2020 ਗਲਵਾਨ ਵੈਲੀ 'ਚ ਕੀ ਹੋਇਆ, 20 ਸੋਲਜਰ ਇੰਡੀਆ ਦੇ ਉਹਨਾਂ ਨੇ ਸਰੀਆਂ ਨਾਲ ਰੋਡਾਂ ਨਾਲ ਕੁੱਟ ਕੇ ਮਾਰੇ, 10 ਜਿਹੜੇ ਨੇ ਉਹ POW ਬਣਾਏ, ਪ੍ਰਿਜ਼ਨਰ ਆਫ ਵਾਰ, ਉਹਨਾਂ ਨੂੰ 72 ਘੰਟੇ ਬਾਅਦ ਛੱਡਿਆ ਔਰ ਉਸ ਸਾਰੇ 'ਚ ਉਹਨਾਂ ਦੇ ਕਰਨਲ ਲੈਵਲ ਦਾ ਆਫੀਸਰ ਕਮਾਂਡਰ ਉਹ ਵੀ ਮਾਰਿਆ ਗਿਆ। ਔਰ ਉਸ ਤੋਂ ਬਾਅਦ ਮਾਸਕੋ ਦੀਆਂ ਅਗਸਤ ਜੂਨ ਦੇ ਵਿੱਚ ਇਹ ਹੁੰਦਾ ਮਹੀਨੇ ਤੋਂ ਦੇ ਵਿੱਚ ਵੀ ਜਾ ਕੇ ਰੂਸ ਦੇ ਪੈਰੀਂ ਪੈ ਕੇ ਮਾਸਕੋ 'ਚ ਇਹ ਮੰਨਦੇ ਨੇ, ਜੁਆਇੰਟ ਸਟੇਟਮੈਂਟ ਦੋਨਾਂ ਫੋਰਨ ਮਿਨਿਸਟਰਸ ਦੀ ਹੁੰਦੀ ਹੈ, ਉਹਦੇ 'ਚ ਇੰਡੀਆ ਕਹਿੰਦਾ ਤੱਕ ਵੀ ਨਹੀਂ ਹੈ ਕਿ ਭਾਈ ਸਾਡੀ ਜਗ੍ਹਾ ਲਈ ਹੈ ਇਹ ਵਾਪਸ ਕਰੋ।
ਔਰ ਉਸ ਤੋਂ ਬਾਅਦ ਵਰਤਾਰਾ ਜੇ ਲਗਾਤਾਰਤਾ ਨਾਲ ਦੇਖੀਏ, ਹੁਣ ਉਹਨਾਂ ਦਾ ਆਪਣਾ ਮੀਡੀਆ ਆਪਣਾ ਇਹ ਕਹਿੰਦੇ ਨੇ ਕਿ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਜਿਹੜਾ ਉਹ ਇਹਨਾਂ ਝੜਪਾਂ ਦੇ ਦੌਰਾਨ ਚਾਈਨਾ ਨੇ ਲਿਆ। ਉਹਦੇ 'ਚ ਵੱਡਾ ਪੈਂਗੋਂਗ ਸੋ ਹੈ, ਡੈਪਸੋਂਗ ਹੈ, ਫਿਰ ਅਸੀਂ ਹੌਟ ਸਪਰਿੰਗਸ ਹੈ, ਡੈਮਚੌਕ ਹੈ, ਡੈਪਸੋਂਗ ਹੈ। ਇਹਨਾਂ ਸਾਰੇ ਏਰੀਆਜ਼ ਦੇ ਵਿੱਚ ਹੁਣ ਪੈਂਗੋਂਗ ਸੋ ਲੇਕ ਬਹੁਤ ਵੱਡਾ ਲੇਕ ਹੈ। ਉਹਦਾ ਆਲਮੋਸਟ 90% ਏਰੀਆ ਉਹਨਾਂ ਨੇ ਚੀਨ ਦੇ ਕੋਲ ਹੈ। ਹੁਣ ਪਿਛਲੇ ਦਿਨਾਂ 'ਚ ਜਿਹੜੀ ਖਬਰ ਆਈ ਕਿ ਵੀ ਕਿਵੇਂ ਉਹਨਾਂ ਨੇ ਨਾਰਥ ਟੂ ਸਾਊਥ ਪੈਂਗੋਂਗ ਸੋ ਲੇਕ ਦਾ ਬ੍ਰਿਜ ਬਣਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਇਹ ਚੁੱਪ ਰਹੇ, ਫਿਰ ਜਦੋਂ ਉਹਦੇ ਇਮੇजेस ਆ ਗਏ, ਪਿਕਚਰਸ ਆ ਗਈਆਂ, ਫਿਰ ਔਰ ਕਾਂਗਰਸ ਔਰ ਦੂਸਰਿਆਂ ਨੇ ਵੀ ਰੌਲਾ ਵੀ ਮੋਦੀ ਬੋਲਦਾ ਕਿਉਂ ਨਹੀਂ ਹੈ। ਇਹਨੇ ਤਾਂ ਸ਼ੁਰੂ ਇੱਥੋਂ ਕੀਤਾ ਸੀ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਗੁੱਸਾ। ਅੱਜ ਤੱਕ ਵੀ ਉਹੀ ਇਹਨਾਂ ਦੇ ਮੂੰਹ 'ਚੋਂ ਜਾਂ ਉਹ ਜਿਹੜਾ ਐਸ ਜੈ ਸ਼ੰਕਰ ਅੱਗੇ ਜੰਪ ਕਰਦਾ ਹੁੰਦਾ ਸੀ, ਉਹਦੀ ਸ਼ਕਲ ਹੀ ਨਹੀਂ ਕਿਤੇ ਨਜ਼ਰ ਆਉਂਦੀ ਕਿ ਵੀ ਉਹ ਬਿਲਕੁਲ ਹੀ ਗਾਇਬ ਕਰਤਾ। ਉਹ ਫੋਨਾਂ ਤੇ ਹੀ ਹੁੰਦਾ ਜੀ। ਅੱਜ 6 ਦੇਸ਼ਾਂ ਦੇ ਫੋਰਨ ਮਿਨਿਸਟਰਸ ਨਾਲ ਗੱਲ ਕੀਤੀ, ਅੱਜ ਸੈਂਟਰਲ ਏਸ਼ੀਅਨ ਨਾਲ ਕੀਤੀ, ਅੱਜ ਫਲਾਣੇ ਨਾਲ ਕੀਤੀ, ਉਹ ਖਬਰਾਂ 'ਚੋਂ ਗਾਇਬ ਕਰ ਦਿੱਤਾ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਇਹਨਾਂ ਨੂੰ ਮਜਬੂਰ ਹੋਣਾ ਪਿਆ ਕਿ ਭਾਈ ਇਹ ਤੁਸੀਂ ਬੋਲਦੇ ਕਿਉਂ ਨਹੀਂ, ਤਾਂ ਭਾਰਤ ਦੀ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਪਿਛਲੇ ਦਿਨਾਂ 'ਚ ਕਿਹਾ ਕਿ this bridge is being constructed in areas that have been under illegal occupation by China for around 60 years now. ਹੁਣ ਇੱਕ ਪਾਸੇ ਮੰਨ ਰਹੇ ਨੇ, ਪਾਕਿਸਤਾਨ ਨੂੰ ਜਦੋਂ ਅੱਖਾਂ ਦਿਖਾਉਂਦੇ ਨੇ ਤੇ ਫਿਰ ਕਹਿੰਦੇ ਨੇ ਕਿ ਦੇਖੋ ਹਮ ਭਾਰਤ ਮਾਤਾ ਕੇ ਸਪੂਤ। ਹੁਣ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਕਿ ਉਹ ਏਰੀਆ ਚੀਨ ਦੇ ਕੋਲ ਪਿਛਲੇ 60 ਸਾਲਾਂ ਤੋਂ ਚੀਨ ਦੇ ਕਬਜ਼ੇ 'ਚ, ਇਲੀਗਲ ਆਕੂਪੇਸ਼ਨ। ਔਰ ਕੱਲਾ ਉਹ ਏਰੀਆ ਨਹੀਂ ਹੈ, ਇਹ ਅਕਸਾਈ ਚਿੰਨ ਦਾ ਇਹਨਾਂ ਦੀ ਪਾਰਲੀਮੈਂਟ ਦਾ ਪਾਸ ਰੈਜ਼ੋਲੂਸ਼ਨ 38000 ਸਕੁਅਰ ਕਿਲੋਮੀਟਰ ਏਰੀਆ ਅਕਸਾਈ ਚਿੰਨ ਦਾ ਚੀਨ ਦੇ ਕੋਲ ਹੈ, ਜਿਹੜਾ 62 ਦੇ ਵਿੱਚ ਉਹਨੇ ਲਿਆ। ਜੇ ਇਹਨਾਂ ਦੀ ਗੱਲ ਵੀ ਤੁਸੀਂ ਮੰਨ ਲਓ, ਪਰ ਹੁਣ ਜਦੋਂ ਕਿ ਇੱਕ ਸਟੇਟਸ ਕੋ ਇਹਨਾਂ ਦੇ ਜਿਹੜੀਆਂ ਡਿਸਕਸ਼ਨਸ ਚੋਂ ਨਿਕਲਿਆ, ਉਸ ਸਭ ਦੇ ਬਾਵਜੂਦ ਚਾਈਨਾ ਅੱਗੇ ਆਪਣਾ ਇਨਫਰਾਸਟ੍ਰਕਚਰ ਡਿਵੈਲਪ ਕਰ ਰਿਹਾ। ਹੁਣ ਇੱਥੇ ਕਹਿ ਕੇ ਇਹ ਰੁਕ ਗਏ, ਫਿਰ ਕਹਿੰਦੇ ਨੇ ਇੰਡੀਆ ਹੈਜ਼ ਨੈਵਰ ਐਕਸੈਪਟਡ ਸੱਚ ਇਲੀਗਲ ਆਕੂਪੇਸ਼ਨ, ਕਿ ਅਸੀਂ ਤਾਂ ਮੰਨਦੇ ਹੀ ਨਹੀਂ ਹੈ। ਉਹ ਇਹ ਹੈ ਇਬਕੀ ਵਾਰ ਮਾਰ ਤੋਂ ਦੇਖੋ, ਫਿਰ ਜਾਓ ਛਡਾ ਲਓ। ਤੇ ਚੀਨ ਨੇ ਇਹਦਾ ਕੀ ਜਵਾਬ ਦਿੱਤਾ ਹੈ? ਅੱਜ ਚਾਈਨਾ ਡਿਫੈਂਡਸ ਬ੍ਰਿਜ ਕੰਸਟਰਕਸ਼ਨ, ਸੇਜ਼ ਇਟ ਇਜ਼ ਵਿਦਨ ਇਟਸ ਸੋਵਰਨਿਟੀ। ਔਰ ਇਹ ਉਹਨਾਂ ਨੇ ਚਾਈਨਾ ਦੇ ਫੋਰਨ ਮਿਨਿਸਟਰ ਨੇ ਜਿਹੜਾ ਉਹ ਕਿਹਾ ਕਿ ਦਾ ਬ੍ਰਿਜ ਅੰਡਰ ਕੰਸਟਰਕਸ਼ਨ ਕਨੈਕਟਸ ਦਾ ਨਾਰਥ ਐਂਡ ਸਾਊਥ ਬੈਂਕਸ ਆਫ ਪੈਂਗੋਂਗ ਸੋ ਲੇਕ। Officials said it will bolster Chinese capabilities to move troops and equipment between its garrisons on the two sides. और ये उन्होंने कहा कि भाई ये साड़ी बीजिंग said its infrastructure falls within its sovereignty। इनू कहंदे ने ਉਹ ਜਦੋਂ ਅਸੀਂ ਬੀਮੋਨ ਲਫ਼ਜ਼ ਅੰਗਰੇਜ਼ੀ ਦਾ ਕਹਿੰਦੇ ਹੋ ਕਿ ਚੀਕ ਝਿਆੜਾ, ਇੰਡੀਆ ਚੀਕ ਝਿਆੜਾ ਪਾ ਰਿਹਾ, ਪਰ ਚਾਈਨਾ ਉਹਨਾਂ ਨੂੰ ਇਹ ਕਹਿੰਦਾ ਹੈ ਕਿ ਵੀ ਉਹ ਵੀ ਉਹਨਾਂ ਨੂੰ ਥੋੜਾ ਬਹੁਤ 14th ਰਾਉਂਡ ਆਫ ਇੰਡੀਆ ਚਾਈਨਾ ਮਿਲਟਰੀ ਟਾਕਸ ਔਨ ਜਨਵਰੀ 12। ਕਹਾ ਜੀ ਆ ਜਾਓ ਤੁਸੀਂ, 13 ਰਾਉਂਡ ਅੱਗੇ ਗੱਲਬਾਤ ਦੇ ਹੋਏ ਨੇ। ਗੱਲਬਾਤ ਇਹੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਉੱਥੇ ਹੀ ਰਹੋਗੇ ਜਿੱਥੇ ਹੈਗੇ ਹੋ, ਅਸੀਂ ਜਿੱਥੇ ਹੈਗੇ ਹਾਂ ਅਸੀਂ ਇੱਥੇ ਹੀ ਰਹਾਂਗੇ। ਹਾਂ, ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ, ਗੱਲਬਾਤ ਤਾਂ ਕਰਦੇ ਹਾਂ। ਹੁਣੇ 12 ਜਨਵਰੀ ਨੂੰ 14ਵਾਂ ਰਾਉਂਡ ਇੰਡੋ ਚਾਈਨਾ ਮਿਲਟਰੀ ਟਾਕਸ ਦਾ, ਹੁਣ ਇਹਨਾਂ ਦਾ ਨਵਾਂ ਲੈਫਟੀਨੈਂਟ ਜਨਰਲ ਆ ਗਿਆ ਅਨਿੰਦਿਆ ਸੇਨ ਗੁਪਤਾ, ਇਹ ਜਨਰਲ ਆਫਿਸਰ ਕਮਾਂਡਿੰਗ ਹੈ ਲੇ ਬੇਸਡ 14 ਕਾਰਪਸ ਦਾ, ਉਹਦੇ ਨਾਲ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਦਾ 13th ਰਾਉਂਡ ਆਫ ਟਾਕਸ ਹੈਲਡ ਜਿਹੜਾ ਉਹ ਅਕਤੂਬਰ 2021 ਨੂੰ ਹੋਇਆ ਸੀ, ਉਹਦੇ ਚੋਂ ਕੁਛ ਨਹੀਂ ਨਿਕਲਿਆ। ਉਦੋਂ ਵੀ ਹਰ ਇੱਕ ਨੇ ਇੱਕ ਦੂਜੀ ਸਾਈਡ ਨੂੰ ਹੀ ਬਲੇਮ ਕੀਤਾ। Meanwhile, China has gone ahead with massive construction of infrastructure and habitat across line of actual control and a bridge across Pangong So, reducing the distance. ਉਹ ਨਾਲ ਬ੍ਰਿਜ ਵੀ ਬਣਾ, ਉਹ ਕਹਿ ਰਹੇ ਨੇ ਜੀ ਆ ਜਾਓ ਹੁਣ ਅਸੀਂ ਗੱਲਬਾਤ ਕਰਦੇ ਹਾਂ। ਔਰ ਇਸ ਸਾਰੇ 'ਚੋਂ ਉਹਨਾਂ ਨੇ ਕਿਹਾ ਵੀ ਨਾ ਤਾਂ ਗਲਵਾਨ ਵੈਲੀ 'ਚੋਂ ਚੀਨ ਪੈਟਰੋਲਿੰਗ ਪੁਆਇੰਟ 17 ਇਨ ਗੋਗਰਾ ਏਰੀਆ 'ਚ ਵੀ ਉੱਥੇ ਹੀ ਹੈ। ਅਦਰ ਏਰੀਆਜ਼ ਲਾਈਕ ਹੌਟ ਸਪਰਿੰਗ, ਡੈਮਚੌਕ, ਡੈਪਸੋਂਗ ਆਰ ਸਟਿਲ ਟੂ ਬੀ ਰਿਜ਼ੋਲਵਡ। ਸੋ ਇਹ ਹੈ, ਇਹਨੂੰ ਕਹਿੰਦੇ ਨੇ ਕਿ ਭਾਈ ਕੁੱਟਣਾ ਵੀ ਤੇ ਜਿਹੜਾ ਇਹਨਾਂ ਦਾ ਇਹ ਹੈ ਕਿ ਕੁੱਟ ਖਾਈ ਵੀ ਜਾਣੀ ਤੇ ਨਾਲ ਇਹ ਵੀ ਕਹੀ ਜਾਣਾ ਕਿ ਇਬਕੀ ਬਾਹਰ ਮਾਰ ਤੋਂ ਦੇਖੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀ ਲੈਣੇ ਬ੍ਰੇਕ ਪਿਓਰਸ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ
ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਨੂਅਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਪ੍ਰਕਾਸ਼ ਦਿਹਾੜਾ ਬੜਾ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ ਔਰ ਚਾਰ ਚੁਫੇਰਾ ਜਿਹੜਾ ਹੈ ਬੋਲੇ ਸੁਣ ਨਿਹਾਲ ਸੱਚੇ ਅਕਾਲ ਦੇ ਜੈਕਾਰੇ ਨਾਲ ਜਿਹੜਾ ਗੂੰਜ ਉੱਠਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਆਪਾਂ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਵੀ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬ੍ਰਾਹਮਣਵਾਦੀਆਂ ਨੇ 1947 ਚ ਇੱਕ ਨਫ਼ਰਤ ਦਾ ਮਾਹੌਲ ਸਿਰਜਿਆ ਤੇ ਸਾਡੇ ਦੋਵੇਂ ਪੰਜਾਬਾਂ ਦੇ ਲੋਕ ਇੱਕ ਦੂਸਰੇ ਦੇ ਗਾਟੇ ਦੇ ਉੱਤੇ ਉਹਨਾਂ ਨੇ ਛੁਰੀਆਂ ਰੱਖੀਆਂ, ਬਹੁਤ ਵਹਿਸ਼ਿਆਨਾ ਕਤਲੇਆਮ ਦੋਵੇਂ ਪਾਸੇ ਹੋਇਆ ਔਰ ਉਹ ਮਾਹੌਲ ਸਿਰਜ ਦਿੱਤਾ ਜਿਸ ਕਿਸਮ ਦਾ ਹਿੰਦੂਤਵੀ ਜਿਹੜੇ ਅੱਜ ਚਾਹੁੰਦੇ ਨੇ, ਉਦੋਂ ਵੀ ਕਾਂਗਰਸ ਨੇ ਸੈਕੂਲਰ ਲਬਾਦੇ ਦੇ ਥੱਲੇ ਕਿ ਇਹ ਦੋ ਕੌਮਾਂ ਕਦੇ ਨੇੜੇ ਨਾ ਹੋ ਸਕਣ। ਦੋਵੇਂ ਪੰਜਾਬਾਂ ਦੇ ਲੋਕ ਔਰ ਖਾਸ ਤੌਰ ਤੇ ਸਿੱਖ ਕੌਮ ਜਿਹੜੀ ਕਿ ਇਸ ਤੋਂ ਵਿਛੜ ਗਈ, ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਔਰ 170 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ, ਇਹ ਹਿੰਦੂਵਾਦੀ ਸਮਝਦੇ ਸੀ ਵੀ ਇਹਨਾਂ ਨੂੰ ਅਸੀਂ ਇਹਨਾਂ ਦੇ ਵਿਰਸੇ ਤੋਂ ਤੋੜ ਦਿੱਤਾ ਔਰ ਇਹਨਾਂ ਨੂੰ ਹੁਣ ਅਸੀਂ ਨਜਿੱਠ ਲਾਂਗੇ ਇਹਨਾਂ ਦੇ ਨਾਲ ਔਰ ਦੂਸਰਾ ਪਾਸਾ ਬਿਲਕੁਲ ਜਿਹੜਾ ਹੈ ਇਹਨਾਂ ਦਾ ਖਤਮ ਕਰ ਦਿੱਤਾ। ਪਰ ਨਰ ਚਾਹਤ ਕਛ ਔਰ ਹੈ ਕਿ ਔਰ ਹੈ ਵੀ ਬੰਦਾ ਕੁਝ ਚਾਹੁੰਦਾ ਹੈ ਅਕਾਲ ਪੁਰਖ ਕੁਦਰਤ ਦੇ ਹੁਕਮ ਚ। ਔਰ ਸਾਡਾ ਵੀ ਇੱਕ ਤਬਕਾ ਜਿਹੜਾ ਉਸ ਵੇਲੇ ਜਿਨ੍ਹਾਂ ਨੂੰ ਇਹ ਭਾਰਤ ਮਾਤਾ ਦਾ ਜਿਹੜਾ ਉਹ ਬੁਖਾਰ ਚੜਿਆ ਹੋਇਆ ਸੀ, ਮਾਸਟਰ ਤਾਰਾ ਸਿੰਘ ਔਰ ਉਹ ਸਾਰੀ ਕਲਾਸ, ਬਹੁਤ ਜਲਦੀ ਉਹ ਬੁਖਾਰ ਵੀ ਲੱਥ ਗਿਆ। ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਜੂਨ 84 ਦਾ ਘੱਲੂਘਾਰਾ ਇਸ ਤੱਕ ਔਰ ਉਸ ਤੋਂ ਬਾਅਦ ਜੋ ਸਿੱਖ ਨਸਲਕੁਸ਼ੀ ਦਾ ਦੌਰਾ ਚੱਲਿਆ, ਸਾਨੂੰ ਅਸਲੀ ਦੁਸ਼ਮਣ ਦੀ ਸਮਝ ਆਈ। ਪਾਕਿਸਤਾਨ ਦੇ ਸਾਡੇ ਭੈਣਾਂ ਭਰਾਵਾਂ ਨੇ ਖੁੱਲੀਆਂ ਬਾਹਾਂ ਦੇ ਨਾਲ ਜਿਹੜਾ ਉਹ ਸਿੱਖਾਂ ਦੇ ਨਾਲ ਜਿੱਥੇ ਉਹਨਾਂ ਨੇ ਆਪਣੱਤ ਦਰਸਾਈ, ਉੱਥੇ ਉਹਨਾਂ ਨੇ ਜੋ ਇੱਕ ਨਵੀਂ ਤਬਦੀਲੀ ਅਸੀਂ ਦੇਖੀ, ਉਸ ਦਾ ਦੀ ਫਾਈਨੈਸਟ ਮੂਵਮੈਂਟ ਸੀ 9 ਨਵੰਬਰ 2019 ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਿਆ ਔਰ ਉਸ ਤੋਂ ਪਹਿਲਾਂ 1999 ਦੇ ਵਿੱਚ ਲਗਭਗ ਜਦੋਂ ਕਿ 300 ਸਾਲਾ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਸੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ। ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਜਿੱਥੇ ਸਾਲ ਦੇ ਵਿੱਚ ਸਿਰਫ 4000 ਸਿੱਖ, ਉਹ ਵੀ ਬੰਦ ਗੱਡੀਆਂ 'ਚ ਕਾਲੇ ਸ਼ੀਸ਼ਿਆਂ ਵਾਲੀਆਂ 'ਚ ਜਾ ਕੇ ਵਾਪਸ ਮੁੜ ਆਉਂਦੇ ਸੀ, ਜਾ ਕੇ ਖੁਦ ਹੀ ਝਾੜੂ ਪੋਚਾ ਕਰਦੇ ਸੀ, ਖੁਦ ਹੀ ਲੰਗਰ ਪਕਾਉਂਦੇ ਸੀ, ਖੁਦ ਹੀ ਕਰਕੇ ਆ ਜਾਂਦੇ ਸੀ ਔਰ ਕੋਈ ਨਹੀਂ ਸੀ। ਔਰ ਐਸੀ ਬਾਬੇ ਨੇ ਕਿਰਪਾ ਕੀਤੀ ਕਿ ਇਸ ਵੇਲੇ ਜਿੱਥੇ ਪਾਕਿਸਤਾਨੀ ਆਵਾਮ ਦੇ ਵਿੱਚ ਸਿੱਖਾਂ ਦੇ ਲਈ ਜ਼ਬਰਦਸਤ ਗੁੱਡਵਿਲ ਹੈ, ਗੁਰਦੁਆਰਿਆਂ ਦੀ ਸਾਂਭ ਸੰਭਾਲ ਵੀ ਪੂਰੇ ਢੰਗ ਨਾਲ ਹੋ ਰਹੀ ਹੈ, ਉੱਥੇ ਹੁਣ ਇਹੀ ਨਹੀਂ ਜਿਹੜੇ 3-4 ਦਿਨ ਖਾਸ ਤੌਰ ਤੇ ਸੀ, ਹੁਣ ਆਮ ਜਿਹੜੇ ਗੁਰਪੁਰਬ ਨੇ ਗੁਰੂ ਸਾਹਿਬਾਨ ਦੇ ਨਾਲ ਜੁੜੇ ਹੋਏ, ਉਹ ਵੀ ਕਿਸ ਸ਼ਾਨੋ ਸ਼ੌਕਤ ਨਾਲ ਮਨਾਏ ਜਾਂਦੇ ਨੇ। ਅੱਜ ਜਦੋਂ ਮੈਂ ਅਜੀਤ ਅਖਬਾਰ ਜਿਹੜੀ ਲੱਖਾਂ 'ਚ ਛਪਦੀ ਹੈ ਜਲੰਧਰ ਤੋਂ, ਉਹਦੇ 'ਚ ਖਬਰ ਦੇਖੀ ਤਾਂ ਮੈਨੂੰ ਲੱਗਾ ਕਿ ਮੈਂ ਆਪਣੇ ਵਿਊਅਰਸ ਨਾਲ ਸਾਂਝੀ ਕਰਾਂ ਔਰ ਦਰਸ਼ਕ ਉਸ ਨੂੰ ਦੇਖ ਸਕਦੇ ਨੇ ਸਕਰੀਨ ਤੇ ਪਿਕਚਰ ਨੂੰ ਕਿ ਸ਼੍ਰੀ ਨਨਕਾਣਾ ਸਾਹਿਬ 'ਚ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਹੁਣ 5 ਜਨਵਰੀ ਦਾ ਦਿਨ ਸੀ। ਹਾਲਾਂ ਪਾਕਿਸਤਾਨ ਦੇ ਵਿੱਚ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਸਿਰਫ ਇੱਕ ਗੁਰਦੁਆਰਾ ਇਤਿਹਾਸਕ ਹੈ, ਉਹ ਰੋਹਤਾਸ ਦੇ ਕਿਲੇ 'ਚ ਹੈ, ਜੇਹਲਮ 'ਚ। ਉਹ ਗੁਰੂ ਸਾਹਿਬ ਦੇ ਮਹਿਲ ਜਿਹੜੇ ਖਾਲਸੇ ਦੀ ਮਾਤਾ ਹੈ, ਮਾਤਾ ਸਾਹਿਬ ਕੌਰ, ਉਹਨਾਂ ਦਾ ਜਨਮ ਸਥਾਨ ਹੈ ਜਿਹਨੂੰ ਹੁਣ ਰਿਸਟੋਰ ਕੀਤਾ ਹੈ ਵਾਪਸ। ਅਦਰਵਾਈਜ਼ ਕੋਈ ਨਹੀਂ ਹੈ। ਲੇਕਿਨ ਨਨਕਾਣਾ ਸਾਹਿਬ 'ਚ ਔਰ ਪਹਿਲੀ ਗੱਲ ਤਾਂ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 5 ਜਨਵਰੀ ਨੂੰ ਮਨਾਇਆ ਔਰ ਇਕੱਠ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਿਕਚਰ ਤੋਂ ਕਿ ਹਜ਼ਾਰਾਂ ਦੀ, ਔਰ ਇਹਦੇ 'ਚ ਕੋਈ ਬਾਹਰੋਂ ਭਾਰਤ ਤੋਂ ਤਾਂ ਜਥਾ ਨਹੀਂ ਗਿਆ ਹੈ ਔਰ ਬਾਹਰਲੇ ਮੁਲਕਾਂ 'ਚੋਂ ਜ਼ਰੂਰ ਥੋੜੇ ਬਹੁਤ ਗਏ ਹੋਣਗੇ, ਪਰ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਈਵਨ ਪਾਕਿਸਤਾਨ ਦੇ ਵਿੱਚ ਹੁਣ ਤਾਂ ਨਨਕਾਣਾ ਸਾਹਿਬ 'ਚ ਵੀ 200-250 ਸਿੱਖ ਫੈਮਿਲੀਜ਼ ਨੇ, ਪਰ ਪਾਕਿਸਤਾਨੀ ਸਿੱਖ ਵੀ ਸਿੰਧ ਤੋਂ, ਖੈਬਰ ਪਖਤੂਨਖਵਾ ਤੋਂ ਔਰ ਦੂਸਰੇ ਸੂਬਿਆਂ ਤੋਂ ਪਹੁੰਚਦੇ ਨੇ ਔਰ
है कि वैक्यूस ट्रस्ट प्रॉपर्टी बोर्ड पाकिस्तान सिख गुरुद्वारा प्रबंधक कमेटी उन्होंने मनाया। और जो असी कहते हैं कि खालसाई जयकारे तो फिर बोले सो निहाल सत श्री अकाल, जिहड़ा साडे उत्साह और साडी शानो शौकत और साडी गैरत अणख और इस सब का ही प्रतीक है। ये जयकारियां दी गूंज सारे ननकाना साहिब की फिजा दे विच गूंजी। और इस मौके ते MPA जिहड़े ने महेंद्रपाल सिंह, SGPC मैंबर डॉक्टर पाकिस्तान सिख गुरुद्वारा प्रबंधक कमेटी के मैंबर ने डॉक्टर महीपाल सिंह और दूसरे सारे दे नाम दिते हुए ने ये होए। और ये राणा उमर जिन्हों ने ये ब्रीफिंग भी की कि यंग सिंह सेवा सुसाइटी ननकाना साहब वालों गुरु नानक साहिब पब्लिक स्कूल, क्योंकि उत्थे एक पब्लिक स्कूल है गुरु नानक साहब के नाम से, ते होरना स्कूलों के सिख विद्यार्थियों के धार्मिक मुकाबले भी करवाए गए। इस मौके गुरुद्वारा तंबू साहब की विशाल ग्राउंड स्कूली बच्चों के वक्-वक् तरह के खेड मुकाबले, दस्तार मुकाबले करवाए जाने के नाल ननकाना साहब के सिख स्टूडेंट्स वालों गतके के जौहर भी दिखाए गए। सो असी समझते हैं भी ये एक तब्दीली जिहड़ी उस फिजा च है और इहदे पाकिस्तानी अवाम और पाकिस्तानी हुकूमत उन्होंने सिखां दे दिल जिते ने। और जिवें असी गंजे शहीदां अल्लाह यार खान उन्होंने दा मरसिया जिहड़ा वड्डे साहिबजादियां दी याद नूं उन्होंने समर्पित 1913 दे विच लिखिया, उसनूं शेयर कर रहे हैं और कुछ शेयर उन्होंने अज असी करांगे। हुण साहिबजादा अजीत सिंह जंग दे मैदान च किवें बुक रहे ने, उन्हों दा घोड़ा, उन्हों दी खूबसूरती, उन्हों दा जिहड़ा शजाहत बहादरी उस सारे दा जिक्र करते हैं। हुण उन्हों दी शहादत वाल, क्योंकि इमैजिन करो अल्लाह यार खां कोई चमकौर दी उस गढ़ी दे बाहर बैठे नहीं होए। ये साका 1704 दे विच वापरदा है दसंबर दे महीने। हुण वो 1913 दे विच लिखदे ने आलमोस्ट 2-2.5 सदियां बाद। लेकिन इहदे लई जिवें साडे व्यूअर ने लिखिया कि एक सूफी फकीर सन और किवें उन्होंने इतिहास नूं वाचिया, किवें अपनी इमैजीनेशन च जां जिन्हों भाई वीर सिंह जां प्रोफैसर पूरण सिंह सुरत दियां खंभां ते, एक तुहाडी सोच है, एक इमैजीनेशन है, सुरत तुहाडा फाइन वो स्पिरिचुअल रूह है जिहड़ी कि उस जिहड़ी टाइम नूं लंघ जाती है, टाइम नूं पार करके उत्थे पहुंच जाती है और फिर उसनूं देख सकती है। उस नज़ारे नूं देख रहे ने और उहदे जो कहंदे ने दिल बंद ने तलवार से तस्लीम बजाई, गर्दन पे अदाब दिलबर ने झुकाई, इस वक्फा में फौजे सितम आरा उमड़ आई, बर्छी किसी बदबख्त ने पीछे से लगाई, त्योरा के गिरे जीन से सरकार जमी पर, रूह खुल्द गई और तने जार जमी पर। कि पिता ने कहा कि भी बहुत चंगा गुरु गोबिंद सिंह साहब ने और उन्होंने अदब दे विच गर्दन झुकाई, पर इसे पीरीयड दे विच स्पर ऑफ मोमेंट च किसी ने पिठ दे विच बरछा। हुण ये भी वो कह रहे हैं कि जिहड़ी लड़ाई दे असूलों की उलंघना करते हैं जो तुसीं पिठ ते वार करते हो, पर उन्होंने कहा भी जो ही ये पिठ दे उत्ते बरछी लगी, पुआंटनी खा के त्योरा के गिरे जीन से सरकार जमीन पर, के पुआंटनी खा के साहिबजादा जमीन ते डिगे, रूह खुल्द गई, खुल्द बहिश्त नूं कहंदे ने जन्नत नूं, कि रूह उन्हां दी जन्नत च गई और तने जार जमीन पर, मुर्दा शरीर जमीन दे उत्ते। बेटे को शहादत मिली देखा जो पिदर ने, तूफान बपा गम से किया दीदाए तर ने, इस वक्त कहा नन्हे से मासूम पिसर ने, रुखसत हमें दिलवाओ पिता जाएंगे मरने, भाई से बिछड़कर हमें जीना नहीं आता, सोना नहीं खाना नहीं पीना नहीं भाता। कि जो ही वो शहीद होए 10वें पातशाह दे सामने उन्होंने नन्हे पिसर पुत्र जुझार सिंह आके खलो गए। उन्होंने कहा कि भी हुण भरा शहीद हो गया, मैं उन्होंने तो बिना जी नहीं सकता और मैनू भी शहादत दे लई जंग दे मैदान च तोरो। थी दूसरे बेटे की सुनी बेनती जिस दम, सर को दहने पाक को बोसे दिए पहम, मरने के लिए कहने लगे जाइए जम जम, रूठो ना खुदारा नहीं रोकेंगे कभी हम, हमने था कहाँ बाप को
हमने था कहा बाप को जान दीजिए धर्म पर, लोग कहते हैं अब आपको जान दीजिए धर्म पर। वो कहते ने बेटा मैं तैनू रोकांगा नहीं कदे भी, मैं तो अपने पिता नू भी ये कह के तोरिया सी शहादत दे लई। हमने कहा था बाप को जान दीजिए धर्म पर कि तुसी धर्म की खातर कुर्बानी दो, लोग कहते हैं अब आपको जान दीजिए धर्म पर। तुहानू भी मैं बेटा कह रहे हैं जाओ धर्म की खातर अपनी जान दो। मरने से किसी यार को हमने नहीं रोका, फरजंदे वफादार को हमने नहीं रोका, खुशनुदिये करतार को हमने नहीं रोका, अब देखिए सरकार को हमने नहीं रोका, तुमको भी इसी राह में कुर्बान करेंगे, सद शुक्र है हम भी कभी खंजर से मरेंगे। कि भी तू भी शहीद होए, मेरी भी ये चाहन है कि मैं जंग दे मैदान च खंजर दे नाल शहीद होवां। सो मैं इत्थे ही क्लोज कर दें। और जिवें मैं दस्सिया भी हुण खबरां ते उस तो बाद 9:30 वजे पैनल डिस्कशन भाई हिम्मत सिंह वर्ल्ड सिख पार्लीमेंट के कोआर्ਡੀਨੇਟਰ ਉਹਨਾਂ ਦੇ ਨਾਲ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਅੱਜ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨਰਸਨ ਆ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।